ਸਤਿ ਸ਼੍ਰੀ ਅਕਾਲ, ਸਲਾਮ, ਅਰਜ਼ ਸਭ ਸਤਿਕਾਰਤ ਸੱਜਣਾਂ ਨੂੰ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ ਲੋਹੜੀ ਦੀ ਸ਼ਾਮ, ਲੋਹੜੀ ਤੇ ਮਾਘੀ ਮੁਬਾਰਕ ਸਭ ਸਤਿਕਾਰਤ ਸਰੋਤਿਆਂ ਨੂੰ ਜੋ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜਦੇ ਨੇ ਟਿਵਾਣਾ ਰੇਡੀਓ ਦੇ ਨਾਲ। ਕਿਉਂਕਿ ਇਸ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਤਿਉਹਾਰਾਂ ਨੂੰ ਬੜੇ ਤਿਉ ਦੇ ਨਾਲ, ਸਤਿਕਾਰ ਦੇ ਨਾਲ, ਤਰੱਦਦ ਦੇ ਨਾਲ, ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਅਤੇ ਇਸ ਦਿਨ ਬਹੁਤ ਸਾਰੇ ਤਹੱਈਏ ਕੀਤੇ ਜਾਂਦੇ ਨੇ ਅਤੇ ਇਸ ਖਿੱਤੇ ਦੀ ਫਿਤਰਤ ਹੈ। ਇਸ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਮੌਸਮ ਨੇ, ਸਾਡੇ ਅਖਾਣ ਮੁਹਾਵਰੇ, 12 ਮਾਹ 8 ਸਤਵਾਰੇ ਜੋ ਸਾਨੂੰ ਸੇਧ ਦਿੰਦੇ ਨੇ, ਉਸ ਤੋਂ ਬਹੁਤ ਸਾਰੀਆਂ ਜਿਹੜੀਆਂ ਜ਼ਿੰਦਗੀ ਜਿਉਣ ਦੀਆਂ ਕੰਮ ਦੀਆਂ ਗੱਲਾਂ ਸਾਡੇ ਜ਼ਿਹਨ ਦੇ ਵਿੱਚ ਆ ਜਾਂਦੀਆਂ ਨੇ ਇਹਨਾਂ ਤਿਉਹਾਰਾਂ ਦੇ ਨਾਲ ਹੀ। ਜਿਸ ਤਰ੍ਹਾਂ ਮਾਘ ਮਹੀਨੇ ਤੋਂ ਇਹ ਮਾਘੀ ਮੇਲੇ ਲੱਗਦੇ ਨੇ। ਮਾਘੀ ਦੀ ਸ਼ੁਰੂਆਤ ਹੋ ਜਾਂਦੀ ਹੈ, ਪੋਹ ਦੇ ਕੱਕਰਾਂ ਤੋਂ ਨਿਜਾਤ ਮਿਲਦੀ ਹੈ, ਠੰਡਾਂ ਤੋਂ ਨਿਜਾਤ ਮਿਲਦੀ ਹੈ ਅਤੇ ਜ਼ਿੰਦਗੀ ਨੂੰ ਹਰਾਰਤ ਬਖਸ਼ਦੇ ਨੇ ਇਹ ਤਿਉਹਾਰ। ਜਿਸ ਤਰ੍ਹਾਂ ਮਾਘੀ ਦੀ ਜਿਹੜੀ ਇਹ ਪਰੰਪਰਾ ਹੈ, ਇਹ ਸਦੀਆਂ ਤੋਂ ਹੈ। ਵਕਤ ਦਰ ਵਕਤ ਇਸ ਦੇ ਵਿੱਚ ਤਬਦੀਲੀਆਂ ਆਈਆਂ। ਮੁਕਤਸਰ ਦੀ ਧਰਤੀ, 40 ਮੁਕਤਿਆਂ ਦੀ ਧਰਤੀ 'ਤੇ ਮਾਘੀ ਦਾ ਮੇਲਾ ਵੱਡਾ ਤਿਉਹਾਰ ਹੈ ਸਿੱਖ ਧਰਮ ਦਾ। ਅਤੇ ਇਸੇ ਤਰ੍ਹਾਂ ਮਕਰ ਸੰਕ੍ਰਾਂਤੀ ਦੇਸ਼ ਭਰ ਦੇ ਵਿੱਚ ਮਨਾਈ ਜਾਂਦੀ ਹੈ। ਲੋਕ ਮੁਕੱਦਸ ਥਾਵਾਂ 'ਤੇ, ਦਰਿਆਵਾਂ 'ਤੇ ਇਸ਼ਨਾਨ ਕਰਦੇ ਨੇ, ਨਹਾਉਣ ਜਾਂਦੇ ਨੇ, ਮਾਘੀ ਦਾ ਨਹਾਉਣ। ਸੋ ਇਸੇ ਤਰ੍ਹਾਂ ਮੁਕਤਸਰ ਦੀ ਮਾਘੀ ਦਾ ਵੀ ਨਹਾਉਣ ਹੈ। ਲੋਕ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਪੂਜਾ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਚੜ੍ਹਦੀ ਕਲਾ ਦਾ ਇੱਕ ਖਜ਼ਾਨਾ ਮਹਿਸੂਸ ਕਰਦੇ ਨੇ ਇਹਨਾਂ ਤਿਉਹਾਰਾਂ ਤੋਂ ਬਾਅਦ। ਖਾਸ ਕਰਕੇ ਮਾਘੀ ਦੇ ਮੌਕੇ ਖੁੱਲ੍ਹੇ ਦੇ ਵਿੱਚ ਨਹਾਉਣਾ ਇੱਕ ਆਪਣੇ ਆਪ ਦੇ ਵਿੱਚ ਉਤਸ਼ਾਹ ਪੈਦਾ ਕਰਦਾ ਹੈ। ਇਸ ਵਕਤ ਅੱਗੇ ਲਾਲਚ ਦਿੱਤਾ ਜਾਂਦਾ ਸੀ ਕਿ ਜਿਹੜਾ ਚੜ੍ਹਦੇ ਮਾਘ ਨਹਾਏਗਾ ਅਤੇ ਵਾਲ ਸੋਨੇ ਦੇ ਹੋ ਜਾਣਗੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿੱਥਾਂ ਇਸ ਦੇ ਨਾਲ ਜੁੜੀਆਂ ਨੇ। ਸੋ ਮਾਘ ਮਹੀਨੇ ਸੱਜਣ ਆਏ, ਪੀੜ ਪਰਾਉਣੀ ਹੋਈ, ਮੈਂ ਤੇ ਮਾਹੀ ਇਕਜੁੱਟ ਹੋਏ, ਜਿਉਂ ਫੁੱਲੀ ਖੁਸ਼ਬੋਈ। ਸੋ ਇਹ ਜਿਸ ਤਰ੍ਹਾਂ ਆਖਰੀ ਰਾਤ ਹੁੰਦੀ ਹੈ ਪੋਹ ਦੀ, 30 ਪੋਹ ਐਜ ਨਾਨਕਸ਼ਾਹੀ ਸੰਮਤ 552 ਦੇ ਮੁਤਾਬਕ, ਦਿਨ ਬੁੱਧਵਾਰ 13 ਜਨਵਰੀ 2021। ਅਤੇ ਪੋਹ ਦੀ ਇਹ ਜਿਹੜੀ ਆਖਰੀ ਰਾਤ ਹੁੰਦੀ ਹੈ ਅਤੇ ਇਸ ਦਿਨ ਫਿਰ ਬਹੁਤ ਸਾਰੀਆਂ ਵਸਤਾਂ ਰਿੰਨ੍ਹੀਆਂ ਜਾਂਦੀਆਂ ਨੇ ਅਤੇ ਜਿਹੜੀਆਂ ਕਿ ਚੜ੍ਹਦੇ ਮਾਘ ਖਾਧੀਆਂ ਜਾਂਦੀਆਂ ਨੇ। ਅਤੇ ਫਿਰ ਉਹ ਪੋਹ ਰਿੰਨ੍ਹੀ ਅਤੇ ਮਾਘ ਖਾਧੀ ਦਾ ਜਿਹੜਾ ਕੰਸੈਪਟ ਸਾਡੇ ਸਾਹਮਣੇ ਆਉਂਦਾ। ਸੋ ਮਾਘ ਮਹੀਨੇ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਕੱਲ੍ਹ ਨੂੰ ਆਪਾਂ ਸਾਂਝੀ ਕਰਾਂਗੇ ਅਤੇ ਅੱਜ ਲੋਹੜੀ ਦੇ ਮੁਤਲਕ ਜਾਣਕਾਰੀ ਸਾਂਝੀ ਕਰਨੀ ਹੈ। ਅਤੇ ਜਿਹੜਾ ਲੋਹੜਾ ਪੈ ਰਿਹਾ ਕਿਸਾਨਾਂ ਦੇ ਹੱਕ ਹਕੂਕ 'ਤੇ, ਉਸ ਨੇ ਇਸ ਲੋਹੜੀ ਦੇ ਰੰਗ ਵੀ ਹੈ ਤਬਦੀਲ ਕਰ ਦਿੱਤੇ ਨੇ, ਬਦਲ ਦਿੱਤੇ ਨੇ। ਦਿੱਲੀ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਅਤੇ ਉਹਨਾਂ ਨੇ ਲੋਹੜੀ ਦਾ ਜਿਹੜਾ ਰਵਾਇਤੀ ਕੰਸੈਪਟ ਸੀ ਕਿ ਲੋਹੜੀ ਦੀ ਅੱਗ ਜਦੋਂ ਬਾਲੀ ਜਾਂਦੀ ਸੀ, ਇਸਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲ੍ਹੇ ਪਾਏ, ਜਾਂ ਹੋਰ ਰਸਮਾਂ ਸੀ, ਤਿਲ ਪਾਏ ਜਾਂਦੇ ਸੀ, ਉਹਨਾਂ ਦੇ ਵਿੱਚ ਬਦਲਾਅ ਕੀਤਾ। ਤਿਲਾਂ ਦੀ ਜਗ੍ਹਾ ਇਸ ਵਾਰੀ ਕਾਲੇ ਕਾਨੂੰਨ ਦੇ ਪਰਚੇ ਸੁੱਟੇ ਗਏ ਨੇ। ਦਿੱਲੀ ਦੇ ਵਿੱਚ ਬੜਾ ਉਤਸ਼ਾਹ ਇਸ ਵਕਤ ਦੇਖਣ ਨੂੰ ਮਿਲ ਰਿਹਾ ਲੋਹੜੀ ਦੇ ਮੌਕੇ। ਪਰ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬ ਹੀ ਨਹੀਂ, ਹਰਿਆਣਾ ਹੀ ਨਹੀਂ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨ ਇਸ ਲੋਹੜੀ ਦੇ ਮੌਕੇ ਇਸ ਤਿਉਹਾਰ ਨੂੰ ਨਵੀਆਂ ਰਵਾਇਤਾਂ ਦੇ ਨਾਲ ਮਨਾ ਕੇ ਇੱਕ ਨਵਾਂ ਸੁਨੇਹਾ ਦੇ ਰਹੇ ਨੇ। ਕਿਉਂਕਿ ਤਿਉਹਾਰਾਂ ਦੇ ਵਿੱਚ ਵੀ ਵਕਤ ਦਰ ਵਕਤ ਤਬਦੀਲੀਆਂ ਆਉਂਦੀਆਂ ਨੇ। ਹਿੰਦੂ ਧਰਮ ਦੇ ਨਾਲ ਬੜਾ ਵਾਬਸਤਾ ਰਿਹਾ ਹੋਲੀ ਦੇ ਤਿਉਹਾਰ ਦਾ, ਅਤੇ ਅੱਜ ਕੱਲ੍ਹ ਵੀ ਹੋਲੀ ਦਾ ਤਿਉਹਾਰ, ਜਿਸ ਤਰ੍ਹਾਂ ਬਰਸਾਨਾ ਦੀ ਹੋਲੀ ਹੈ, ਉੱਥੇ ਲੱਠ ਹੋਲੀ ਖੇਡੀ ਜਾਂਦੀ ਹੈ। ਜਿਹੜੀਆਂ ਉਸ ਇਲਾਕੇ ਦੀਆਂ, ਮਥੁਰਾ ਇਲਾਕੇ ਦੀਆਂ ਜਿਹੜੀਆਂ ਔਰਤਾਂ ਨੇ, ਕੁੜੀਆਂ ਨੇ ਖਾਸ ਕਰਕੇ, ਉਹ ਸੋਟੀਆਂ ਦੇ ਨਾਲ ਮੁੰਡਿਆਂ ਨੂੰ ਕੁੱਟਦੀਆਂ ਨੇ ਅਤੇ ਮੁੰਡੇ ਹਾਸੇ ਠੱਠੇ ਦੇ ਵਿੱਚ ਉਹ ਸੋਟੀਆਂ ਦੀ ਰੜਕ ਦੀ ਵੀ ਪਰਵਾਹ ਨਹੀਂ ਕਰਦੇ। ਹੋਲੀ ਦੇ ਰੰਗ ਇਸ ਤਰ੍ਹਾਂ ਦੇ ਨੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਤਾਂ ਹੋਲੀ ਨੂੰ ਉਹਨਾਂ ਨੇ ਇੱਕ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਅਤੇ ਹੋਲੀ ਤੋਂ ਹੋਲਾ ਬਣਿਆ, ਜਿਸ ਦੇ ਵਿੱਚ ਰਵਾਇਤੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਤਿਲਾਂਜਲੀ ਦੇ ਕੇ ਇੱਕ ਨਵੇਂ ਜਲੌਅ ਦੇ ਵਿੱਚ ਇਸ ਤਿਉਹਾਰ ਨੂੰ ਮਨਾਇਆ ਗਿਆ। ਸੋ ਜਦੋਂ ਹੋਲੀ ਤੋਂ ਹੋਲਾ ਬਣਿਆ, ਇਸੇ ਤਰ੍ਹਾਂ ਦੇ ਬਹੁਤ ਸਾਰੇ ਕੰਸੈਪਟ ਨੇ ਉਹ ਬਦਲਦੇ ਨੇ। ਤਿਉਹਾਰਾਂ ਦਾ ਜਿਹੜਾ ਰੰਗ ਰੂਪ ਹੈ ਬਦਲਦਾ। ਇਸ ਦੇ ਵਿੱਚ ਸੱਭਿਆਚਾਰਕ ਵਖਰੇਵੇਂ ਵੀ ਹੋ ਜਾਂਦੇ ਨੇ। ਕਿਸੇ ਇੱਕ ਤਿਉਹਾਰ ਨੂੰ ਜਾਂ ਇੱਕ ਦਿਨ ਨੂੰ, ਕਿਤੇ ਮਕਰ ਸੰਕ੍ਰਾਂਤੀ ਹੁੰਦੀ ਹੈ ਅਤੇ ਕਿ ਉਸੇ ਦਿਨ ਦੇਸ਼ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੋਰ ਤਰ੍ਹਾਂ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।
ਸੋ ਉਹਨਾਂ ਦੇ ਮੁਤਲਕ ਵੀ ਜਾਣਕਾਰੀ ਤੇ ਰਾਜਨੀਤਿਕ ਮਾਮਲੇ ਤੇ ਵੀ ਗੱਲਬਾਤ ਹੋਵੇਗੀ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਲੋਹੜੀ ਦੇ ਮੁਤਲਕ ਆਪਣੇ ਜਜ਼ਬਾਤ ਸਾਂਝੇ ਕਰਨੇ ਨੇ ਕਿ ਕਿਸ ਤਰ੍ਹਾਂ ਅੱਗੇ ਪਾਥੀਆਂ ਮੰਗੀਆਂ ਜਾਂਦੀਆਂ ਸੀ, ਰਿਉੜੀਆਂ ਮੰਗੀਆਂ ਜਾਂਦੀਆਂ ਸੀ, ਭੁੱਗਾ ਵੰਡ ਕੇ ਖਾਧਾ ਜਾਂਦਾ ਸੀਗਾ ਤੇ ਹੋਰ ਬੜਾ ਕੁਛ ਲੋਹੜੀ ਦੇ ਮੌਕੇ ਹੁੰਦਾ ਸੀ। ਸੋ ਵਕਤ ਦੀ ਤੇਜ਼ ਰਫ਼ਤਾਰੀ ਨੇ ਸਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਤਾਂ ਤੇਜ਼ ਕਰ ਦਿੱਤਾ, ਪਰ ਜਿਹੜਾ ਉਤਸ਼ਾਹ ਸੀ ਤਿਉਹਾਰਾਂ ਦਾ ਰਲ ਕੇ ਮਨਾਉਣ ਦਾ ਉਹ ਮਨਫੀ ਹੋ ਗਿਆ। ਲੋਹੜੀ ਦੀ ਅੱਗ ਪਵਿੱਤਰ ਮੰਨੀ ਜਾਂਦੀ ਸੀ ਜੋ ਸਾਲ ਭਰ ਲੋਕ ਆਪਣੇ ਚੁੱਲ੍ਹਿਆਂ ਦੇ ਵਿੱਚ ਘਰਾਂ ਦੇ ਵਿੱਚ ਰੱਖਦੇ ਸੀ, ਕਿਉਂਕਿ ਇਸ ਦਾ ਜੇ ਮੂਲ ਵੇਖੀਏ ਸਨਾਤਨ ਧਰਮ ਇਸ ਖਿੱਤੇ ਦਾ ਧਰਮ ਰਿਹਾ ਅਤੇ ਇਸ ਕਰਕੇ ਅੱਗ ਨੂੰ ਇੱਕ ਪਵਿੱਤਰ ਸ਼ਾਇ ਹਮੇਸ਼ ਮੰਨਿਆ ਗਿਆ, ਜਿਸ ਦੇ ਚਲਦਿਆਂ ਅੱਗ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸੋ ਲੋਹੜੀ ਦੀ ਅੱਗ ਨੂੰ ਜਿਹੜਾ ਇਸੇ ਕਰਕੇ ਮੁਕੱਦਸ ਮੰਨਿਆ ਜਾਂਦਾ ਹੈ। ਲੋਕ ਲੋਹੜੀ ਦੀ ਅੱਗ ਜਿਹੜੀ ਧੂਣੀ ਬਾਲੀ ਹੁੰਦੀ ਹੈ ਉਸ ਨੂੰ ਫਿਰ ਜਦੋਂ ਅੱਗ ਬੁੱਝ ਜਾਂਦੀ ਹੈ ਉਸ 'ਤੇ ਅਰਦਾਸ ਕਰਕੇ ਜਾਂ ਚਾਹ ਬਣਾ ਕੇ ਜਾਂ ਕੁਛ ਕਰਕੇ ਜਦੋਂ ਆਪਣੇ ਘਰਾਂ ਨੂੰ ਜਾਂਦੇ ਨੇ ਤਾਂ ਫਿਰ ਉਹ ਜਾਂਦੇ ਹੋਏ ਲੋਹੜੀ ਦੀ ਅੱਗ ਵੀ ਆਪਣੇ ਘਰਾਂ ਨੂੰ ਲੈ ਜਾਂਦੇ ਸੀ। ਪਰ ਇਸ ਵਾਲੀ ਜਿਹੜੀ ਲੋਹੜੀ ਦਿੱਲੀ ਸਿੰਘੂ ਬਾਰਡਰ, ਟਿੱਕਰੀ ਬਾਰਡਰ ਜਾਂ ਹੋਰ ਹਿੱਸਿਆਂ ਦੇ ਵਿੱਚ ਮਨਾਈ ਜਾਂਦੀ ਹੈ, ਉਸ ਨੇ ਸ਼ਾਇਦ ਕੱਲ੍ਹ ਨੂੰ ਇਸ ਲੋਹੜੀ ਦੀ ਅੱਗ ਨੇ ਤਾਂ ਠੰਡੀ ਹੋ ਜਾਣਾ, ਰਾਖ ਨੇ ਤਾਂ ਠੰਡੀ ਹੋ ਜਾਣਾ, ਪਰ ਕਿਤੇ ਨਾ ਕਿਤੇ ਇਹ ਰਾਖ ਸਮੇਂ ਦੇ ਹੁਕਮਰਾਨਾਂ ਦੇ ਸਿਰ ਪਵੇਗੀ, ਕਿਉਂਕਿ ਇਹ ਹੁਕਮਰਾਨ ਜੋ ਕੁਛ ਕਰਦੇ ਨੇ, ਜੋ ਇਹਨਾਂ ਦੀ ਤਰਜ਼ੇ ਜ਼ਿੰਦਗੀ ਹੈ ਉਸ ਦੇ ਵਿੱਚ ਇਹਨਾਂ ਦੀ ਵਰਕਿੰਗ ਅਤੇ ਇਹਨਾਂ ਦੀ ਵਰਸ਼ਿਪ ਦੇ ਵਿੱਚ ਜ਼ਮੀਨ ਅਸਮਾਨ ਦੇ ਫਰਕ ਨੇ। ਜੇ ਦੇਖਿਆ ਜਾਵੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਇਸ ਕਿਸਾਨੀ ਅੰਦੋਲਨ ਨੂੰ ਆਪਣੇ ਆਪਣੇ ਨਜ਼ਰੀਏ ਦੇ ਨਾਲ ਪੇਸ਼ ਕਰਦੇ ਨੇ। ਮਸਲਨ ਪੰਜਾਬ ਦੀ ਭਾਬੋ ਕਹਿ ਲਈਏ ਤਾਂ ਕੋਈ ਗੁਨਾਹ ਨਹੀਂ, ਕਿਉਂਕਿ ਧਰਮਿੰਦਰ ਨੂੰ ਪੰਜਾਬ ਦਾ ਪੁੱਤ ਕਿਹਾ ਜਾਂਦਾ ਹੈ ਅਤੇ ਉਸ ਦੀ ਇਹ ਜਿਹੜੀ ਸੈਕੰਡ ਵਾਈਫ ਹੈ ਹੇਮਾ ਮਾਲਿਨੀ ਮੈਂਬਰ ਪਾਰਲੀਮੈਂਟ ਹੈ, ਇਸ ਨੇ ਬੜੀਆਂ ਬੇਹੂਦਾ ਟਿੱਪਣੀਆਂ ਅੱਜ ਕਿਸਾਨਾਂ 'ਤੇ ਕੀਤੀਆਂ ਨੇ। ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਸਮਝ ਹੀ ਨਹੀਂ ਪਾਉਂਦੀ ਕਿ ਕਿਸਾਨਾਂ ਨੂੰ ਹੀ ਨਹੀਂ ਪਤਾ ਕਿ ਕਿਸਾਨ ਕੀ ਚਾਹੁੰਦੇ ਨੇ, ਕਿ ਕਿਸਾਨ ਕਠਪੁਤਲੀ ਬਣੇ ਹੋਏ ਨੇ। ਹਾਲਾਂਕਿ ਸਨੀ ਦਿਓਲ ਵੀ ਇਹਨਾਂ ਕਾਨੂੰਨਾਂ ਦਾ ਸਮਰਥਨ ਕਰ ਚੁੱਕਾ ਅਤੇ ਆਪਣੀ ਵਾਈ ਪਲੱਸ ਸਿਕਿਉਰਿਟੀ ਉਹ ਲੈ ਗਿਆ। ਕੀ ਕੰਟਰੀਬਿਊਸ਼ਨ ਹੈ, ਕਿਹੜਾ ਉਹਨੂੰ ਖਤਰਾ? ਜੇ ਮੰਨਿਆ ਖਤਰਾ ਤਾਂ ਪੰਜਾਬ ਦੇ ਭਾਜਪਾ ਨੇਤਾਵਾਂ ਨੂੰ ਹੈ, ਜਿਹੜੇ ਇੱਥੇ ਭਾਰਤੀ ਜਨਤਾ ਪਾਰਟੀ ਦੀ ਪੈਰਵਾਈ ਕਰਦੇ ਨੇ। ਕਦੇ ਉਹ ਹੋਟਲ 'ਚੋਂ ਭੱਜਦੇ ਨੇ, ਕਦੇ ਉਹ ਮੈਰਿਜ ਪੈਲਸ ਦੀਆਂ ਕੰਧਾਂ ਟੱਪ ਕੇ ਭੱਜਦੇ ਨੇ। ਪਰ ਇਹ ਬੰਬੇ ਬੈਠੇ ਅਲੀਟ ਕਲਾਸ ਲੋਕ ਠੀਕ ਹੈ, ਇਹਨਾਂ ਨੇ ਐਂਟਰਟੇਨ ਕੀਤਾ ਅਤੇ ਉਸ ਦੇ ਬਦਲੇ ਕਰੋੜਾਂ ਅਰਬਾਂ ਰੁਪਈਆ ਮਿਹਨਤਕਸ਼ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਵੀ ਇਕੱਠਾ ਕੀਤਾ। ਪੰਜਾਬ ਨੂੰ ਟੈਂਕੀਆਂ 'ਤੇ ਚੜ੍ਹਨ ਦੀ ਹੈ ਜਿਹੜੀ ਰਵਿੱਦ ਪਾ ਦਿੱਤੀ ਹੈ। ਪੰਜਾਬ ਦੇ ਗੱਭਰੂ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੇ ਨੇ। ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਪਿਛਲੇ 7-8 ਦਿਨਾਂ ਤੋਂ ਟੈਂਕੀ 'ਤੇ ਚੜ੍ਹ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਸਾਹਮਣੇ ਮਹਿੰਦਰਾ ਕਾਲਜ ਦੇ ਵਿੱਚ ਉਹ ਕਹਿ ਰਹੇ ਨੇ ਕਿ ਦੇਖੋ ਸਾਡਾ ਕਸੂਰ ਕੀ ਹੈ, ਤੁਹਾਡੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਕਮੀਆਂ ਖਾਮੀਆਂ ਨੇ, ਉਸ 'ਤੇ ਗੌਰ ਕਰੋ। ਪਰ ਅਫਸੋਸ ਕਿ ਜਿਸ ਤਰ੍ਹਾਂ ਮੌਸਮ ਹੈ, ਕਸ਼ਮੀਰ ਦੇ ਵਿੱਚ ਇੰਨੀ ਜ਼ਬਰਦਸਤ ਠੰਡ ਹੈ ਕਿ ਜਿਹੜੀ ਡੱਲ ਝੀਲ ਹੈ ਉਹ ਜੰਮੀ ਆ, ਉਸ 'ਤੇ ਪੱਥਰ ਬਣ ਗਿਆ ਉੱਤੇ ਬਰਫ਼ ਦਾ, ਲੋਕ ਉਸ 'ਤੇ ਸੈਰ ਕਰਦੇ ਨੇ। ਇੰਨੀ ਠੰਡ ਦੇ ਵਿੱਚ ਲੋਕ ਜਿਹੜੇ ਨੇ ਟੈਂਕੀਆਂ 'ਤੇ ਚੜ੍ਹੇ ਹੋਏ ਨੇ। ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਪਰ ਇਹ ਧਰਮਿੰਦਰ ਦੀ ਅਦਾਕਾਰਾ ਪਤਨੀ ਅਤੇ ਯੂਪੀ ਦੇ ਮਥੁਰਾ ਤੋਂ, ਜਿੱਥੋਂ ਦੇ ਪੇੜੇ ਬਹੁਤ ਮਸ਼ਹੂਰ ਨੇ, ਇਹ ਸਿਆਸੀ ਪੇੜੇ ਖਾ ਰਹੀ ਹੈ। ਸੋ ਪੰਜਾਬ ਦੀ ਭਾਬੋ ਹੇਮਾ ਮਾਲਿਨੀ ਕੀ ਕਹਿ ਰਹੀ ਹੈ ਕਿ ਕਿਸਾਨ ਕਿਸੇ ਦੀ ਚੁੱਕ ਦੇ ਵਿੱਚ ਆਏ ਨੇ, ਕਠਪੁਤਲੀ ਬਣੇ ਹੋਏ ਨੇ। ਇਸ ਤੋਂ ਪਹਿਲਾਂ ਇਸ ਦਾ ਜਿਹੜਾ ਪੁੱਤਰ ਸਨੀ ਦਿਓਲ ਇਹ ਕੀ ਕੜੀ ਘੋਲ ਚੁੱਕਾ ਹੈ। ਹਾਲਾਂਕਿ ਜੇ ਦੇਖਿਆ ਜਾਵੇ ਹੇਮਾ ਮਾਲਿਨੀ ਦੇ ਬਿਆਨ ਦੇ ਨਾਲ ਸਰਕਾਰ ਨੂੰ ਕੀ ਸਪੋਰਟ ਮਿਲਣੀ ਹੈ। ਇਹਨੂੰ ਪੁੱਛੇ ਜਦੋਂ ਤੂੰ ਇਲੈਕਸ਼ਨ ਲੜਨੀ ਸੀ ਤੁਹਾਨੂੰ ਚੇਤੇ ਹੋਣਾ ਕਿਤੇ ਜਾ ਕੇ ਇਹ ਨਲਕਾ ਗੇੜਦੀ ਫਿਰਦੀ ਸੀ, ਲੋਕਾਂ ਨੂੰ ਪਾਣੀ ਪਿਲਾਉਂਦੀ ਸੀ, ਕਿਤੇ ਇਹ ਕਣਕ ਵੱਢਦੀ ਫਿਰਦੀ ਸੀ। ਜਿਵੇਂ ਜਯਾ ਪ੍ਰਦਾ ਨੂੰ ਵੀ ਇੱਕ ਵਾਰੀ ਜਨੂੰਨ ਚੜ੍ਹਿਆ ਸੀਗਾ, ਉਹ ਵੀ ਰਾਮਪੁਰ ਦੇ ਵਿੱਚ ਬਲਦਾਂ ਵਾਲੇ ਗੱਡੇ 'ਤੇ ਚੜ੍ਹ ਗਈ ਕਿ ਮੈਂ ਵੀ ਕਿਸਾਨਾਂ ਦੇ ਦਰਦ ਗੱਡੇ 'ਤੇ ਚੜ੍ਹ ਕੇ ਜਾਣਨਾ ਚਾਹੁੰਦੀ ਹਾਂ। ਪਰ ਜਦੋਂ ਗੱਡੇ 'ਤੇ ਚੜ੍ਹੀ ਅਤੇ ਗੱਡਾ ਅੱਗੇ ਚਿੱਕੜ 'ਚ ਫਸ ਗਿਆ ਸੀ। ਇਹ ਯੂਪੀ ਦੇ ਰਾਮਪੁਰ ਦੀਆਂ ਗੱਲਾਂ ਨੇ। ਜਯਾ ਪ੍ਰਦਾ ਜਿਸ ਦੀ ਮਰਹੂਮ ਅਮਰ ਸਿੰਘ ਦੇ ਨਾਲ ਬਹੁਤ ਸਾਂਝਾਂ ਸੀਗੀਆਂ, ਉਹ ਜਯਾ ਪ੍ਰਦਾ ਅਤੇ ਫਿਰ ਉਸ ਦਾ ਜਿਹੜਾ ਹੈਗਾ ਪੂਰਾ ਬਦਨ ਗਿੱਲਾ ਹੋ ਗਿਆ ਸੀ ਪਸੀਨੇ ਦੇ ਨਾਲ, ਤਰੇਲੀਆਂ ਆ ਗਈਆਂ ਸੀਗੀਆਂ, ਪਾਣੀ ਚੋ ਗਿਆ ਸੀਗਾ ਗੱਡੇ 'ਤੇ ਚੜ੍ਹੀ ਦਾ। ਇੰਨੀ ਘਬਰਾ ਗਈ ਸੀ ਜਦੋਂ ਬਲਦ ਚਿੱਕੜ ਦੇ ਵਿੱਚ ਗਾਰੇ ਦੇ ਵਿੱਚ ਫਸ ਗਏ ਸੀ ਰਾਮਪੁਰ ਦੀਆਂ ਗਲੀਆਂ ਦੇ ਵਿੱਚ। ਅਤੇ ਇਹ ਰਾਮਪੁਰ ਦੀ ਰਾਣੀ ਹੈ ਜਿਹੜੀ ਹੇਮਾ ਮਾਲਿਨੀ, ਇਹ ਵੀ ਬਥੇਰਾ ਘੋੜਾ ਘੋੜੀ ਭਜਾਉਂਦੀ ਰਹੀ ਹੈ, ਧੰਨੋਂ ਨੂੰ ਭਜਾਉਂਦੀ ਰਹੀ। ਪਰ ਅੱਜ ਕੱਲ੍ਹ ਜਿਹੜੀ ਇਹ ਸਿਆਸੀ ਧੰਨੋਂ 'ਤੇ ਸਵਾਰ ਹੋ ਰਹੀ ਹੈ, ਪਤਾ ਨਹੀਂ ਕਿਹੜੇ ਆਪਣੇ ਵਲੀ ਜੇਠ ਨੂੰ ਖੁਸ਼ ਕਰਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਬੇਹੂਦਾ ਟਿੱਪਣੀਆਂ ਕਰਦੀ ਹੈ। ਸੋ ਇਸ ਭਾਬੋ 'ਤੇ ਮੈਨੂੰ ਉਹ ਗੱਲ ਚੇਤੇ ਆਉਂਦੀ ਹੈ ਕਿ ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ। ਸੋ ਇਹਨਾਂ ਦਾ ਜਿਹੜਾ ਜੇਠ ਹੈ
ਹੇਮਾ ਮਾਲਿਨੀ ਦਾ ਜੇਠ ਜੇ ਕਹਿ ਲਈਏ ਰਿਸ਼ਤਿਆਂ 'ਚੋਂ ਨਹੀਂ, ਸਿਆਸਤ ਦੇ ਵਿੱਚੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਵਲੀ ਬਣੇ ਹੋਏ ਨੇ ਅਤੇ ਉਸ ਦੌਰਾਨ ਫਿਰ ਇੱਦਾਂ ਦੀਆਂ ਭਾਬੂਆਂ ਨੇ ਉਜੜਨਾ ਹੀ ਆ, ਹੋਰ ਕੀ ਕਰਨਾ। ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ। ਸੋ ਇਹ ਜਿਹੜੀ ਪੰਜਾਬ ਦੀ ਭਾਬੋ ਰਾਣੀ ਹੇਮਾ ਮਾਲਿਨੀ ਨੇ ਇਹ ਜਿਹੜੀ ਕਮੈਂਟ ਕੀਤੀ ਹੈ, ਇਹ ਬੜੀ ਨਿੰਦਣਯੋਗ ਹੈ। ਭਾਜਪਾ ਦੀ ਲੋਕ ਸਭਾ ਮੈਂਬਰ ਕਹਿੰਦੀ ਦਿੱਲੀ ਦੀਆਂ ਸਰਹੱਦਾਂ 'ਤੇ ਇੱਕ ਅੰਦੋਲਨ ਕਰਨ ਵਾਲੇ ਕਿਸਾਨ ਜਾਣਦੇ ਹੀ ਨਹੀਂ ਕਿ ਉਹ ਕੀ ਚਾਹੁੰਦੇ ਨੇ। ਹੁਣ ਹੇਮਾ ਮਾਲਿਨੀ ਦੱਸੇਗੀ ਉਹ ਕੀ ਚਾਹੁੰਦੇ ਨੇ। ਜਦੋਂ ਤੂੰ ਦਾਤੀ ਚੱਕ ਕੇ ਕਣਕ ਵੱਢਦੀ ਫਿਰਦੀ ਸੀ ਬੱਲਾਂ ਚੱਕ ਕੇ, ਉਦੋਂ ਤੇਰੀ ਔਕਾਤ ਕੀ ਸੀ। ਹੋਰ ਤੇ ਹੋਰ ਕਿਸਾਨ ਤਾਂ ਕਿਸਾਨ, ਇਹਨਾਂ ਨੇ ਮਥੁਰਾ ਦੀਆਂ ਉਹਨਾਂ ਬਾਲ ਵਿਧਵਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੀਆਂ ਗਰੀਬੀ, ਗੁਰਬਤ ਅਤੇ ਰੂੜੀਵਾਦੀ ਰੋਹ ਰੀਤਾਂ ਦੇ ਮੱਦੇਨਜ਼ਰ ਤੁਸੀਂ ਵੇਖੋ ਕਿ ਮਥੁਰਾ ਦੇ ਮੰਦਿਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਬਾਲ ਵਿਧਵਾਵਾਂ ਨੇ ਜਿਹੜੀਆਂ ਬਚਪਨ ਦੇ ਵਿੱਚ ਮੰਗ ਦਿੱਤੀਆਂ ਗਈਆਂ ਸੀ ਜਾਂ ਬਚਪਨ ਦੇ ਵਿੱਚ ਮੰਗੇ ਹੋਣ ਕਰਕੇ ਉਹਨਾਂ ਦੇ ਪਤੀ ਮਰ ਗਏ ਜਾਂ ਉਹ ਵਿਡੋ ਹੋ ਗਈਆਂ। ਸੋ ਉਹਨਾਂ ਵਿਧਵਾਵਾਂ ਨੂੰ ਘਰਦਿਆਂ ਨੇ ਮਾੜਾ ਸਮਝ ਕੇ ਕੋਸ ਕੇ ਘਰਾਂ 'ਚੋਂ ਕੱਢ ਦਿੱਤਾ। ਉਹ ਮਥੁਰਾ ਦੇ ਮੰਦਿਰਾਂ ਦੇ ਵਿੱਚ ਆਪਣੀ ਗੁਜ਼ਰ ਬਸਰ ਕਰ ਰਹੀਆਂ ਨੇ, ਮਥੁਰਾ ਦੇ ਆਸ਼ਰਮਾਂ ਦੇ ਵਿੱਚ ਆਪਣੀ ਗੁਜ਼ਰ ਬਸਰ ਕਰਦੀਆਂ ਨੇ। 25-25 ਪੈਸੇ ਦੇ ਵਾਸਤੇ ਉਹ ਸਾਰਾ ਦਿਨ ਰਾਮ ਨਾਮ ਦਾ ਭਜਨ ਕਰਕੇ ਆਪਣੀ ਜ਼ਿੰਦਗੀ ਦੇ ਨਰਕ ਨੂੰ, ਜਿਹੜਾ ਅਖੌਤੀ ਪੁਜਾਰੀ ਨੇ ਉਹਨਾਂ ਦੇ ਮੱਥੇ 'ਤੇ ਮੜਿਆ, ਉਸ ਨੂੰ ਦੂਰ ਕਰਨ ਦੇ ਲਈ ਸਾਰਾ ਦਿਨ ਉਹ ਗੁਰਬਤ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੀਆਂ ਨੇ। ਬੜਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਉਹਨਾਂ ਵਿਧਵਾਵਾਂ ਦਾ ਹੁੰਦਾ ਹੈ, ਕਿਉਂਕਿ ਇਹ ਹੇਮਾ ਮਾਲਿਨੀ ਉੱਥੋਂ ਮੈਂਬਰ ਪਾਰਲੀਮੈਂਟ ਹੈ। ਅਤੇ ਜਦੋਂ ਇਸ ਨੂੰ ਪੁੱਛਿਆ ਗਿਆ ਕਿ ਜਿਹੜੀਆਂ ਮਥੁਰਾ ਦੇ ਮੰਦਿਰਾਂ ਦੇ ਵਿੱਚ ਰੁਲਦੀਆਂ ਵਿਧਵਾਵਾਂ ਨੇ, ਕਿਉਂਕਿ ਉਹਨਾਂ ਦੇ ਸ਼ੋਸ਼ਣ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਸੀ, ਇਸ ਬਾਰੇ ਕਈ ਸਾਲ ਪਹਿਲਾਂ ਜਦੋਂ ਇਹ ਫਸਟ ਟਾਈਮ ਮੈਂਬਰ ਪਾਰਲੀਮੈਂਟ ਬਣੀ ਸੀ, ਉਹਨੂੰ ਪੁੱਛਿਆ ਗਿਆ ਸੀ ਕਿ ਉਹਨਾਂ ਦੇ ਬਾਰੇ ਤੁਹਾਡਾ ਕੀ ਨਜ਼ਰੀਆ। ਤਾਂ ਇਸ ਹੇਮਾ ਮਾਲਿਨੀ ਦਾ ਪਤਾ ਕੀ ਕਹਿਣਾ ਸੀ ਕਿ ਇਹਨਾਂ ਵਿਧਵਾਵਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਈਏ ਨੇ। ਹੁਣ 25-25 50-50 ਪੈਸੇ ਪਿੱਛੇ ਸਾਰਾ ਦਿਨ ਭਜਨ ਗਾ ਕੇ ਕਿੰਨੇ ਕੁ ਬੰਦਾ ਪੈਸੇ ਇਕੱਠੇ ਕਰ ਲੂ। ਇਹਨੇ ਤਾਂ ਉਹ ਰੱਬ ਦੀਆਂ ਮਾਰੀਆਂ ਤਾਂ ਨਹੀਂ ਕਹਾਂਗਾ, ਪੁਜਾਰੀਵਾਦ ਦੀਆਂ ਮਾਰੀਆਂ ਵਿਧਵਾਵਾਂ ਨੂੰ ਵੀ ਨਹੀਂ ਬਖਸ਼ਿਆ। ਪਰ ਅਫਸੋਸ ਕਿ ਇਸ ਤਰ੍ਹਾਂ ਦੀ ਬਦਕਲਾਮੀ ਕਰਨ ਵਾਲੇ ਲੋਕ ਫਿਰ ਪਤਾ ਨਹੀਂ ਕੀ ਮਲਦੇ ਨੇ ਆਪਣੇ ਮੂੰਹਾਂ 'ਤੇ ਕਿ ਉਹ ਉਹਨਾਂ ਦੀ ਉਹੀ ਚਮਕੀਲੀ ਤਵੱਜਾ, ਉਹੀ ਚਮਕੀਲੀ ਚਮੜੀ। ਪਰ ਅਫਸੋਸ ਕਿ ਇਹਨਾਂ ਦੇ ਦਿਮਾਗ 'ਤੇ ਜਿਹੜੀ ਚਮੜੀ ਚੜ੍ਹੀ ਹੈ ਉਹ ਵੇਖ ਹੀ ਨਹੀਂ ਪਾਉਂਦੀ ਕਿ ਆਮ ਬੰਦੇ ਦੀ ਸਥਿਤੀ ਕੀ ਹੈ। ਜਿਹੜੀ ਨੇ ਕਿਸਾਨਾਂ ਨੂੰ ਕਠਪੁਤਲੀ ਦੱਸਿਆ ਅਤੇ ਉਹਨਾਂ ਵਿਧਵਾਵਾਂ ਨੂੰ ਲੱਖਾਂ ਕਰੋੜਾਂ ਦੀਆਂ ਮਾਲਕ ਦੱਸਿਆ। ਇੱਥੋਂ ਤੱਕ ਬਸ ਨਹੀਂ, ਇਹਨੇ ਆਖਿਆ ਕਿ ਇਹ ਚੰਗਾ ਹੋਇਆ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ 'ਤੇ ਰੋਕ ਲਗਾ ਦਿੱਤੀ ਹੈ। ਕਹਿੰਦੀ ਉਮੀਦ ਹੈ ਹਾਲਾਤ ਸ਼ਾਂਤੀਪੂਰਨ ਹੋਣਗੇ। ਕਿਸਾਨ ਇੰਨੀਆਂ ਮੀਟਿੰਗਾਂ ਤੋਂ ਬਾਅਦ ਵੀ ਸਹਿਮਤੀ 'ਤੇ ਆਉਣ ਨੂੰ ਤਿਆਰ ਨਹੀਂ, ਅਤੇ ਇਹ ਕਿਸਾਨਾਂ ਨੂੰ ਵੀ ਨਹੀਂ ਪਤਾ ਕਿ ਉਹ ਚਾਹੁੰਦੇ ਕੀ ਨੇ ਅਤੇ ਸਮੱਸਿਆ ਕੀ ਹੈ। ਹੁਣ ਕਿਸਾਨਾਂ ਨੂੰ ਤੂੰ ਦੱਸੇਗੀ ਹੇਮਾ ਮਾਲਿਨੀ ਜੀ ਕਿ ਕਿਸਾਨਾਂ ਨੂੰ ਸਮੱਸਿਆ ਕੀ ਹੈ। ਇਸ ਦਾ ਮਤਲਬ ਕਹਿੰਦੀ ਉਹ ਅਜਿਹਾ ਕਰ ਰਹੇ ਨੇ ਕਿਉਂਕਿ ਅਜਿਹਾ ਕਰਨ ਲਈ ਉਹਨਾਂ ਨੂੰ ਕਿਸੇ ਨੇ ਕਿਹਾ ਹੋਇਆ। ਇਹਨੂੰ ਬਹੁਤ ਟੇਵਾ ਲੱਗ ਗਿਆ ਹੇਮਾ ਮਾਲਿਨੀ ਨੂੰ, ਇਹਨੂੰ ਸਭ ਪਤਾ ਕਿ ਉਹਨਾਂ ਨੂੰ। ਅਤੇ ਫਿਰ ਤੂੰ ਦੱਸ ਦੇ ਨਾ ਆ ਕੇ ਕਿਹਨੇ ਕਿਹਾ, ਉਹਨੂੰ ਸਮਝਾ ਲਓ ਨਾ, ਚੱਕ ਕੇ ਜੇਲ੍ਹ 'ਚ ਡੱਕ ਦਿਓ ਨਾ, ਉਹਨਾਂ ਨੂੰ ਰਾਏ ਦੇਣੋਂ ਹਟ ਜੂ। ਖੈਰ ਇਹਨੇ ਇਹ ਵੀ ਆਖਿਆ ਕਿ ਪੰਜਾਬ ਦੇ ਵਿੱਚ ਟਾਵਰਾਂ ਦੀ ਭੰਨ ਤੋੜ ਚੰਗੀ ਗੱਲ ਨਹੀਂ ਹੈ। ਇਹ ਠੀਕ ਹੈ, ਸਭ ਨੂੰ ਪਤਾ ਹੈ, ਪਰ ਤੁਹਾਡੀ ਖੱਟੜ ਸਰਕਾਰ ਨੇ ਕੀ ਕੀਤਾ? ਕੋਈ ਐਡਾ ਬੇਵਕੂਫ ਮਿਨਿਸਟਰ ਹੋਏਗਾ, ਮੰਤਰੀ ਹੋਏਗਾ, ਜਿਹੜਾ ਮੁੱਖ ਮੰਤਰੀ ਹੋਏਗਾ, ਜਿਹੜਾ ਆਪਣੀਆਂ ਹੀ ਸੜਕਾਂ ਨੂੰ ਪਟਵਾਉਂਦਾ। ਤੁਸੀਂ ਕੀ ਕੀਤਾ? ਉਹ ਸੜਕਾਂ ਦੀ ਜਿਹੜੀ ਮੁਰੰਮਤ 'ਤੇ ਪੈਸਾ ਖਰਚ ਆਉਣਾ, ਉਹ ਖੱਟੜ ਸਾਹਿਬ ਦੀ ਜੇਬ 'ਚ ਆਉਣਾ ਜਾਂ ਧਰਮਿੰਦਰ ਜਾਂ ਹੇਮਾ ਮਾਲਿਨੀ ਦੀ ਜੇਬ 'ਚ ਆਉਣਾ ਨੇ ਜੀ? ਨਹੀਂ, ਉਹ ਪਬਲਿਕ ਦਾ ਪੈਸਾ, ਟੈਕਸ ਪੇਅਰ ਦਾ ਪੈਸਾ ਜਿਹੜਾ ਤੁਸੀਂ ਬਰਬਾਦ ਕੀਤਾ। ਜਿਨ੍ਹਾਂ ਨੇ ਟਾਵਰਾਂ ਦੀ ਭੰਨ ਤੋੜ ਕੀਤੀ ਹੈ ਉਹ ਨਿੰਦਣਯੋਗ ਹੈ। ਉਹ ਭੜਕੇ ਲੋਕ ਨੇ, ਉਹਨਾਂ ਨੂੰ ਉਂਗਲ ਲਾਈ ਹੋ ਸਕਦੀ ਹੈ, ਉਹਨਾਂ ਦੀ ਅਸੀਂ ਆਲੋਚਨਾ ਕਰਦੇ ਹਾਂ। ਪਰ ਮਨੋਹਰ ਲਾਲ ਖੱਟੜ ਨੇ ਜਿਹੜੇ ਨੇ ਖੁਦ ਸੜਕਾਂ ਪੱਟੀਆਂ ਨੇ, ਉਹ ਜਿਹੜਾ ਖਰਚਾ ਕੀਤਾ, ਉਹ ਜਿਹੜਾ ਪੈਸਾ ਵੇਸਟ ਕੀਤਾ, ਕਦੇ ਖੱਟੜ ਨੂੰ ਵੀ ਕਹਿ ਕੇ ਵੇਖ ਲਾ ਨਾ ਤੇਰੇ ਨਰੇ ਸੇਕ ਦੇਵੇ। ਸੋ ਇਸ ਕਰਕੇ ਕਹਿੰਦੀ ਜਿਹੜਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ, ਉਹਨਾਂ ਕਿਸਾਨਾਂ ਨੂੰ ਟਾਵਰਾਂ ਦੀ ਭੰਨ ਤੋੜ ਕਰਦਿਆਂ ਵੇਖ ਕੇ ਚੰਗਾ ਨਹੀਂ ਲੱਗਦਾ। ਸਰਕਾਰ ਨੇ ਉਹਨੂੰ ਵਾਰ-ਵਾਰ ਬੁਲਾਇਆ, ਪਰ ਉਹਨਾਂ ਕੋਲ ਆਪਣਾ ਏਜੰਡਾ ਵੀ ਨਹੀਂ ਹੈ। ਦੱਸੋ, ਇਹ ਔਕਾਤ ਹੈ ਇਹਨਾਂ ਲੋਕਾਂ ਦੀ। ਹਾਲਾਂਕਿ ਇਹ ਨਹੀਂ ਕਿ ਇਸ ਦਾ ਬਿਨਾਂ ਬੋਲੇ ਸਰ ਸਕਦਾ ਨਹੀਂ ਸੀ, ਬਿਨਾਂ ਬੋਲੇ ਸਰ ਨਹੀਂ ਸੀ ਸਕਦਾ, ਪਰ ਇਹ ਪਸੰਦੀਦਾ ਭਾਬੋ ਬਣਨਾ ਚਾਹੁੰਦੀਆਂ ਨੇ ਨਾ ਸਿਆਸਤ ਦੇ ਵਿੱਚ ਕਿ ਅਸੀਂ ਹੀ ਕੀਤਾ। ਇਹਨੂੰ ਪੁੱਛੇ ਕਿ ਜਿਹੜਾ ਤੂੰ ਮੈਂਬਰ ਪਾਰਲੀਮੈਂਟ ਹੋਣ ਦਾ ਪੈਸਾ ਲੈਣੀਆਂ, ਤਨਖਾਹਾਂ ਲੈਣੀਆਂ, ਕਿ ਉਹ ਜਿਹੜੀਆਂ ਤਨਖਾਹਾਂ ਦੇ ਏਵਜ ਦੇ ਵਿੱਚ ਕਿੰਨੇ ਦਿਨ ਤੂੰ ਸੰਸਦ ਦੇ ਵਿੱਚ ਜਾ ਕੇ ਹਾਜ਼ਰੀ ਲਵਾਈ ਹੈ? ਕਿੰਨੇ ਦਿਨ ਤੂੰ ਸੰਸਦ ਦੇ ਵਿੱਚ ਜਾ ਕੇ ਮਥੁਰਾ ਦੇ ਮੁੱਦੇ ਉਠਾਏ ਨੇ? ਤੂੰ ਤੇ ਉੱਥੋਂ ਦੀਆਂ ਜਿਹੜੀਆਂ ਵਿਧਵਾਵਾਂ ਨੇ, ਉਹਨਾਂ ਦੇ ਜਿਹੜੇ ਮੌਲਿਕ ਅਧਿਕਾਰ ਸੀ,
ਉਹਨਾਂ ਮੌਲਿਕ ਅਧਿਕਾਰਾਂ ਦੀ ਵੀ ਪੈਰਵਾਈ ਨਹੀਂ ਕਰ ਸਕੀ। ਇੱਕ ਔਰਤ ਹੋ ਕੇ ਔਰਤ ਦੇ ਹਕੂਕ ਦੀ ਗੱਲ ਨਹੀਂ ਕਰ ਸਕੀ। ਕਿਉਂਕਿ ਜਿਸ ਤਰ੍ਹਾਂ ਇੱਕ ਵਿਰਾਸਤ ਦੀ ਵੀ ਗੱਲ ਕਰਾਂਗਾ ਕਿ ਉਜੜੀਆਂ ਭਰਜਾਈਆਂ ਵਾਲੀ ਜਿਨ੍ਹਾਂ ਦੇ ਜੇਠ ਤਾਂ ਠੀਕ ਹੈ, ਇੱਕ ਆਮ ਕਹਿੰਦੇ ਨੇ ਕਿ ਜੱਟੀਆਂ ਨੇ ਜੱਟ ਕਰ ਲਏ, ਰੰਡੀ ਬਾਹਮਣੀ ਕਿੱਧਰ ਨੂੰ ਜਾਵੇ। ਸੋ ਜਿਸ ਤਰ੍ਹਾਂ ਵਿਧਵਾ ਨੂੰ ਮਾੜਾ ਸਮਝਿਆ ਜਾਂਦਾ, ਹਿੰਦੂ ਧਰਮ ਦੇ ਵਿੱਚ ਪੁਨਰ ਵਿਵਾਹ ਦੀ ਵਿਵਸਥਾ ਹੀ ਨਹੀਂ ਸੀ। ਆਰੀਆ ਸਮਾਜੀਆਂ ਨੇ ਜ਼ਰੂਰ ਸੁਧਾਰ ਕੀਤੇ ਸੀਗੇ, ਅਤੇ ਉਸ ਦੌਰਾਨ ਜਿਹੜੀਆਂ ਵਿਧਵਾਵਾਂ ਨੇ ਉਹਨਾਂ ਦਾ ਮੁੜ ਕੇ ਵਿਆਹ ਨਹੀਂ ਸੀ ਹੁੰਦਾ, ਦੂਜਾ ਵਿਆਹ ਨਹੀਂ ਸੀ ਹੁੰਦਾ। ਇਹ ਹੈਮਾ ਮਾਲਿਨੀ ਵਰਗੇ ਤਾਂ ਪਤਾ ਨਹੀਂ ਕਿੱਦਾਂ ਕਿੱਦਾਂ ਨਾਂ ਬਦਲ ਕੇ ਆਪਣੇ 2-2 4-4 ਕਰਾਈ ਰੱਖੀ ਬੈਠੇ ਨੇ, ਇਲੀਗਲ ਹੈ ਨਾ। ਧਰਮਿੰਦਰ ਨੇ ਕਰਾਇਆ ਹੀ ਆ। ਜਦੋਂ ਤੁਸੀਂ ਇਲੀਗਲ ਕੰਮ ਕਰਨੇ ਨੇ, ਗੈਰ ਕਾਨੂੰਨੀ ਕੰਮ ਕਰਨੇ ਨੇ, ਫਿਰ ਤੁਸੀਂ ਆਪਣਾ ਨਾਮ ਬਦਲ ਕੇ ਮੁਸਲਮਾਨ ਵੀ ਹੋ ਜਾਂਦੇ ਹੋ, ਤੁਹਾਡੇ 'ਤੇ ਕੋਈ ਰੋਕ ਨਹੀਂ ਹੈ। ਪਰ ਉਹ ਵਿਧਵਾਵਾਂ ਦਾ ਵਿਆਹ ਨਹੀਂ ਸੀ ਹੋ ਸਕਦਾ, ਇਸੇ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਸਿੱਖੀ ਦਾ ਪਸਾਰਾ ਹੋਇਆ, ਜਿਹੜੀਆਂ ਪੰਜਾਬ ਦੀਆਂ ਵਿਧਵਾਵਾਂ ਸੀ ਉਹਨਾਂ ਵਕਤਾਂ ਦੇ ਵਿੱਚ ਉਹਨਾਂ ਦੇ ਮੁੜ ਵਿਆਹ ਹੋਣੇ ਸ਼ੁਰੂ ਹੋਏ। ਅਤੇ ਇਸ ਕਰਕੇ ਜੱਟੀਆਂ ਸੀ, ਇਸ ਖਿੱਤੇ ਦੇ ਲੋਕ ਜੱਟ ਜ਼ਿਆਦਾ ਸੀ, ਇਸੇ ਕਰਕੇ ਕਿਹਾ ਜਾਂਦਾ ਕਿ ਜੱਟੀਆਂ ਨੇ ਜੱਟ ਕਰ ਲਏ, ਰੰਡੀ ਬਾਹਮਣੀ ਕਿੱਧਰ ਨੂੰ ਜਾਵੇ। ਜਾਣੀ ਕਿ ਪੰਜਾਬੀ ਜਿਸ ਤਰ੍ਹਾਂ ਵਿਧਵਾ ਨੂੰ ਰੰਡੀ ਕਿਹਾ ਜਾਂਦਾ, ਉਹ ਕਿੱਧਰ ਜਾਵੇ। ਸੋ ਇਹ ਜਿਹੜੇ ਵਰਤਾਰੇ ਨੇ, ਜੇ ਹੇਮਾ ਮਾਲਿਨੀ ਵਰਗੀ ਇੱਕ ਪੜ੍ਹੀ ਲਿਖੀ ਨਫੀਸ ਔਰਤ ਜਿਹੜਾ ਮੈਂਬਰ ਪਾਰਲੀਮੈਂਟ ਹੋਣ ਦੇ ਇੰਨੇ ਪੈਸੇ ਲੈਂਦੀ ਹੈ, ਜਿਹੜਾ ਉਸ ਵਕਤ ਮਥੁਰਾ ਦੀਆਂ ਵਿਧਵਾਵਾਂ ਦੇ ਹਕੂਕ ਦੀ ਵੀ ਨਹੀਂ ਗੱਲ ਕਰ ਸਕੀ, ਉਸ ਤੋਂ ਕੀ ਉਮੀਦ ਕਰਦੇ ਹੋ ਕਿ ਉਹ ਕਿਸਾਨੀ ਦੀ ਗੱਲ ਕਰੇਗੀ। ਸੋ ਪਰ ਇਹ ਗੱਲ ਨਹੀਂ, ਬਹੁਤ ਸਾਰੀਆਂ ਮੁਕੱਦਸ ਰੂਹਾਂ ਵੀ ਨੇ। ਡਾਕਟਰ ਧਰਮਵੀਰ ਗਾਂਧੀ ਇਸ ਵਕਤ ਆਪਣੇ ਨਾਲ ਜੁੜ ਚੁੱਕੇ ਨੇ, ਜਿਨ੍ਹਾਂ ਨੇ ਹਰ ਜਾਇਜ਼ ਮਸਲਾ ਉਠਾਇਆ, ਮਾਨਵਤਾ ਦੀ ਗੱਲ ਕੀਤੀ। ਜਿਹੜੀਆਂ ਧਰਮਸ਼ਾਲਾਵਾਂ ਜਾਂ ਜਿਹੜੀਆਂ ਸ਼ਮਸ਼ਾਨ ਸੇਵੇ ਮੜੀਆਂ ਲੋਕਾਂ ਨੇ ਮਜ਼ਹਬਾਂ ਦੇ ਨਾਂ 'ਤੇ ਅੱਡ ਅੱਡ ਬਣਾ ਲਈਆਂ ਸੀ, ਇਹ ਪਹਿਲੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਕਿਹਾ ਸੀ ਮੈਂ ਉਸ ਪੰਚਾਇਤ ਨੂੰ ਕੋਈ ਪੈਸੇ ਨਹੀਂ ਦੇਵਾਂਗਾ ਜਿਸ ਦੇ ਵਿੱਚ ਉੱਚ ਅਤੇ ਨੀਵੀਂ ਜਾਤ ਦੀਆਂ ਮੜੀਆਂ ਸਿਵੇ ਅਤੇ ਧਰਮਸ਼ਾਲਾਵਾਂ ਥਾਈਆਂ ਅੱਡ ਅੱਡ ਹੋਣ। ਉਸ ਨੂੰ ਬੜਾ ਮੱਲ ਮਿਲਿਆ। ਸੈਂਕੜੇ ਪਿੰਡਾਂ ਨੇ ਉਹ ਮੇਟ ਦਿੱਤੇ, ਇੱਕ ਖ਼ਤਮ ਕਰਕੇ ਦੂਜੀ ਦੇ ਵਿੱਚ ਕੋਈ ਸੋਸ਼ਲ ਕਾਰਜ ਸ਼ੁਰੂ ਕਰ ਲਿਆ। ਜੇ ਸਿਆਸਤਦਾਨ ਚਾਹੁਣ ਤਾਂ ਬਹੁਤ ਕੁਛ ਹੋ ਸਕਦਾ, ਪਰ ਇਸ ਤਰ੍ਹਾਂ ਦੇ ਅਲੀਟ ਲੋਕ ਜਦੋਂ ਹੇਮਾ ਮਾਲਿਨੀ ਵਰਗੇ ਆਉਂਦੇ ਨੇ ਤਾਂ ਫਿਰ ਦੇਸ਼ ਦਾ ਸੰਵਿਧਾਨਕ ਢਾਂਚਾ ਹਰਗਿਜ਼ ਨਹੀਂ ਬਦਲੇਗਾ। ਡਾਕਟਰ ਧਰਮਵੀਰ ਗਾਂਧੀ ਇਸ ਵਕਤ ਆਪਣੇ ਨਾਲ ਜੁੜ ਚੁੱਕੇ ਨੇ। ਗਾਂਧੀ ਸਾਹਿਬ, ਸਵਾਗਤ ਹੈ ਜੀ, ਹੈਪੀ ਲੋਹੜੀ। ਬਹੁਤ ਧੰਨਵਾਦ ਟਵਾਣਾ ਸਾਹਿਬ, ਥੈਂਕ ਯੂ ਵੈਰੀ ਮੱਚ, ਔਰ ਤੁਹਾਡੇ ਚੈਨਲ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਮਿਹਰਬਾਨੀ ਗਾਂਧੀ ਸਾਹਿਬ। ਅਤੇ ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਹੈ, ਬੜੀਆਂ ਤਬਦੀਲੀਆਂ ਆ ਗਈ ਨੇ। ਇਸ ਖਿੱਤੇ ਦੇ ਲੋਕ ਨਾਇਕ ਜਿਨ੍ਹਾਂ ਨੂੰ ਸਰਕਾਰਾਂ ਡਾਕੂ ਕਹਿੰਦੀਆਂ ਨੇ, ਉਹ ਰੋਬਨ ਹੁੱਡ ਸੀ। ਉਹਨਾਂ ਨੇ ਹਕੂਕ ਦੀ ਗੱਲ ਕੀਤੀ, ਸੁੰਦਰ ਮੁੰਦਰੀਆਂ ਦੀ ਧਿਆਣੀਆਂ ਦੀ ਇੱਜ਼ਤ ਲਈ, ਅਕਬਰ ਵਰਗੇ ਬਾਦਸ਼ਾਹ ਦੇ ਨਾਲ ਟੱਕਰਾਂ ਲਈਆਂ ਉਹਨਾਂ ਦੁੱਲਿਆਂ ਨੇ। ਪਰ ਅੱਜ ਦਾ ਮੌਜੂਦਾ ਪੰਜਾਬ ਦਾ ਦੁੱਲਾ ਪੁੱਤ ਜੇ ਕਹਿ ਲਈਏ, ਇਹ ਜਿਹੜਾ ਸਿਆਸੀ ਤੌਰ 'ਤੇ ਏਜੰਟੀ ਕਰਦੇ ਲੋਕ ਨੇ, ਦਲਾਲੀ ਕਰਦੇ ਲੋਕ ਨੇ, ਉਹਨਾਂ ਦੇ ਨਾਲ ਲੜਾਈ ਲੜ ਰਿਹਾ। ਇਹ ਪੰਜਾਬ ਦੇ ਦੁੱਲਿਆਂ ਦੀ ਅਤੇ ਸਿਆਸੀ ਦੱਲਿਆਂ ਦੀ, ਕਿਉਂਕਿ ਦੱਲਾ ਵੀ ਏਜੰਟ ਨੂੰ ਕਿਹਾ ਜਾਂਦਾ, ਮੁੱਢ ਕਦੀਮੋਂ ਲੜਾਈ ਰਹੀ ਹੈ। ਪੰਜਾਬ 'ਤੇ ਬਾਹਰੀ ਹਮਲੇ ਹੋਏ ਤਾਂ ਇੱਥੇ ਪੋਰਸ ਨੇ ਸਿਕੰਦਰਾਂ ਨੂੰ ਡੱਕਿਆ, ਪਰ ਸਮਿਆਂ ਦੇ ਸਿਆਸੀ ਸਿਕੰਦਰ ਭਾਰੂ ਪੈਂਦੇ ਨੇ। ਅੱਜ ਜਿਹੜਾ ਤੁਸ਼ਾਰ ਮਹਿਤਾ ਨੇ, ਮੈਂ ਤੁਹਾਡਾ ਬਿਆਨ ਪੜ੍ਹ ਰਿਹਾ ਸੀ ਕਿ ਜੇ ਇਹ ਕਿਸਾਨ ਖਾਲਿਸਤਾਨੀ ਨੇ ਤਾਂ ਪਹਿਲਾ ਖਾਲਿਸਤਾਨੀ ਡਾਕਟਰ ਧਰਮਵੀਰ ਗਾਂਧੀ ਹੈ, ਮੈਨੂੰ ਫੜੋ। ਸਰ, ਕੀ ਵਰਤਾਰਾ ਹੋ ਰਿਹਾ ਸੰਸਦ ਦੇ ਵਿੱਚ ਅਤੇ ਸੁਪਰੀਮ ਕੋਰਟ ਦੇ ਵਿੱਚ ਅਤੇ ਸਰਹੱਦਾਂ 'ਤੇ? ਜੀ ਡਾਕਟਰ ਸਾਹਿਬ। ਦੇਖੋ ਜੀ, ਇਹ ਜੋ ਸਰਕਾਰ ਨੇ ਜੋ ਨੀਤ ਹੈਗੀ ਹੈ ਸਰਕਾਰ ਦੀ, ਖੇਤੀ ਸੈਕਟਰ ਬੜੇ ਲੰਮੇ ਸਮੇਂ ਤੋਂ ਅੱਕ ਸੀਗੀ। ਇਹੋ ਕਾਰਨ ਹੈ ਕਿ ਜਿਹੜੇ ਅਡਾਨੀ ਦੇ ਸਾਈਲੋਜ਼ ਹੈਗੇ ਆ, ਮੋਗੇ ਬਣਦੇ ਪਏ ਜਾਂ ਹਰਿਆਣੇ 'ਚ ਬਣਦੇ ਪਏ, ਉਹ ਕੋਈ ਅੱਜ ਨਹੀਂ ਬਣਨ ਲੱਗੇ। ਉਹ ਸਨ 7-8 ਤੋਂ ਹੀ ਸਕੀਮਾਂ ਸੀਗੀਆਂ ਕਿ ਜਿਹੜੀ ਵੈਲਥ ਜਨਰੇਸ਼ਨ ਦਾ ਬਹੁਤ ਵੱਡਾ ਸੈਕਟਰ ਹੈ, ਖੇਤੀ ਸੈਕਟਰ ਹੈਗਾ, ਉਹਦੇ 'ਤੇ ਕਿਵੇਂ ਜਿਹੜਾ ਕਾਰਪੋਰੇਟ ਘਰਾਨਿਆਂ ਦਾ ਵਰਚਸਵ ਹੈਗਾ, ਉਹਦੀ ਮਤਲਬ ਕਬਜ਼ਾ ਹੈ, ਗਲਵਾ ਹੈਗਾ, ਉਹ ਕਾਇਮ ਕਰਨਾ, ਤੇ ਕਿਸਾਨੀ ਨੂੰ ਜਿਹੜੀ ਪਹਿਲਾਂ ਹੀ ਮਰਦੀ ਪਈ ਆ ਹੌਲੀ ਹੌਲੀ ਮਾਰ ਕੇ ਖੁੰਗਲ ਕਰਕੇ ਕਾਰਪੋਰੇਟ ਫਾਰਮਿੰਗ ਲੈ ਕੇ ਆਣੀ ਹੈ। ਬੜੀ ਲੰਮੇ ਸਮੇਂ ਤੋਂ ਕਾਂਗਰਸ ਵੇਲੇ ਵੀ ਇਹ ਪਲਾਨ ਸੀਗੀ, ਹਾਲਾਂਕਿ ਉਨੀ ਅਗਰੈਸ਼ਨ ਨਹੀਂ ਸੀ, ਉਨੀ ਤੇਜ਼ੀ ਨਹੀਂ ਸੀ, ਉਨੀ ਕਾਹਲ ਨਹੀਂ ਸੀਗੀ। ਪਰ ਭਾਜਪਾ ਨੇ ਆ ਕੇ, ਜਿਸ ਤਰ੍ਹਾਂ ਭਾਜਪਾ ਨੂੰ ਵੱਡੇ ਵੱਡੇ ਘਰਾਨਿਆਂ ਨੇ ਫੰਡਿੰਗ ਕੀਤੀ ਹੈ ਇਲੈਕਸ਼ਨਾਂ ਵਿੱਚ, ਜਿਸ ਤਰ੍ਹਾਂ ਅਡਾਨੀ ਦੇ ਜਹਾਜ਼ ਮਿਸਟਰ ਮੋਦੀ ਵਰਦੇ ਰਹੇ ਨੇ, ਔਰ ਜਿਸ ਤਰ੍ਹਾਂ 300 ਟ੍ਰੇਨ ਜਾਂ 200 ਟ੍ਰੇਨ ਬੰਬੇ ਰੈਲੀ ਵਾਸਤੇ, ਭਾਜਪਾ ਦੀ ਵਾਸਤੇ ਇਹਨਾਂ ਨੇ ਅੰਬਾਨੀ ਅਡਾਨੀ ਨੇ ਇੰਤਜ਼ਾਮ ਕੀਤੇ ਨੇ। ਔਰ ਇਹਦੇ ਹੁਣ ਜੱਗ ਜ਼ਾਹਰ ਹੈ ਕਿ ਜਿਹੜੇ ਇਲੈਕਸ਼ਨ ਬੌਂਡ ਸੀਗੇ, ਜਿਹੜੇ ਫੰਡ ਦੇ ਬੌਂਡ ਸੀਗੇ, ਉਹ ਜੋ ਬਾਅਦ ਚ ਨੂੰ ਕਾਨੂੰਨੀ ਵੈਧਤਾ ਦਿੱਤੀ ਹੈਗੀ ਹੈ, ਉਹ ਸਾਰਾ ਇਹਨਾਂ ਦੀ ਚਾਲ ਸੀਗੀ। ਇੱਕ ਸਕੀਮ ਤਹਿਤ ਮਤਲਬ ਮੋਦੀ ਨੂੰ ਅੱਗੇ ਲਿਆਂਦਾ ਗਿਆ ਹੈਗਾ, ਤੇ ਹੁਣ ਉਹ ਜਿਹੜਾ ਉਹਨਾਂ ਦਾ ਕਰਜ਼ਾ ਹੈਗਾ, ਜਿਹੜਾ ਉਹਨਾਂ ਦਾ ਆਸਾਨ ਹੈਗਾ, ਉਹ ਮੋੜਨ ਵਾਸਤੇ ਵੀ, ਤੇ ਦੂਜਾ ਜਿਹੜਾ RSS ਦਾ ਏਜੰਡਾ ਹੈਗਾ ਹੈ ਕਿ ਹਿੰਦੂ ਭਾਰਤ ਬਣਾਉਣਾ ਹੈਗਾ, ਤੇ ਇੱਥੇ ਮਤਲਬ ਇੱਕ ਰਾਸ਼ਟਰਵਾਦੀ ਜਿਹੜੀ ਸਰਕਾਰ
ਸਰਕਾਰ ਹੈਗੀ ਹੈ ਉਹ ਕਾਇਮ ਕਰਨੀ ਹੈਗੀ ਹੈ ਤੇ ਇੱਥੇ ਹਿੰਦੂ ਬਹੁਤ ਸੰਖਿਅਕਵਾਦ ਨੂੰ ਪੱਠੇ ਪਾਣੇ ਹੈਗੇ ਹੈ ਤੇ ਉਹਦੇ ਮਾਮਲੇ ਵਿੱਚ ਜੋ ਪੰਜਾਬ ਦਾ ਸੰਘਰਸ਼ ਚੱਲ ਰਿਹਾ ਮੈਂ ਉਸ ਸੰਦਰਭ 'ਚ ਗੱਲ ਕਰਨੀ ਚਾਹਨਾ ਕਿ ਜੀ ਪੰਜਾਬ ਦਾ ਹੱਕੀ ਸੰਘਰਸ਼ ਹੈ, ਕਿਸਾਨੀ ਦੇ ਜੀਣ ਮਰਨ ਦਾ ਸੰਘਰਸ਼ ਹੈਗਾ ਹੈ ਔਰ ਖਾਸ ਤੌਰ ਤੇ ਇਕੱਲੀ ਕਿਸਾਨੀ ਨਹੀਂ, ਸਾਰੇ ਜਿੰਨੇ ਵੀ ਮਿਹਨਤਕਸ਼ ਲੋਕ ਹੈ, ਚਾਹੇ ਵਪਾਰੀ ਹੈ, ਚਾਹੇ ਉਹ ਛੋਟੇ ਦੁਕਾਨਦਾਰ ਹੈ, ਚਾਹੇ ਉਹ ਟਰਾਂਸਪੋਰਟਰ ਹੈ, ਚਾਹੇ ਰੇਹੜੀਆਂ ਰਿਕਸ਼ਾ ਵਾਲੇ ਹੈਗੇ ਹੈ, ਜਿਹਨਾਂ ਕਿਉਂਕਿ ਪੰਜਾਬ ਦੀ 60% ਆਬਾਦੀ ਪਿੰਡਾਂ 'ਚ ਔਰ ਕਿਸਾਨੀ ਦੇ ਆਧਾਰਿਤ ਪੰਜਾਬ ਦੀ ਸਾਰਾ ਅਰਥਚਾਰਾ ਚੱਲਦਾ ਹੈਗਾ। ਹੁਣ ਵੀ ਇਹਨਾਂ ਮਾੜੇ ਸਮਿਆਂ 'ਚ ਵੀ ਕੋਈ 50,000 ਕਰੋੜ ਰੁਪਇਆ ਪੰਜਾਬ 'ਚ ਆਇਆ ਹੈਗਾ ਝੋਨੇ ਦੇ ਕਣਕ ਰਾਹੀਂ, ਜਿਹਦੇ ਨਾਲ ਮਾਰਕੀਟ ਵੱਧਦੀ ਫੁੱਲਦੀ ਹੈ, ਮਾਰਕੀਟ ਸਮਾਨ ਵਿਕਦਾ ਹੈਗਾ। ਸੋ ਸ਼ਹਿਰੀ ਵਰਗ ਜਿਹੜਾ ਅਜੇ ਤੱਕ ਤਕਰੀਬਨ ਬੇਵਾਸਤਗੀ ਦਿਖਾ ਰਿਹਾ ਕਿਸਾਨ ਸੰਘਰਸ਼ ਨਾਲ, ਉਹਨੂੰ ਇਹ ਸਮਝ ਨਹੀਂ ਆ ਰਹੀ ਕਿ ਜਿੱਦਣ ਇਹ ਸਾਰਾ ਇਹ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨ ਤਾਂ ਸ਼ਾਇਦ ਬਚ ਜਾਣਗੇ, ਉਹਨਾਂ ਕੋਲ ਜਿਹਦੇ ਕੋਲ ਕਿੱਲਾ ਜ਼ਮੀਨ ਹੈ ਉਹ ਖੇਤੀ ਵੀ ਕਰ ਲੂਗਾ, ਆਪਣੇ ਜੋ ਦਾਣੇ ਵੀ ਪੈਦਾ ਕਰ ਲੂ, ਸਬਜ਼ੀ ਵੀ ਪੈਦਾ ਕਰ ਲੂ, ਇੱਕ ਮੈਸ ਵੀ ਰੱਖ ਲੂਗਾ, ਦੁੱਧ ਵੀ ਲੈ ਲੂਗਾ, ਉਹ ਮਰ ਨਹੀਂ ਲੱਗਿਆ। ਪਰ ਸ਼ਹਿਰੀ ਮੱਧ ਵਰਗ, ਸ਼ਹਿਰੀ ਗਰੀਬ ਵਰਗ, ਸ਼ਹਿਰੀ ਜਿਹੜਾ ਛੋਟਾ ਮੁਲਾਜ਼ਮ ਹੈ, ਇਹਦੇ ਜ਼ਰੂਰ ਮਰਨ ਦੇ ਇਮਕਾਨ ਹੈਗੇ। ਇਹ ਜਿਹੜਾ ਅੱਜ ਜਿਹੜਾ ਜਿਹੜੀ ਅੱਜ ਮੱਕੀ ਦਾ ਆਟਾ ਹੈਗਾ, ਤੁਸੀਂ ਦੇਖ ਰਹੇ ਹੋ ਕਿ ਜਿਹੜੀ ਮੱਕੀ 900 ਰੁਪਏ ਕੁਇੰਟਲ ਹੁਸ਼ਿਆਰਪੁਰ ਤੋਂ ਵਿਕਦੀ ਹੈ, ਉਹ ਬਾਬਾ ਰਾਮ ਦੇ ਪਤੰਜਲੀ ਦੇ ਸਟੋਰਾਂ ਚੋਂ ਉਹ 45 ਰੁਪਏ ਕਿਲੋ ਆਟਾ ਮਿਲਦਾ ਹੈਗਾ। ਔਰ ਜਿਹੜੀ ਕਣਕ ਅੱਜ ਕਿਸਾਨਾਂ ਕੋਲ 1800 ਰੁਪਏ ਲੈ ਕੇ, ਜਿਹੜੀਆਂ ਤੀਜਾ ਕਾਨੂੰਨ ਹੈ ਜ਼ਰੂਰੀ ਵਸਤਾਂ ਦੇ ਜਿਹੜੀ ਪ੍ਰਤੀਬੰਧ ਹਟਾਇਆ ਹੈਗਾ ਸਟੋਰੇਜ ਦਾ, ਲੱਖਾਂ ਟਨ ਅਨਾਜ ਹੁਣ ਪ੍ਰਾਈਵੇਟ ਸੈਕਟਰ ਸਟੋਰ ਕਰ ਸਕਦਾ ਔਰ ਆਪਣੇ ਮਨ ਮਰਜ਼ੀ ਦੇ ਵੇਚ ਸਕਦਾ। ਔਰ ਸਰਕਾਰ ਉਦੋਂ ਦਖਲ ਦੇ ਵੀ ਕਾਨੂੰਨ 'ਚ ਲਿਖਿਆ ਕਿ ਜੇ ਜਿਹੜੇ ਭਾਅ ਹੈਗੇ ਆ ਉਹ ਦੁੱਗਣੇ ਤੋਂ ਵੱਧ ਹੋ ਜਾਣ। ਸੋ ਇਸ ਦਾ ਮਤਲਬ ਹੈ ਕਿ ਮਨਾਹੀਆਂ ਕਰਨ ਵਾਸਤੇ ਉਹਨਾਂ ਨੂੰ ਖੁੱਲ੍ਹਾ ਮੈਦਾਨ ਦਿੱਤਾ ਜਾ ਰਿਹਾ, ਜਿਹਦੇ ਖਿਲਾਫ ਸੰਘਰਸ਼ ਚੱਲ ਰਿਹਾ ਤੇ ਉਹਦੇ ਸਰਕਾਰ ਦੀ ਮਨਸ਼ਾ ਇਹ ਹੈਗੀ ਹੈ ਕਿ ਇਸ ਸੰਘਰਸ਼ ਨੂੰ ਜਾਂ ਬਦਨਾਮ ਕੀਤਾ ਜਾਵੇ ਜਾਂ ਇਹਨੂੰ ਖੇਰੂ ਕੀਤਾ ਜਾਵੇ, ਇਹਨਾਂ 'ਚ ਫੁੱਟ ਪਾਈ ਜਾਵੇ, ਇਹਨਾਂ 'ਚ ਬੰਦੇ ਖਰੀਦੇ ਜਾਣ, ਜਿਹਨਾਂ ਸਰਕਾਰ ਹੁਣ ਤੱਕ ਕਾਮਯਾਬ ਨਹੀਂ ਹੋਈ। ਸਰਕਾਰ ਨੇ ਪਹਿਲਾਂ ਕਿਹਾ ਕਿ ਖਾਲਿਸਤਾਨੀ ਹੈਗੇ ਆ, ਬਾਅਦ 'ਚ ਕਿਹਾ ਹੈ ਅਰਬਨ ਨਕਸਲ ਹੈਗੇ ਆ, ਬਾਅਦ 'ਚ ਕਿਹਾ ਹੈ ਮਾਓਵਾਦੀ ਹੈਗੇ ਆ। ਸੋ ਸਰਕਾਰ ਆਪਣੇ ਜੋ ਬਹੁਤ ਸੰਖਿਅਕਵਾਦ ਦਾ ਉਹਨੂੰ ਪੱਠੇ ਪਾਉਣ ਵਾਸਤੇ ਜਾਂ ਜਿਹੜੀ ਕਾਊ ਬੈਲਟ ਹੈਗੀ ਉਹਦੇ 'ਚ ਇੱਕ ਮਾਹੌਲ ਤਿਆਰ ਕਰਨ ਵਾਸਤੇ ਮਤਲਬ ਕਿਸਾਨੀ ਸੰਘਰਸ਼ ਦੇ ਖਿਲਾਫ ਇਦਾਂ ਦੇ ਜਿਹੜੇ ਮਤਲਬ ਸ਼ੋਸ਼ੇ ਹੈਗੀ ਹੈ ਜਾਂ ਇਦਾਂ ਦੇ ਝੂਠੇ ਇਲਜ਼ਾਮ ਉਹ ਲਾਉਂਦੀ ਪਈ ਹੈ। ਸਭ ਲੋਕੀ ਜਾਣਦੇ ਕਿ ਉੱਤੇ ਮੈਂ 5 ਵਾਰ ਜਾ ਕੇ ਆਇਆ ਦਿੱਲੀ ਵਿੱਚ, ਮੈਨੂੰ ਕੋਈ ਉੱਥੇ ਇਹ ਨਹੀਂ ਲੱਗਿਆ ਕਿ ਇੱਥੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਜਾਂ ਖਾਲਿਸਤਾਨੀ ਸੰਘਰਸ਼ ਹੈਗਾ। ਇਹ ਪੰਜਾਬ ਦਾ ਸੰਘਰਸ਼ ਹੈ, ਲੋਕਾਂ ਦਾ ਸੰਘਰਸ਼ ਹੈ, ਕਿਸਾਨੀ ਦਾ ਸੰਘਰਸ਼ ਹੈ, ਮਨੁੱਖਤਾ ਵਾਸਤੇ ਸੰਘਰਸ਼ ਹੈ, ਦੇਸ਼ ਦੇ ਭਵਿੱਖ ਵਾਸਤੇ ਸੰਘਰਸ਼ ਹੈ, ਆਮ ਲੋਕਾਂ ਵਾਸਤੇ ਸੰਘਰਸ਼ ਹੈਗਾ। ਸੋ ਇਹਨੂੰ ਜੇ ਕੋਈ ਇਹਨੂੰ ਫਿਰ ਖਾਲਿਸਤਾਨੀ ਕਹਿੰਦਾ ਹੈਗਾ ਤਾਂ ਆਪਾਂ ਸਾਰੇ ਲੜਨ ਵਾਲੇ ਲੋਕ ਸਾਨੂੰ ਖਾਲਿਸਤਾਨੀ ਕਹਿ ਲੈਣ ਤੇ ਸਾਨੂੰ ਫੜ ਲੈਣ, ਸਾਨੂੰ ਅੰਦਰ ਕਰ ਦੇਣ। ਲੱਖਾਂ ਪੰਜਾਬੀ ਆਪਣੇ ਹੱਕਾਂ ਵਾਸਤੇ ਇਸ ਕੰਮ ਨੂੰ ਕੁਰਬਾਨੀ ਦੇਣ ਨੂੰ ਤਿਆਰ ਹੈਗੇ ਜੀ। ਇਹ ਡਾਕਟਰ ਸਾਹਿਬ ਅਕਸਰ ਹੁੰਦਾ ਹੈ ਕਿ ਵੋਟ ਬੈਂਕ ਨੂੰ ਫਲੋਟ ਕਰਨ ਵਾਸਤੇ ਜਾਂ ਐਂਟੀ ਖਾਲਿਸਤਾਨ ਵੋਟ ਲੈਣ ਵਾਸਤੇ ਪਹਿਲਾਂ ਕਾਂਗਰਸ ਵੀ ਇਹੀ ਕੁਛ ਕਰਦੀ ਰਹੀ, ਫਿਰ ਪੰਜਾਬ ਦੀ ਭਾਜਪਾ ਨੇ ਵੀ ਕੀਤਾ, ਪੰਜਾਬ ਕਾਂਗਰਸ ਨੇ ਵੀ ਕੀਤਾ। ਹਰਜੀਤ ਸਿੰਘ ਸੱਜਣ ਐਜ਼ ਏ ਡਿਪਲੋਮੈਟ ਡਿਫੈਂਸ ਮਿਨਿਸਟਰ ਆਏ, ਉਹਨਾਂ 'ਤੇ ਵੀ ਕਪਤਾਨ ਸਰਕਾਰ ਨੇ ਆਖਿਆ ਕਿ ਖਾਲਿਸਤਾਨੀ ਨੇ ਇਹ ਜਿਹੜਾ ਪੱਤਾ ਸਮੇਂ ਕੈਸ਼ ਕਰਦੇ ਰਹੇ। ਪਰ ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਦਾਅਵੇ ਪੇਸ਼ ਕਰਨੇ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਸੁਪਰੀਮ ਕੋਰਟ ਇਸ ਬਣਾ ਤੇ ਕੋਈ ਸਖਤ ਐਕਸ਼ਨ ਲੈ ਸਕਦਾ ਇਸ ਮੋਰਚੇ ਤੇ? ਸੁਪਰੀਮ ਕੋਰਟ ਨੂੰ ਬਹਾਨੇ ਚਾਹੀਦੇ ਆ। ਸੁਪਰੀਮ ਕੋਰਟ ਨੂੰ ਬਹੁਤ ਵੱਡਾ ਬਹਾਨਾ ਹੈ ਕਿ ਇਹਦੇ ਵਿੱਚ ਤਥਾ ਕਥਿਤ ਦੇਸ਼ ਨੂੰ ਤੋੜਨ ਵਾਲੇ ਅੰਸ਼ ਸ਼ਾਮਲ ਹੈਗੇ ਜਿਹਨਾਂ ਨੂੰ ਖਾਲਿਸਤਾਨੀ ਕਹਿੰਦੇ ਆ, ਜਾਂ ਮਾਓਵਾਦੀ ਸ਼ਾਮਲ ਹੈ ਜਿਹੜੇ ਹਿੰਸਾ ਯਕੀਨ ਕਰਦੇ ਹੈਗੇ ਆ। ਸੁਪਰੀਮ ਕੋਰਟ ਜੇ ਇਹ ਇਹਨਾਂ ਦੀ ਝੂਠੀਆਂ ਸੱਚੀਆਂ ਰਿਪੋਰਟਾਂ CID ਦੀਆਂ ਜਾਂ IB ਦੀਆਂ ਲੈ ਕੇ ਸੁਪਰੀਮ ਕੋਰਟ 'ਚ ਪੇਸ਼ ਕਰ ਦੇਣਗੇ ਤਾਂ ਲਾਜ਼ਮੀ ਤੌਰ ਤੇ ਸੁਪਰੀਮ ਕੋਰਟ ਇਸ ਪਾਸੇ ਸੰਗਿਆਨ ਲੈ ਕੇ ਕੋਈ ਮਤਲਬ ਸ਼ਿਕੰਜਾ ਖਿੱਚ ਸਕਦੀ ਜਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਸਕਦੀ ਹੈਗੀ। ਇਸੇ ਕਰਕੇ ਮੈਂ ਚੁਣੌਤੀ ਦਿੱਤੀ ਹੈ ਕਿ ਜੇ ਤੁਸੀਂ ਕਿਹਨੂੰ ਕਹਿੰਦੇ ਖਾਲਿਸਤਾਨੀ ਸੰਘਰਸ਼ ਹੈ ਤਾਂ ਅਸੀਂ ਸਾਰੇ ਪੰਜਾਬੀ ਖਾਲਿਸਤਾਨੀ ਹੈ, ਸਭ ਤੋਂ ਉੱਪਰ ਮੇਰਾ ਨਾਂ ਲਿਖੋ ਤੁਸੀਂ, ਤਾਂ ਹੀ ਮੈਂ ਕੱਲ ਇਹ ਬਿਆਨ ਦਿੱਤਾ ਸੀਗਾ। ਤੇ ਇਸ ਕਰਕੇ ਮੈਂ ਸਮਝਦਾ ਕਿ ਸਾਰੇ ਪੰਜਾਬ ਨੂੰ ਆਪਣੇ ਹੱਕਾਂ ਵਾਸਤੇ ਜੋ ਖੜੇ ਹੈਗੇ ਡਟੇ ਰਹਿਣਾ ਚਾਹੀਦਾ ਹੈਗਾ ਔਰ ਸਰਕਾਰ ਦੀਆਂ ਨਾ ਗਿੱਦੜ ਭਪਕੀਆਂ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ ਔਰ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਉਹਨਾਂ ਨੂੰ ਸੰਘਰਸ਼ ਨੂੰ ਸਿਰੇ ਲਾਉਣਾ ਚਾਹੀਦਾ ਹੈਗਾ। ਸਾਰਾ ਪੰਜਾਬ ਅੱਜ ਦਿੱਲੀ ਸੰਘਰਸ਼ ਦੇ ਜਿਹੜੇ ਸਾਥੀ ਨੇ ਬੈਠੇ ਉਹਨਾਂ ਦੇ ਨਾਲ ਹੈਗਾ ਔਰ 26 ਤਰੀਕ ਨੂੰ ਅਸੀਂ ਸਾਰੇ ਲੋਕ ਜਿਸ ਘਰ ਚੋਂ ਵੀ ਇੱਕ ਬਜ਼ੁਰਗਾਂ ਨੂੰ ਛੱਡ ਕੇ, ਔਰਤਾਂ ਨੂੰ ਛੱਡ ਕੇ, ਬਿਮਾਰਾਂ ਨੂੰ ਛੱਡ ਕੇ ਜਾਂ ਬੱਚਿਆਂ ਨੂੰ ਛੱਡ ਕੇ, ਜਿਹੜਾ ਵੀ ਏਬਲ ਪਰਸਨ ਹੈਗਾ, ਜਿਹੜਾ ਵੀ ਬੰਦਾ ਤੁਰ ਫਿਰ ਸਕਦਾ ਜਾਂ ਤੰਦਰੁਸਤ ਹੈਗਾ, ਉਹ ਦਿੱਲੀ ਪਹੁੰਚੂਗਾ ਔਰ ਮੋਦੀ ਸਰਕਾਰ ਦੇ ਜਿਹੜੇ ਬੋਲੇ ਕੰਨ ਹੈ ਉਹਨਾਂ ਸੁਣਾਉਣੀ ਕਰੂਗਾ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਕਿਉਂਕਿ ਖਾਲਿਸਤਾਨ ਦੀ ਲੜਾਈ ਦਾ ਜਿਹੜਾ ਮੁੱਖ ਕੇਂਦਰ ਹੈ ਉਹ ਪੰਜਾਬ ਹੈ, ਮੰਨ ਲਿਆ, ਹੁਣ ਇਸ ਮਾਮਲੇ 'ਚ ਪਾਰਟੀ ਜੇ ਸਰਕਾਰ ਇਹਨਾਂ ਰਿਪੋਰਟਾਂ ਦੇ ਆਧਾਰ 'ਤੇ ਕਹਿੰਦੀ ਹੈ ਤਾਂ ਪੰਜਾਬ ਪੁਲਿਸ ਦੀਆਂ ਰਿਪੋਰਟਾਂ, ਪੰਜਾਬ ਦੇ ਗ੍ਰਹਿ ਮੰਤਰਾਲੇ ਦੀਆਂ ਰਿਪੋਰਟਾਂ ਵੀ ਭਾਰਤ ਸਰਕਾਰ ਦੇ ਉਹਨਾਂ ਹਵਾਲਿਆਂ ਨੂੰ ਕਾਊਂਟਰ ਕਰਨਗੀਆਂ। ਕੀ ਇਸ ਵਕਤ ਪੰਜਾਬ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਨਹੀਂ, ਜਿੱਥੇ ਕਿਹਾ ਜਾ ਰਿਹਾ ਹੈ ਕਿ ਖਾਲਿਸਤਾਨੀ ਇਨਪੁਟ ਹੈ, ਪੰਜਾਬ ਸਰਕਾਰ ਦੀ ਆਪਣੀ ਇੰਟੈਲੀਜੈਂਸ ਹੈ, ਪੰਜਾਬ ਦੇ MP ਨੇ ਜਿਹੜੇ ਜਿੰਨੇ ਵੀ ਪਾਰਟੀਆਂ ਦੇ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਪੰਜਾਬ ਦੀ ਸਾਰੀ ਵਿਧਾਨ ਸਭਾ, ਕੀ ਉਹ ਇਸ ਮਾਮਲੇ 'ਚ ਜੇ ਪਾਰਟੀ ਬਣਦੀ ਹੈ ਤਾਂ ਇਹ
ਭਾਰਤ ਸਰਕਾਰ ਦਾ ਇਹ ਖਾਲਿਸਤਾਨੀ ਦਾ ਦਾਅਵਾ ਜਿਹੜਾ ਹੈਗਾ ਉਹ ਠੁੱਸ ਨਹੀਂ ਕੀਤਾ ਜਾ ਰਿਹਾ ਇਸ ਵਕਤ? ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣੇ ਕੀ ਇਹ ਵਾਕਈ ਖਾਲਿਸਤਾਨੀ ਮੂਵਮੈਂਟ ਆ, ਜਾਂ ਉਸ ਮੂਵਮੈਂਟ ਨੂੰ ਕੀ ਵੇਖਦੇ ਨੇ ਕਿ ਇਹਨਾਂ ਦਾ ਹਲਫਨਾਮਾ ਜਾਂ ਇਹਨਾਂ ਦਾ ਉੱਥੇ ਪਾਰਟੀ ਬਣਨਾ ਇਸ ਵਕਤ ਕਪਤਾਨ ਸਾਹਿਬ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ? ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਕਪਤਾਨ ਸਾਹਿਬ ਰਾਜ ਦੇ ਮੁਖੀ ਹੈਗੇ ਆ, ਸਾਰੀ CID ਸਾਰੀ ਹੋਮ ਡਿਪਾਰਟਮੈਂਟ ਉਹਨਾਂ ਕੋਲ ਹੈਗਾ ਹੈ, ਔਰ ਉਹਨਾਂ ਨੂੰ ਪਤਾ ਹੈ ਕਿ ਪੰਜਾਬ 'ਚ 2020 ਦੇ ਨਾਂ ਤੇ ਕਿੰਨੀ ਸਰਗਰਮੀ ਹੋਈ ਹੈ। ਉਹਨਾਂ ਨੂੰ ਸਭ ਪਤਾ ਕਿ ਪੰਜਾਬ 'ਚ ਕੋਈ ਹਲਚਲ ਨਹੀਂ ਹੈ ਇਸ ਮਾਮਲੇ 'ਚ, ਖਾਲਿਸਤਾਨ ਦਾ ਕੋਈ ਵਜੂਦ ਨਹੀਂ, ਨਾ ਖਾਲਿਸਤਾਨੀਆਂ ਦਾ ਕੋਈ ਉਸ ਤਰ੍ਹਾਂ ਵਜੂਦ ਹੈਗਾ। ਇੱਕਾ ਜਿਹੜੇ ਸ਼ਖਸ ਹੈਗੇ ਉਹਨਾਂ ਦੀ ਧਾਰਨਾ ਹੋ ਸਕਦੀ ਹੈ, ਉਹ ਕਿਸੇ ਨੂੰ ਤੁਸੀਂ ਰੋਕ ਨਹੀਂ ਸਕਦੇ। ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਸਾ ਵਾਸਤੇ ਸ਼ਾਂਤਮਈ ਪ੍ਰਚਾਰ ਕਰਨਾ ਲੋਕਾਂ ਦਾ ਬੁਨਿਆਦੀ ਹੱਕ ਹੈਗਾ, ਸਾਡੀ ਸੁਪਰੀਮ ਕੋਰਟ ਕਹਿੰਦੀ ਹੈ। ਸੋ ਉਹਨਾਂ ਤੇ ਕੋਈ ਕੇਸ ਨਹੀਂ ਬਣਦਾ, ਨਾ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਆ, ਨਾ ਕਰਨਾ ਚਾਹੀਦਾ ਹੈਗਾ। ਮੈਂ ਇਹਦੇ ਖਿਲਾਫ ਹੈਗਾ। ਪਰ ਨਾਲ ਦੀ ਨਾਲ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਕੇਂਦਰ ਰਾਜ ਸੰਬੰਧਾਂ ਦਾ ਮੁੱਦਾ ਹੈਗਾ, ਜੋ ਕੇਂਦਰ ਨੇ ਪੰਜਾਬ ਦੇ ਹੱਕਾਂ ਦੇ ਡਾਕਾ ਮਾਰਿਆ, ਮੈਂ ਆਪਣੀ ਤੁਹਾਡੀ ਦੱਸਣਾ ਚਾਹੁੰਦਾ ਤੁਹਾਡੇ ਸਰੋਤਿਆਂ ਨੂੰ ਕਿ ਖੇਤੀ ਹੈਗੀ ਹੈ, ਇਹ ਸੰਵਿਧਾਨ ਦੀ ਰਾਜਾਂ ਦੀ ਸੂਚੀ ਜਿਹੜੀ ਮਤਲਬ 6ਵੀਂ ਧਾਰਾ ਹੈਗੀ ਹੈ, ਉਹਦੇ ਵਿੱਚ ਇਹ ਰਾਜ ਦਾ ਵਿਸ਼ਾ ਹੈਗਾ। ਔਰ ਜਿਹੜਾ ਮੰਡੀਕਰਨ ਹੈ ਇਸ ਰਾਜਾਂ ਦੀ ਸੂਚੀ ਦੇ 28ਵੇਂ ਮੱਦ ਵਿੱਚ ਇਹ ਵੀ ਰਾਜਾਂ ਦਾ ਵਿਸ਼ਾ ਹੈਗਾ। ਇਸ ਤੋਂ ਪਹਿਲਾਂ ਵਿਦਿਆ, ਪਾਣੀ, ਵਾਟਰਸ, ਕਿੰਨੇ ਸਬਜੈਕਟ ਜਿਹੜੇ ਰਾਜਾਂ ਤੋਂ ਖੋ ਕੇ ਕੇਂਦਰ ਆਪਣੇ ਪਹਿਲਾਂ ਸਮਵਰਤੀ ਸੂਚੀ 'ਚ ਪਾਏ ਆ, ਕੰਕਰੰਟ ਲਿਸਟ 'ਚ ਪਾਏ ਆ, ਬਾਅਦ ਕੇਂਦਰ ਸਿੱਧੇ ਲੈ ਗਿਆ। ਸੋ ਇਸ ਕਰਕੇ ਹੁਣ ਨਵਾਂ ਹਮਲਾ ਕੀਤਾ ਰਾਜਾਂ ਦੇ ਅਧਿਕਾਰਾਂ ਤੇ, ਜਿਹਦੇ ਖਿਲਾਫ ਪੰਜਾਬ ਨੇ ਬੜੀ ਥੋੜੀ ਜਿਹੀ ਅੰਸ਼ਕ ਜਿਹੀ ਰਜਿਸਟੈਂਸ ਦਿਖਾਈ ਹੈ। ਮੈਂ ਉਹਦਾ ਸਵਾਗਤ ਕਰਦਾ ਹੈਗਾ। ਤੇ ਹੁਣ ਕੈਪਟਨ ਸਾਹਿਬ ਨੂੰ ਜਿਸ ਤਰ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਪੰਜਾਬ ਨੂੰ ਕੁੱਟਣ ਵਾਸਤੇ, ਖਾਸ ਤੌਰ ਸਿੱਖਾਂ ਨੂੰ ਕੁੱਟਣ ਵਾਸਤੇ, ਜਾਂ ਉਹਨਾਂ ਨੂੰ ਸਜ਼ਾ ਉਹਨਾਂ ਨੂੰ ਮਤਲਬ ਇੱਕ ਸਬਕ ਸਿਖਾਉਣ ਵਾਸਤੇ ਜੋ ਇੱਕ ਭੂਮੀ ਤਿਆਰ ਕੀਤੀ ਜਾ ਰਹੀ ਹੈ ਹਿੰਦੁਸਤਾਨੀ ਬਹੁਤ ਸੰਖਿਅਕ ਲੋਕਾਂ ਦੇ ਵਿੱਚ, ਜਾਂ ਜਿਹੜਾ ਕਾਊ ਬੈਲਟ ਹੈ, ਜਿਹੜੀ ਮਤਲਬ ਮੇਨ ਹਿੰਦੀ ਹਾਰਟਲੈਂਡ ਹੈ, ਜਾਂ ਬਾਕੀ ਜਿੱਥੇ BJP ਸਰਕਾਰਾਂ ਹੈਗੀਆਂ ਉਹਨਾਂ ਰਾਜਾਂ ਵਿੱਚ, ਤਾਂ ਇਹਨੂੰ ਠੱਲ ਪਾਉਣ ਵਾਸਤੇ, ਇਹਦਾ ਵਿਰੋਧ ਕਰਨ ਵਾਸਤੇ ਰਾਜ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ। ਪੰਜਾਬ ਦੇ ਹਿੱਤਾਂ ਵਾਸਤੇ, ਕਿਸਾਨਾਂ ਦੇ ਹਿੱਤਾਂ ਵਾਸਤੇ, ਪੰਜਾਬ ਦੇ ਸਮੁੱਚੇ ਜੋ ਪੰਜਾਬ ਦਾ ਅਰਥਚਾਰਾ ਉਹਦੇ ਹਿੱਤਾਂ ਵਾਸਤੇ। ਜੀ ਦੇਖੋ, ਬਿਲਕੁਲ ਪੰਜਾਬ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਠੀਕ ਹੈ, ਤੁਸੀਂ ਹਰਜੀਤ ਸਿੰਘ ਸੱਜਣ ਨੂੰ ਬਿਨਾਂ ਵਜ੍ਹਾ ਖਾਲਿਸਤਾਨੀ ਦੱਸਿਆ, ਹਾਲਾਂਕਿ ਗੁਆਂਢੀ ਸੂਬੇ ਦਾ ਮੁੱਖ ਮੰਤਰੀ ਹਾਰ ਪਾ ਕੇ ਉਹਦਾ ਸਵਾਗਤ ਕਰਦਾ ਕਿਉਂਕਿ ਸਟੇਟ ਗੈਸਟ ਹੈ, ਕਿਉਂਕਿ ਤੁਸੀਂ ਵੀ ਰਾਜਿਆਂ ਦੇ ਘਰਾਣੇ 'ਚੋਂ ਮਹਾਰਾਜਾ ਸਾਹਿਬ, ਕਿਉਂਕਿ ਜੇ ਦੁਸ਼ਮਣ ਦੇਸ਼ ਦਾ ਕੋਈ ਦੂਤ ਵੀ ਆਉਂਦਾ ਉਹਨੂੰ ਵੀ ਇਸ ਤਰ੍ਹਾਂ ਦੁਰਕਾਰਿਆ ਨਹੀਂ ਜਾਂਦਾ ਸੀ ਜਿਵੇਂ ਤੁਸੀਂ ਭਾਰਤ ਸਰਕਾਰ ਦੇ ਮਹਿਮਾਨ ਸਟੇਟ ਗੈਸਟ ਹਰਜੀਤ ਸਿੰਘ ਸੱਜਣ ਨੂੰ ਉਦੋਂ ਭੰਡਿਆ ਸੀ। ਡਾਕਟਰ ਸਾਹਿਬ, ਜਿਹੜਾ ਦੂਸਰਾ ਹੁਣ ਰਾਸ਼ਟਰਵਾਦ ਦਾ ਜਵਾਬ ਅਸਲੀ ਰਾਸ਼ਟਰਵਾਦ ਦੇ ਰਿਹਾ, ਜਵਾਨ ਦੇ ਨਾਲ ਕਿਸਾਨ ਵੀ ਪਰੇਡ ਕਰਨਾ ਚਾਹੁੰਦਾ ਤੇ ਭਾਰਤ ਸਰਕਾਰ ਕਹਿੰਦੀ ਇਹ 'ਚ ਛਵੀ ਖਰਾਬ ਹੋਏਗੀ। ਕੀ ਕਿਸਾਨ ਨੂੰ ਤਿਰੰਗਾ ਲੈ ਕੇ ਪਰੇਡ ਕਰਨ ਦਾ ਹੱਕ ਨਹੀਂ ਹੈ? ਇਸ ਬਾਰੇ 18 ਤਰੀਕ ਨੂੰ ਸੁਣਵਾਈ ਹੋਣੀ ਹੈ, ਉਹਦੇ ਬਾਰੇ ਕੀ? ਮੋਨੋਪੋਲੀ ਨਹੀਂ ਹੈ, ਕਿਸੇ ਸਰਕਾਰਾਂ ਦੀ ਮੋਨੋਪੋਲੀ ਨਹੀਂ ਹੈਗੀ ਹੈ। ਇਹ ਲੋਕਾਂ ਦਾ ਹੱਕ ਹੈ, ਲੋਕਤੰਤਰ ਹੈ, ਗਣਤੰਤਰ ਹੈ। ਉਹ ਗਣਤੰਤਰ ਦਿਵਸ ਹੈਗਾ ਹੈ ਤੇ ਉਹਦੇ 'ਚ ਮਤਲਬ ਸਾਨੂੰ ਹੱਕ ਹੈਗਾ ਲੋਕਾਂ ਨੂੰ ਕਿ ਆਪਣੇ ਮਤਲਬ ਮੰਗਾਂ ਵਾਸਤੇ ਜਾਂ ਮਤਲਬ ਆਪਣੇ ਤਰੀਕੇ ਨਾਲ ਉਹ ਦੇਸ਼ ਦੀ ਰਾਜਧਾਨੀ 'ਚ ਆਪਣਾ ਸ਼ਾਂਤ ਪਈ ਉਹ ਮਤਲਬ ਮਾਰਚ ਕਰ ਸਕਦੇ ਹੈਗੇ ਆ। ਸਰਕਾਰ ਨੂੰ ਕੋਈ ਹੱਕ ਨਹੀਂ ਹੈ ਕਿ ਸਮਾਜ ਤੇ ਰੋਕ ਲਾਈ ਜਾਵੇ ਕਿਸੇ ਵੀ ਬਹਾਨੇ, ਚਾਹੇ ਕਰੋਨਾ ਦਾ ਕਿਉਂ ਨਾ ਹੋਵੇ, ਚਾਹੇ ਉਹ ਮਤਲਬ ਅਮਨ ਸ਼ਾਂਤੀ ਦਾ ਹੋਵੇ, ਚਾਹੇ ਉਹ ਮਤਲਬ ਕਿ ਹੋਰ ਗੜਬੜ ਹੋ ਨਾ ਹੋਵੇ ਉਹਦਾ ਬਹਾਨਾ ਹੋਵੇ। ਇਹ ਬਿਲਕੁਲ ਸਰਕਾਰ ਦਾ ਸਾਡੇ ਸੰਘਰਸ਼ ਨੂੰ ਢਾਹ ਲਾਉਣ ਵਰਗਾ ਕਦਮ ਹੈਗਾ ਆ। ਔਰ ਇੱਕ ਝੂਠੇ ਜਿਹੜਾ ਨੈਸ਼ਨਲ ਸ਼ਾਵਨਿਜ਼ਮ, ਜਿਹੜਾ ਝੂਠਾ ਰਾਸ਼ਟਰੀ ਸ਼ਾਵਨਵਾਦ ਹੈ, ਉਹਨੂੰ ਪੱਠੇ ਪਾਉਣ ਵਾਲੀ ਗੱਲ ਹੈਗੀ ਹੈ। ਤੇ ਰਾਜਾਂ ਨੂੰ ਮਤਲਬ ਨਗੂਣੇ ਨਤਾਣੇ ਬਣਾ ਕੇ ਇੱਕ ਜਿਹੜਾ ਕੇਂਦਰੀਵਾਦੀ ਸੱਤਾ ਹੈਗੀ ਹੈ ਉਹਦਾ ਵਰਚਸਵ ਕਾਇਮ ਕਰਨਾ, ਜੋ ਤਾਕਤਾਂ ਦਾ ਕੇਂਦਰੀਕਰਨ ਹੈ, ਜੋ ਸੱਤਾ ਦਾ ਕੇਂਦਰੀਕਰਨ ਹੈ, ਜੋ ਸਾਧਨਾਂ ਦਾ ਕੇਂਦਰੀਕਰਨ ਹੈ, ਚਾਹੇ GST ਰਾਹੀਂ ਹੋਵੇ, ਚਾਹੇ ਉਹ ਮਤਲਬ ਹੁਣ ਕਾਨੂੰਨ ਇੱਕ ਤੋਂ ਬਾਅਦ ਦੂਜਾ ਰਾਜਾਂ ਕੋਲੋਂ ਖੋਹਣ ਦਾ ਮਾਮਲਾ ਹੋਵੇ, ਚਾਹੇ ਉਹ ਇੱਕ ਦੇਸ਼ ਇੱਕ ਭਾਸ਼ਾ ਦਾ ਮਾਮਲਾ ਹੋਵੇ, ਚਾਹੇ ਇੱਕ ਦੇਸ਼ ਇੱਕ ਮੰਡੀ ਦਾ ਮਾਮਲਾ ਹੋਵੇ, ਚਾਹੇ ਇੱਕ ਦੇਸ਼ ਇੱਕ ਰਾਸ਼ਨ ਕਾਰਡ ਦਾ ਮਾਮਲਾ ਹੋਵੇ, ਜਿਹੜਾ ਮਤਲਬ ਜਿਹਨੂੰ ਕਹਿੰਦੇ ਆ ਕਿ ਤੁਸੀਂ ਯੂਨਿਟਰੀ ਇੰਡੀਆ, ਇਕਾਤਮਕ ਭਾਰਤ ਬਣਾਉਣ ਦੇ, ਜਿਹੜਾ ਕਿ ਅਲਟੀਮੇਟਲੀ ਹਿੰਦੂ ਭਾਰਤ ਹੈਗਾ, ਜੋ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। ਇਹ ਭਾਰਤੀ ਸੰਵਿਧਾਨ ਦੀ ਜੋ ਇੱਕ ਭਾਵਨਾ ਹੈਗੀ ਹੈ ਕਿ ਇਹ ਰਾਜਾਂ ਦਾ ਸੰਘ ਹੈ, ਇੱਥੇ ਵੱਖ-ਵੱਖ ਵਿਲੱਖਣਤਾਵਾਂ ਹੈਗੀਆਂ, ਧਾਰਮਿਕ ਵਿਲੱਖਣਤਾਵਾਂ, ਕੌਮੀ ਵਿਲੱਖਣਤਾਵਾਂ, ਇਲਾਕਾਈ ਵਿਲੱਖਣਤਾਵਾਂ, ਇੱਥੇ ਭਾਸ਼ਾਈ ਵਿਲੱਖਣਤਾਵਾਂ, ਨਸਲੀ ਵਿਲੱਖਣਤਾਵਾਂ, ਇਹ ਵਿਲੱਖਣਤਾਵਾਂ ਦਾ ਮੁਲਕ ਹੈ। ਇਹਨੂੰ ਤੁਸੀਂ ਇੱਕ ਰੰਗ 'ਚ ਨਹੀਂ ਪਰੋ ਸਕਦੇ, ਇੱਕ ਢੰਗ 'ਚ ਨਹੀਂ ਪਰੋ ਸਕਦੇ। ਇੱਥੇ ਵਿਲੱਖਣਤਾਵਾਂ ਦੀ ਕਦਰ ਹੋਊਗੀ, ਉਹਨਾਂ ਨੂੰ ਖੇਡਣ ਵਾਸਤੇ, ਪਲਣ ਪਸਣ ਵਾਸਤੇ ਖੁੱਲਾ ਅਸਮਾਨ ਮਿਲੂਗਾ, ਤਾਂ ਇਹ ਭਾਰਤ ਬਚੂਗਾ। ਜੇ ਮੋਦੀ ਭਾਰਤ ਇਸ ਤਰ੍ਹਾਂ ਚਲਾਉਣਾ ਚਾਹੁੰਦਾ ਹੈਗਾ ਤਾਂ ਇਹ ਭਾਰਤ ਦੇ ਦੁਸ਼ਮਣ ਹੈ। ਮੋਦੀ ਦੁਸ਼ਮਣ ਭਾਰਤ ਦਾ ਮੋਦੀ ਹੈਗਾ, ਨਾ ਕਿ ਪੰਜਾਬੀ ਨੇ ਜਾਂ ਤਾਮਿਲਨਾਡੂ ਜਾਂ ਕੋਈ ਨਾਰਥ ਈਸਟ ਹੈਗਾ ਜੀ, ਜਾਂ ਕਸ਼ਮੀਰ ਹੈਗਾ ਜੀ। ਤੇ ਡਾਕਟਰ ਸਾਹਿਬ, ਤੁਹਾਡੇ ਵੀ ਬਹੁਤ ਸਾਰੇ ਮਿੱਤਰ, ਫੈਨ ਫਾਲੋਅਰ ਨੇ, ਆਪਣੀ ਆਡੀਅנס ਵੀ ਜ਼ਿਆਦਾ ਤੁਹਾਡੇ ਪਿੰਡ ਬਿਲਾਸਪੁਰ ਤੋਂ ਵੀ ਕਾਲ ਆਉਂਦੀ ਹੁੰਦੀ ਹੈ, ਤੇ ਨਾਲ ਦੁਨੀਆ ਦੇ ਹਰ ਹਿੱਸੇ 'ਚ ਲੋਕ ਤੁਹਾਨੂੰ ਸੁਣਨਾ
ਚਾਹੁੰਦੇ ਨੇ ਤੇ NRI ਦੀ ਇਸ ਅੰਦੋਲਨ ਨੂੰ ਵੱਡੀ ਸਪੋਰਟ ਹੈ, ਭਾਵੇਂ NRI ਕਿਸੇ ਵੀ ਖਿੱਤੇ ਦਾ। ਇਸ ਬਾਰੇ ਜਾਂਦੇ ਜਾਂਦੇ ਕੀ ਸੁਨੇਹਾ NRIs ਨੂੰ? ਧੜਕਦਾ ਜੀ, ਉਹਨਾਂ ਦਾ ਹਮੇਸ਼ਾ ਦਿਲ ਪੰਜਾਬ ਵਾਸਤੇ ਧੜਕਦਾ, ਚਾਹੇ ਉਹ ਬਲਵੰਤ ਰਾਮੂ ਵਾਲੀਆਂ ਹੋਣ, ਉਹਨਾਂ ਦੀ ਲਹਿਰ ਹੋਵੇ, ਚਾਹੇ ਆਪਣਾ ਮਨਪ੍ਰੀਤ ਬਾਦਲ ਦੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਹੁਣ ਕਿਸਾਨ ਅੰਦੋਲਨ ਹੋਵੇ। ਹਮੇਸ਼ਾ ਮਤਲਬ ਮੈਂ ਨਹੀਂ ਸਮਝਦਾ ਕਿਸੇ ਹੋਰ ਦੁਨੀਆ ਦਾ ਡਾਇਸਪੋਰਾ ਜਾਂ ਵਿਦੇਸ਼ ਬਸਣ ਵਾਲੇ ਜਿਹੜੇ ਉਸ ਦੇਸ਼ ਦੇ ਨਾਗਰਿਕ ਹੈ ਉਹ ਆਪਣੇ ਰਾਜ ਬਾਰੇ ਇੰਨੇ ਚਿੰਤਤ ਹੋਣ ਜਿੰਨੇ ਪੰਜਾਬੀ ਨੇ। ਪੰਜਾਬੀ ਡਾਇਸਪੋਰਾ ਨੇ, ਪੰਜਾਬੀ ਪ੍ਰਵਾਸੀ ਪੰਜਾਬੀ ਕਮਾਲ ਕਰ ਦਿੱਤੀ ਜੀ। ਤੁਸੀਂ ਕਿਆਸ ਨਹੀਂ ਕਰ ਸਕਦੇ ਕਿ ਇੰਨੀਆਂ ਮਿਹਨਤਾਂ ਕਰਦੇ ਨੇ, ਮਾੜੇ ਮੌਸਮਾਂ ਵਿੱਚ ਕੰਮ ਕਰਨ ਦੇ ਬਾਵਜੂਦ ਕਿਵੇਂ ਉਹ ਹਰ ਤਰ੍ਹਾਂ ਦੀ ਇਖਲਾਕੀ ਮਾਇਕ, ਹਰ ਤਰ੍ਹਾਂ ਦੀ ਮਦਦ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਹੈਗੇ ਜੀ। ਜੀ ਮਿਹਰਬਾਨੀ ਡਾਕਟਰ ਧਰਮਵੀਰ ਗਾਂਧੀ ਸਾਹਿਬ, ਬਹੁਤ ਬਹੁਤ ਧੰਨਵਾਦ। ਮੁਬਾਰਕਾਂ ਤੁਸੀਂ ਦਿੱਤੀਆਂ, ਇਹਦਾ ਵੀ ਤੁਹਾਡੇ ਲਈ ਮਸ਼ਕੂਰ ਹੈ। ਸੋ ਤੁਹਾਡੀ ਵੀ ਇਹ ਜਿਹੜਾ ਮਾਘੀ ਹੈ, ਲੋਹੜੀ ਹੈ, ਚੜ੍ਹਦੀ ਕਲਾ ਵਾਲੀ ਹੋਵੇ, ਦਲਿੱਦਰ ਜਾਵੇ, ਸਰਾਵੇ। ਮਿਹਰਬਾਨੀ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਮੈਂ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਪੱਤਰਕਾਰਤਾ ਕਰਦੇ ਹੋ ਦੇਖਦਾ ਆ ਰਿਹਾ ਜੀ। ਬਹੁਤ ਵਧੀਆ ਵਿਚਾਰ ਰੱਖਦੇ ਹੋ ਤੁਸੀਂ, ਧਰਮ ਨਿਰਪੱਖ, ਲੋਕਾਂ ਦੇ ਪੱਖ ਦੇ, ਔਰ ਜਿਹੜੀ ਸੱਚਾਈ ਦੀ ਗੱਲ ਤੁਸੀਂ ਕੀਤੀ ਹੈਗੀ। ਤੁਹਾਡੇ ਵਰਗੇ ਪੱਤਰਕਾਰ ਜੇ ਇੱਕ ਫੀਲਡ ਮਲਦੇ ਹੈਗੇ ਆ ਜਾਂ ਆਪਣੀ ਜਿਹੜੀ ਆਜ਼ਾਦੀ ਹੈ, ਆਜ਼ਾਦਾਨਾ ਸੋਚ ਨਾਲ ਚੱਲਦੇ ਆ, ਤਾਂ ਸਾਰੇ ਸਮਾਜ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਔਰ ਬੜੀ ਉਹਨਾਂ ਵਾਸਤੇ ਇੱਕ ਪ੍ਰਾਪਤੀ ਵਾਲੀ ਗੱਲ ਵੀ ਹੈਗੀ। ਮਿਹਰਬਾਨੀ ਡਾਕਟਰ ਗਾਂਧੀ ਸਾਹਿਬ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਥੈਂਕ ਯੂ। ਸੋ ਇਨਸਾਨੀਅਤ ਦਾ ਝੰਡਾ ਪਰਚਮ ਕਰਨ ਵਾਲੀ ਪ੍ਰੋਫੈਸ਼ਨ ਪੱਖੋਂ ਭਾਵੇਂ ਇਹ ਸ਼ਖਸੀਅਤ ਮੈਡੀਕਲ ਦੇ ਨਾਲ ਜੁੜੀ ਹੈ, ਸ਼ਖਸੀਅਤ ਇੱਦਾਂ ਦੀ ਹੈ ਕਿ ਕਈ ਵਾਰ ਅਗਲਾ ਦਵਾਈ ਲੈਣ ਆਉਂਦਾ, ਉਹਦੀ ਫੀਸ ਤਾਂ ਕੀ ਲੈਣੀ ਹੈ, ਦਵਾਈ ਦੇ ਨਾਲ ਕਿਰਾਏ ਦੇ ਪੈਸੇ ਵੀ ਕੋਲੋਂ ਦੇ ਦਿੰਦੇ ਨੇ। ਸੋ ਇਸ ਤਰ੍ਹਾਂ ਦੀਆਂ ਮਾਇਨਾਜ਼ ਸ਼ਖਸੀਅਤਾਂ ਵੀ ਇਸੇ ਪੰਜਾਬ ਦੇ ਵਿੱਚ ਨੇ। ਸਿਰਫ ਨਾ ਹੀ ਧਰਮਵੀਰਾਂ ਨਹੀਂ, ਕਰਮ ਵੀ ਧਰਮਵੀਰ ਹੈ ਇਹਨਾਂ ਮਾਣਯੋਗ ਸ਼ਖਸੀਅਤਾਂ ਦੇ। ਤੁਸੀਂ ਇਸ ਸਾਰੇ ਵਰਤਾਰੇ ਬਾਰੇ, ਕਿਉਂਕਿ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਦੀ ਇਹ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਮੋਦੀ ਸਰਕਾਰ ਨੇ ਖਾਲਿਸਤਾਨ ਦਾ ਰਾਗ ਅਲਾਪਿਆ ਹੈ ਤਾਂ ਇਹ ਖਾਲਿਸਤਾਨ ਦੀ ਕਰਮ ਭੂਮੀ ਹੈ। ਕੀ ਕੈਪਟਨ ਅਮਰਿੰਦਰ ਸਿੰਘ ਨੂੰ, ਜਿਨ੍ਹਾਂ ਨੇ ਖਾਲਿਸਤਾਨੀ ਅਹਿਦਨਾਮੇ 'ਤੇ ਵੀ ਸਾਈਨ ਕੀਤੇ ਸੀ, ਡਿਕਸੀ ਗੁਰੂ ਘਰ ਜਿੱਥੇ ਖਾਲਿਸਤਾਨ ਜਿੰਦਾਬਾਦ ਲਿਖਿਆ ਸੀ ਉੱਥੇ ਖੜ੍ਹ ਕੇ ਵੀ ਸਪੀਚ ਦਿੱਤੀ ਸੀ, ਕੀ ਭਾਰਤ ਸਰਕਾਰ ਦੇ ਜਿਹੜੇ ਇਹ ਕੇਸ ਬਣਾਏ ਜਾ ਰਹੇ ਨੇ ਕਿ ਇਹ ਜਿਹੜੇ ਲੋਕ ਨੇ ਖਾਲਿਸਤਾਨੀ ਨੇ, ਕੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅੱਜ ਕੋਈ ਇਨਪੁਟ ਇਸ ਕੇਸ ਦੇ ਵਿੱਚ ਦੇਣ ਦੀ ਜ਼ਰੂਰਤ ਨਹੀਂ ਕਿ ਇਹ ਕਿਸਾਨ ਨੇ ਜਾਂ ਇਹ ਖਾਲਿਸਤਾਨੀ ਨੇ? ਕੀ ਕੈਪਟਨ ਅਮਰਿੰਦਰ ਸਿੰਘ ਦਾ ਕੋਰਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਲਫਨਾਮਾ ਸਮੇਂ ਦੀ ਜ਼ਰੂਰਤ ਨਹੀਂ ਹੈ? ਇਸ ਬਾਰੇ ਕਪਤਾਨ ਸਾਹਿਬ ਨੇ ਪਰਸੋਂ ਨੂੰ ਮੀਟਿੰਗ ਸੱਦੀ ਹੈ, ਪਰ ਮੈਂ ਸਮਝਦਾ ਕਿ ਅੱਜ ਇਸ ਬਾਰੇ ਉਹਨਾਂ ਦਾ ਬਿਆਨ ਆਉਣਾ ਚਾਹੀਦਾ। ਜੇ ਡਾਕਟਰ ਧਰਮਵੀਰ ਗਾਂਧੀ ਕਹਿ ਸਕਦਾ ਕਿ ਜੇ ਕਿਸਾਨ ਖਾਲਿਸਤਾਨੀ ਨੇ ਤਾਂ ਮੈਂ ਪਹਿਲਾ ਖਾਲਿਸਤਾਨੀ ਹਾਂ, ਮੈਨੂੰ ਕਰੋ ਅਰੈਸਟ, ਕੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਖਾਲਿਸਤਾਨੀ ਅਹਿਦਨਾਮਿਆਂ ਦੇ ਸਾਈਨ ਵੀ ਕਰਦੇ ਰਹੇ ਨੇ, ਕੀ ਅੱਜ ਕੈਪਟਨ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਬੋਲਣ ਦੀ ਜ਼ਰੂਰਤ ਨਹੀਂ? ਕਿਉਂਕਿ ਵਿਰਸਾ ਸਿੰਘ ਬਲਟੋਹਾ ਨੇ ਵੀ ਸਦਨ 'ਚ ਕਿਹਾ ਸੀ ਕਿ ਜੇ ਅੱਤਵਾਦੀ ਹੋਣਾ ਗੁਨਾਹ ਹੈ ਤਾਂ ਮੈਂ ਵੀ ਅੱਤਵਾਦੀ ਹਾਂ, ਮੈਂ ਵੀ ਖਾਲਿਸਤਾਨੀ ਹਾਂ। ਅਤੇ ਫਿਰ ਜੇ ਡਾਕਟਰ ਗਾਂਧੀ ਇਹ ਕਹਿ ਸਕਦੇ ਨੇ ਜੇ ਕਿਸਾਨ ਤੁਹਾਨੂੰ ਖਾਲਿਸਤਾਨੀ ਨਜ਼ਰ ਆਉਂਦੇ ਨੇ ਤਾਂ ਫਿਰ ਮੈਂ ਵੀ ਖਾਲਿਸਤਾਨੀ ਹਾਂ, ਮੈਨੂੰ ਗ੍ਰਿਫਤਾਰ ਕਰੋ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਮੂੰਹ ਅੱਡੀ ਖੜੀ ਹੈ। ਆਪ ਦਾ ਸਵਾਗਤ ਸਰ, ਵੈਲਕਮ। ਕੌਣ ਬੋਲ ਰਹੇ ਹੋ? ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਟਿਵਾਣਾ ਜੀ, ਬਨਵੈਦ ਬੋਲ ਰਿਹਾ ਜੀ, ਮੈਂ ਆਸਟ੍ਰੇਲੀਆ। ਹਾਂਜੀ ਬਨਵੈਦ ਸਾਹਿਬ, ਗੱਲ ਸੁਣੋ ਟਿਵਾਣਾ ਸਾਹਿਬ ਤੇ ਆਪ ਜੀ ਨੂੰ ਤੇ ਸਾਰੇ ਪਹਿਲੇ ਤਾਂ ਦੁਬਾਰਾ ਫਿਰ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ। ਕਹਿੰਦੇ ਹੁੰਦੇ ਨੇ ਜਦੋਂ ਘਰ ਦੇ ਅੰਦਰ ਮਾੜੀ ਜਿਹੀ ਕੋਈ ਚਿੰਗਾਰੀ ਲੱਗ ਜਾਏ ਤੇ ਉਹ ਉਸ ਸਮੇਂ ਅਗਰ ਉਸਨੂੰ ਅੱਗ ਬੁਝਾ ਲਿੱਤੀ ਜਾਵੇ ਤੇ ਚੰਗੀ ਹੁੰਦੀ ਹੈ, ਨਾ ਕਿ ਪੂਰਾ ਘਰ ਸੜ ਜਾਏ ਤੇ ਫੇਰ ਬਾਅਦ ਚ ਪਛਤਾਈਏ। ਠੀਕ ਹੈ ਜੀ। ਸਮਝਦਾਰ ਲੋਕ ਉਹ ਹੁੰਦੇ ਨੇ ਜਿਹੜੇ ਇਕੱਠੇ ਹੋ ਕੇ ਫਟਾਫਟ ਚਿੰਗਾਰੀ ਲੱਗੀ ਹੋਈ ਨੂੰ ਬੁਝਾ ਲੈਣ। ਹੁਣ ਜਿਹੜੀ ਗੱਲ ਚੱਲ ਰਹੀ ਹੈ ਖਾਲਿਸਤਾਨ ਦੀ ਜਾਂ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਸੀਂ ਵੇਖੋ ਮੁਸਲਮਾਨਾਂ ਦਾ ਅੱਜ ਇੰਡੀਆ ਦੇ ਅੰਦਰ ਕੀ ਹਾਲਾਤ ਕਰ ਦਿੱਤੇ ਗਏ ਨੇ। ਉੱਥੇ ਉਹਨਾਂ ਨੂੰ ਹਰ ਬੰਦਾ ਉੱਠਦਾ ਜੇ ਤੇ ਉਹਨਾਂ ਨੂੰ ਦੁਤਕਾਰ ਹੀ ਜਾਂਦਾ ਜੇ ਮੁਫਤ ਦੇ ਅੰਦਰ। ਜੀ ਆਵਾਜ਼ ਆ ਰਹੀ ਟਿਵਾਣਾ ਸਾਹਿਬ? ਹਾਂਜੀ ਹਾਂਜੀ ਬਨਵਾਸ ਸਾਹਿਬ, ਜਾਰੀ ਰੱਖੋਗਾ। ਜੀ ਜੀ। ਤੇ ਮੈਂ ਕਹਿਣਾ ਚਾਹਾਂਗਾ ਕਿ ਅਗਰ ਇਸ ਚਿੰਗਾਰੀ ਨੂੰ ਜਿਹੜੀ ਅੱਜ ਲੱਗੀ ਹੈ, ਸਾਰੇ ਜਣੇ ਪੰਜਾਬੀ ਔਰ ਸਿੱਖ ਖਾਸ ਤੌਰ ਦੇ ਉੱਤੇ ਔਰ ਧੰਨਵਾਦੀਆਂ ਆਪਣਾ ਗਾਂਧੀ ਸਾਹਿਬ ਵਰਗੇ ਹਿੰਦੂ ਪੰਜਾਬੀਆਂ ਦੇ ਵੀ, ਜਿਹੜੇ ਕਿ ਉਹ ਖੜੇ ਹੋ ਜਾਣ ਔਰ ਕਹਿਣ, ਜਿਸ ਤਰ੍ਹਾਂ ਗਾਂਧੀ ਸਾਹਿਬ ਨੇ ਕਿਹਾ ਕਿ ਮੈਂ ਜੇ ਕਿਸਾਨ ਅੰਦੋਲਨ ਨੂੰ ਵੀ ਖਾਲਿਸਤਾਨੀ ਬਣਾਉਣ ਦੀ, ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਤੇ ਇਹ ਕੋਈ ਚੰਗੀ ਗੱਲ ਨਹੀਂ। ਤੇ ਇਹੋ ਜਿਹੇ ਸਾਰਿਆਂ ਨੂੰ ਚਿੰਗਾਰੀ ਜਦੋਂ ਹੁਣ ਲੱਗ ਰਹੀ ਹੈ ਤੇ ਪਹਿਲੇ ਉੱਠ ਜਾਣਾ ਚਾਹੀਦਾ ਜੇ, ਨਾ ਕਿ ਘਰ ਸਾੜ ਕੇ। ਜਿਹੜੀ ਗੱਲਾਂ ਤੁਸੀਂ ਦੇਖੋ ਸੜਕਾਂ ਦੇ ਅੰਦਰ ਖੱਡੇ, ਡੈਮੋਕ੍ਰੇਟਿਕ ਰਾਈਟ ਨੇ ਪ੍ਰੋਟੈਸਟ ਕਰਨ ਵਾਸਤੇ ਇੱਕ ਸਟੇਟ ਤੋਂ ਦੂਸਰੀ ਜਗ੍ਹਾ ਜਾ ਰਹੇ ਸੀ ਦਿੱਲੀ, ਉਹਨਾਂ ਦੇ ਉੱਤੇ ਵਾਟਰ ਕੈਨਨ ਕੀਤੇ ਗਏ, ਉਹਨਾਂ ਦੇ ਉੱਤੇ ਹੁਣ ਤੱਕ ਵੀ ਜਿਹੜੇ ਟੀਅਰ ਗੈਸਿਸ ਛੱਡੇ ਜਾ ਰਹੇ ਨੇ। ਪ੍ਰਾਪਰਟੀ
ਸਰਕਾਰੀ ਦੇਸ਼ ਦੀ ਪ੍ਰਾਪਰਟੀ ਦੇ ਅੰਦਰ ਖੱਡੇ ਖੋਦ ਦਿੱਤੇ ਗਏ ਨੇ, ਉਹਨਾਂ ਨੁਕਸਾਨ ਪਹੁੰਚਾਇਆ ਗਿਆ, ਕਿਆ ਉਹ ਆਤੰਕਵਾਦ ਨਹੀਂ ਸੀ ਜੀ? ਜੇ ਖਾਲਿਸਤਾਨੀ ਨੂੰ ਕਹਿੰਦੇ ਨੇ ਕਿ ਆਤੰਕਵਾਦੀ ਨੇ, ਤੇ ਕਿਆ ਆ ਸਰਕਾਰੀ ਆਤੰਕਵਾਦ ਜੋ ਅੱਜ ਪੂਰੇ ਮੁਲਕ ਦੇ ਅੰਦਰ ਫੈਲਿਆ ਹੋਇਆ ਹੈਗਾ, ਇਹ ਆਤੰਕਵਾਦ ਨਹੀਂ? ਇਹਦਾ ਮਤਲਬ ਇਹ ਥੋੜਾ ਹੈਗਾ ਕਿ ਇੱਕ ਪ੍ਰਾਈਵੇਟ ਬੰਦੇ ਨੇ ਜਿਹਦੇ ਕੋਲ ਨਿਹੱਥਾ ਹੈਗਾ, ਅਗਰ ਉਸਨੇ ਦੂਸਰੇ ਪਾਸੇ ਨੂੰ ਇੱਕ ਮਾੜਾ ਜਿਹੀ ਕੋਈ ਗੱਲ ਕਹਿ ਦਿੱਤੀ ਤੇ ਉਹ ਰਾਸ਼ਟਰ ਵਿਰੋਧੀ ਹੋ ਜਾਂਦਾ। ਜੇ ਨਿਹੱਥਾ ਬੰਦਾ ਜਿਹੜਾ ਹੈਗਾ ਕਿਸੇ ਵੱਲ ਨੂੰ ਦੇਖ ਲਏ ਕਿ ਉਹ ਆਤੰਕਵਾਦੀ ਹੋ ਜਾਂਦਾ। ਜੇ ਤੇ ਜਿਹੜਾ ਸਰਕਾਰੀ ਆਤੰਕਵਾਦ ਫੈਲਿਆ ਪਿਆ ਹੈਗਾ ਇਸ ਸਮੇਂ ਮੌਜੂਦਾ ਹਾਲਾਤ ਦੇ ਅੰਦਰ, ਕਿਆ ਉਹ ਆਤੰਕਵਾਦ ਨਹੀਂ ਹੈਗਾ? ਆਤੰਕਵਾਦ ਦਾ ਮਤਲਬ ਕੀ ਹੈ? ਡਰ ਪੈਦਾ ਕਰਨਾ। ਤੇ ਕਿਆ ਡਰਾ ਕੇ ਨਹੀਂ ਰੱਖਿਆ ਹੋਇਆ? ਡਰਾ ਕੇ ਕਿਹੜੀ ਕੌਮ ਨੂੰ ਨਹੀਂ ਰੱਖਿਆ ਹੋਇਆ, ਜਾਂ ਕਿਹੜੇ ਜਾਤਾਂ ਪਾਤਾਂ ਧਰਮਾਂ ਦੇ ਅੰਦਰ ਵੰਡ ਕੇ ਕਿਹੜੀ ਚੀਜ਼ ਨਹੀਂ ਡਰਾ ਕੇ ਰੱਖੀ ਹੋਈ ਜੀ ਅੱਜ ਦੇ ਮੌਜੂਦਾ ਹਾਲਾਤ ਦੇ ਅੰਦਰ? ਜਿੰਨਾ ਡਰ ਪੈਦਾ ਕੀਤਾ ਹੋਇਆ ਹੈਗਾ ਪ੍ਰਾਈਵੇਟ ਬੰਦਿਆਂ ਵੱਲੋਂ ਓਨਾ ਨਹੀਂ ਹੈਗਾ ਜਿੰਨਾ ਸਰਕਾਰੀ ਤੰਤਰ ਨੇ ਡਰ ਪੈਦਾ ਕੀਤਾ ਦਾ ਹੈਗਾ। ਮਿਹਰਬਾਨੀ। ਕਿਆ ਇਹ ਡਰ ਨਹੀਂ ਹੈਗਾ? ਇਹ ਆਤੰਕਵਾਦ ਨਹੀਂ ਹੈਗਾ? ਜੀ ਬਹੁਤ ਬਹੁਤ ਧੰਨਵਾਦ ਬਨਵਾਸ ਸਾਹਿਬ, ਤੁਹਾਡੀ ਗੱਲ ਬਿਲਕੁਲ ਵਾਜਬ ਹੈ, ਕਿਉਂਕਿ ਇੱਕ ਭਾਰਤ ਦੀ ਅਦਾਲਤ ਦੇ ਜੱਜ ਸਾਹਿਬ ਨੇ ਆਖਿਆ ਸੀ ਕਿ ਪੁਲਿਸ ਵੀ ਵਰਦੀਧਾਰੀ ਗੁੰਡੇ ਨੇ। ਇਹ ਮੇਰੀ ਟਿੱਪਣੀ ਨਹੀਂ, ਇਹ ਮਾਣਯੋਗ ਜਸਟਿਸ ਦੀ ਟਿੱਪਣੀ ਸੀ ਕਿ ਪੁਲਿਸ ਯੂਨੀਫਾਰਮ ਦੇ ਵਿੱਚ ਵੀ, ਖਾਕੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਵਰਦੀਧਾਰੀ ਗੁੰਡੇ ਨੇ। ਇਸ ਵਕਤ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੌ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਸੁਰਿੰਦਰ ਸਿੰਘ ਜੀ, ਕੀ ਸਥਿਤੀ ਬਣ ਰਹੀ ਹੈ? ਹੇਮਾ ਮਾਲਿਨੀ ਕਹਿੰਦੀ ਕਿ ਇਹਨਾਂ ਕਿਸਾਨਾਂ ਨੂੰ ਪਤਾ ਨਹੀਂ, ਤੇ ਭਾਰਤ ਸਰਕਾਰ ਨੇ ਦਾਅਵੇ ਪੇਸ਼ ਕਰ ਦਿੱਤੇ ਕਿ ਕਿਸਾਨ ਖਾਲਿਸਤਾਨੀ ਨੇ। ਸਾਬਕਾ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਡਾਕਟਰ ਧਰਮਵੀਰ ਕਾਂਦੀ ਕਹਿੰਦੇ ਜੇ ਕਿਸਾਨ ਖਾਲਿਸਤਾਨੀ ਨੇ ਤਾਂ ਮੈਂ ਪਹਿਲਾ ਖਾਲਿਸਤਾਨੀ ਹਾਂ, ਮੇਰੇ ਤੇ ਪਰਚਾ ਕਰੋ। ਕੀ ਸਥਿਤੀ ਹੈ ਸੁਰਿੰਦਰ ਸਿੰਘ ਜੀ? ਸਵਾਗਤ। ਹਾਂ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ, ਮਿਹਰਬਾਨੀ। ਗੱਲ ਤਾਂ ਟਵਾਣਾ ਸਾਹਿਬ ਇਹ ਆ ਵੀ ਹੁਣ ਸਾਨੂੰ ਇਹ ਨਹੀਂ ਸਮਝ ਆਉਂਦਾ ਅਸੀਂ ਹੇਮਾ ਮਾਲਿਨੀ ਨੂੰ ਭਾਬੀ ਕਹੀਏ ਕਿ ਚਾਚੀ ਕਹੀਏ, ਸਾਨੂੰ ਅਜੇ ਤੱਕ ਇਹੀ ਨਹੀਂ ਸਮਝ ਆ ਰਿਹਾ। ਠੀਕ ਹੈ ਨਾ? ਭਾਬੀ ਹੈ ਜੀ, ਉਹ ਆਈ ਵੀ ਮਤਲਬ ਜਾਲੀ ਤਰੀਕੇ ਨਾਲ ਹੈ, ਮੁਸਲਮਾਨ ਧਰਮ ਅਡਾਪਟ ਕਰਕੇ, ਜਿਹੜੀ ਆਪ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਦੇ ਘਰ ਵੜੀ ਹੈ, ਉਹ ਕਾਨੂੰਨ ਦੀਆਂ ਗੱਲਾਂ ਕਰਦੀ ਹੈ ਜੀ। ਨਹੀਂ ਚਲੋ, ਜਿੱਥੋਂ ਤੱਕ ਧਰਮਿੰਦਰ ਦਾ, ਉਹ ਤੇ ਸਾਡੀ ਉਮਰ ਦੇ ਹਿਸਾਬ ਨਾਲ ਸਾਡਾ ਚਾਚਾ ਲੱਗਦਾ, ਪਰ ਇਹ ਜਿਹੜਾ ਇਹਨੂੰ ਤਾਂ ਭਾਬੀ ਕਵਾਂਗੇ ਕਿਉਂਕਿ ਸਾਡੇ ਨਾਲ ਸਾਲ 2 ਸਾਲ ਵੱਡੀ ਆ, ਬਹੁਤਾ ਜ਼ਿਆਦਾ ਫਰਕ ਨਹੀਂ ਹੈ, ਇਸ ਕਰਕੇ ਇਹਨੂੰ ਤਾਂ ਚਾਚਾ, ਇਹ ਤਾਂ ਭਾਬੀ ਕਹਿ ਕੇ ਸਰਨਾ, ਹੋ ਰੇ ਤੋਂ ਨਹੀਂ। ਗੱਲ ਤੇ ਆ ਟਵਾਣਾ ਸਾਹਿਬ, ਚਾਹੇ ਉਹ ਹੇਮਾ ਮਾਲਿਨੀ ਤੇ ਚਾਹੇ ਉਹ ਸਨੀ ਦਿਓਲ ਤੇ ਚਾਹੇ ਜਿਹੜਾ ਮਰਜੀ ਦਿਓਲ ਹੋਵੇ, ਸਾਰਿਆਂ ਦਾ ਹਾਲ ਇਹੀ ਆ ਕਿ ਕਿਸੇ ਦੀ ਵੀ ਬੀਜੇਪੀ ਦੇ ਅੰਦਰ ਹਿੰਮਤ ਨਹੀਂ ਕਿ ਉਹ ਮੋਦੀ ਤੇ ਅਮਿਤ ਸ਼ਾਹ ਦੀ ਕੁਰਕੀ ਦੇ ਮੋਹਰੇ ਜਿਹੜਾ ਉਹ ਕਿਸਾਨਾਂ ਦੀ ਫੇਵਰ 'ਚ ਭੁਗਤ ਜਾਵੇ। ਠੀਕ ਹੈ, ਇਸ ਕਰਕੇ ਉਹਨਾਂ ਨੇ ਤੇ ਕੁਝ ਕਰਨਾ ਹੀ ਕਰਨਾ ਸੀ, ਕਿਉਂਕਿ ਸਾਰਾ ਦਾ ਸਾਰਾ ਜਿੰਨਾ ਸਰਕਾਰੀ ਤੰਤਰ ਆ ਉਹ ਇਸ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਤੇ ਤੁਲਿਆ ਹੋਇਆ। ਪਰ ਟਵਾਣਾ ਸਾਹਿਬ, ਹੁਣ ਤੱਕ ਕੇਂਦਰ ਸਰਕਾਰ ਦਾ ਹਰ ਜਿਹੜਾ ਵੀ ਵਾਰ ਆ ਉਹ ਪੁੱਠਾ ਪੈ ਰਿਹਾ। ਉਹਨਾਂ ਦੀ ਜਿੱਦਾਂ ਗ੍ਰਹਿ ਦਿਸ਼ਾ ਮਾੜੀ ਹੁੰਦੀ ਆ, ਪੁੱਠੀ ਚੱਲ ਰਹੀ ਹੁੰਦੀ, ਉਹ ਹਾਲਤ ਬਣੀ ਪਈ ਐ ਇਸ ਵੇਲੇ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜੋ 5 ਜੂਨ ਤੋਂ ਇਹ ਜਿਹੜੇ ਆਰਡੀਨੈਂਸ ਲਿਆਂਦੇ ਸੀ, ਬਾਅਦ ਚ ਉਹ ਕਾਨੂੰਨ ਬਣੇ, ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਉਹਨਾਂ ਨੇ ਵਾਰ ਚਲਾਇਆ ਉਹਨਾਂ ਨੂੰ ਪੁੱਠਾ ਹੀ ਪਿਆ। ਚਾਹੇ ਉਹ ਨਕਸਲਵਾੜੀਆਂ ਵਾਲਾ ਸੀ, ਚਾਹੇ ਮਾਓਵਾਦੀਆਂ ਵਾਲਾ ਸੀ, ਚਾਹੇ ਉਹ ਨਾਗਾ ਰੈਡੀ ਵਾਲਿਆਂ ਦਾ ਸੀ, ਚਾਹੇ ਖਾਲਿਸਤਾਨ ਵਾਲਾ ਸੀ, ਜਿਹੜਾ ਵੀ ਉਹਨਾਂ ਨੇ ਦਾ ਚੱਲਿਆ ਉਹਨਾਂ ਨੂੰ ਪੁੱਠਾ ਹੀ ਪੈਂਦਾ ਤੁਰਿਆ ਜਾ ਰਿਹਾ। ਕੱਲੇ ਧਰਮਵੀਰ ਗਾਂਧੀ ਦੀ ਗੱਲ ਛੱਡੋ, ਧਰਮਵੀਰ ਗਾਂਧੀ ਤਾਂ ਚਲੋ ਪੰਜਾਬ ਦੇ ਆ, ਪੰਜਾਬ ਤੋਂ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਰਹੇ ਆ। ਤੁਸੀਂ ਮੱਧ ਪ੍ਰਦੇਸ਼ ਵਾਲਿਆਂ ਦੀ ਗੱਲ ਕਰੋ, ਗੁਜਰਾਤ ਵਾਲਿਆਂ ਦੀ ਗੱਲ ਕਰੋ, ਤੁਸੀਂ ਕਰਨਾਟਕ ਵਾਲਿਆਂ ਦੀ ਕਰੋ, ਵੈਸਟ ਬੰਗਾਲ ਵਾਲਿਆਂ ਦੀ ਕਰੋ, ਰਾਜਸਥਾਨ ਵਾਲਿਆਂ ਦੀ, ਉੱਤਰ ਪ੍ਰਦੇਸ਼ ਦੀ, ਕਿਹਦੀ ਕਰੋਗੇ? ਉਹ ਸਾਰੇ ਕਹਿੰਦੇ ਆ ਕਿ ਜੇ ਸਿੱਖ ਖਾਲਿਸਤਾਨੀ ਨੇ, ਅਸੀਂ ਖਾਲਿਸਤਾਨੀ। ਕੀ ਜਵਾਬ ਦੇਣਗੇ? ਕੀ ਪੂਰੇ ਦਾ ਪੂਰਾ ਜਿੰਨਾ ਕਿਸਾਨ ਬੈਠਾ ਉਹ ਸਾਰਾ ਹੀ ਖਾਲਿਸਤਾਨੀ ਹੋ ਗਿਆ, ਭਾਵੇਂ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਆ? ਮਤਲਬ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਆ ਉਹਦੀ ਅਕਲ ਦਾ ਜਿਹੜਾ ਉਹ ਜਨਾਜ਼ਾ ਜਿਹੜਾ ਉਹ ਨਿਕਲ ਚੁੱਕਿਆ ਹੋਇਆ। ਠੀਕ ਹੈ, ਜੋ ਪਹਿਲਾਂ ਕਾਂਗਰਸ ਸਰਕਾਰ ਕਰਦੀ ਹੁੰਦੀ ਸੀ ਉਸੇ ਤੇ ਇਹ ਉਤਾਰੂ ਹੋ ਗਏ ਕਿ ਇਹਨਾਂ ਨੂੰ ਬਦਨਾਮ ਕਰ ਦੋ ਕਿਸੇ ਤਰੀਕੇ। ਟਵਾਣਾ ਸਾਹਿਬ, ਜਿੰਨਾ ਬਦਨਾਮ ਕਰ ਰਹੇ ਆ ਓਨਾ ਹੀ ਇਹ ਸੰਘਰਸ਼ ਅੱਗੇ ਵੱਧਦਾ ਜਾ ਰਿਹਾ ਤੇ ਕੇਂਦਰ ਸਰਕਾਰ ਨੂੰ ਜਿਹੜਾ ਉਹ ਪੁੱਠਾ ਦਿਨ ਬ ਦਿਨ ਪੈਂਦਾ ਤੁਰਿਆ ਜਾ ਰਿਹਾ। ਹਰ ਇਨਸਾਨ ਜਿਹੜਾ ਉੱਠ ਕੇ ਕਿਸਾਨਾਂ ਦੇ ਲਈ ਤੁਰਿਆ ਜਾ ਰਿਹਾ, ਭਾਵੇਂ ਉਹ ਕਿਸੇ ਵੀ ਫਿਰਕੇ ਦੇ ਨਾਲ ਸੰਬੰਧਿਤ ਆ, ਕਿਸੇ ਧਰਮ ਦੇ ਨਾਲ ਸੰਬੰਧਿਤ ਆ, ਕਿਸੇ ਵੀ ਕਿੱਤੇ ਦੇ ਨਾਲ ਸੰਬੰਧਿਤ ਆ, ਹਰ ਇਨਸਾਨ ਉੱਠ ਕੇ ਕਿਸਾਨੀ ਅੰਦੋਲਨ ਜਿਹੜਾ ਉਹਨੂੰ ਸਪੋਰਟ ਦੇ ਰਿਹਾ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਦੇ ਰਿਹਾ ਹੋਵੇ। ਤੁਸੀਂ ਦੇਖੋ, ਵਿਚਾਰਾਂ ਦੇ ਮਤਭੇਦ ਹੋ ਸਕਦੇ ਆ। ਮੈਂ ਇੱਕ ਇੰਟਰਵਿਊ ਜਿਹੜੀ ਸੀ ਉਹ ਅੱਜ ਦੇਖ ਰਿਹਾ ਸੀ, ਜਿਹੜੀ ਰਵੀ ਸਿੰਘ ਖਾਲਸਾ ਏਡ ਵਾਲਾ ਔਰ ਜੋਗਿੰਦਰ ਸਿੰਘ ਉਗਰਾਹਾਂ ਦੇ ਵਿਚਾਲੇ ਜਿਹੜੀ ਆਪਸ ਚ ਹੋ ਰਹੀ ਸੀਗੀ, ਉਹ ਬਹੁਤ ਵਾਇਰਲ ਹੋਈ ਆ।
ਜੋਗਿੰਦਰ ਸਿੰਘ ਉਗਰਾਹਾਂ ਨੂੰ ਕਹਿੰਦੇ ਸੀ ਇਹ ਨਕਸਲਵਾੜੀ ਆ, ਇਹ ਜੀ ਮਾਓਵਾਦੀ ਆ, ਇਹ ਨਾਗਾ ਰੈਡੀ ਗਰੁੱਪ ਆ। ਉਧਰ ਰਵੀ ਸਿੰਘ ਨੂੰ ਕਹਿੰਦੇ ਸੀ ਇਹ ਖਾਲਿਸਤਾਨੀ ਆ। ਦੋਨਾਂ ਦੀ ਜਿਹੜੀ ਗੱਲਬਾਤ ਸੀ ਉਹ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਦੇ ਉੱਤੇ ਕੇਂਦਰਿਤ ਸੀ। ਇਸ ਕਰਕੇ ਟਵਾਣਾ ਸਾਹਿਬ ਭੁੱਲ ਜਾਣ ਕਿ ਇਹ ਚਾਹੁੰਦੇ ਸੀ ਕਿ ਕਿਸੇ ਨੂੰ ਪਾੜ ਲਾਂਗੇ, ਕੁਝ ਕਰ ਲਾਂਗੇ। ਜੋਗਿੰਦਰ ਸਿੰਘ ਉਗਰਾਹਾਂ ਨੇ ਬੜੀ ਵਧੀਆ ਇੱਕ ਗੱਲ ਕਹੀ, ਕਹਿੰਦਾ ਜੀ ਭਾਜੀ ਸਾਡੇ ਲੱਖ ਵਖਰੇਵੇਂ ਹੋ ਸਕਦੇ ਆ, ਪਰ ਕਿਸਾਨੀ ਮੁੱਦਾ ਇਹਦੇ ਲਈ ਖੜਾਂਗੇ, ਐਂਡ ਤੱਕ ਖੜਾਂਗੇ, ਲੜਾਂਗੇ ਔਰ ਅਸੀਂ ਜਿੱਤ ਕੇ ਆਵਾਂਗੇ। ਅਸੀਂ ਵਾਇਲੈਂਸ ਨਹੀਂ ਚਾਹੁੰਦੇ। ਅਸੀਂ ਯੂਥ ਨੂੰ ਵੀ ਅਪੀਲ ਕਰਦੇ ਹਾਂ, ਯੂਥ ਸਾਡੇ ਨਾਲ ਤੁਰਿਆ ਹੋਇਆ। ਜਿਹੜਾ ਕੋਈ ਵਿਰੋਧ ਕਰਦਾ ਕਹਿੰਦਾ ਉਹਨਾਂ ਨੂੰ ਤੁਸੀਂ ਕਹੋ ਕਿ ਉਹ ਵਿਰੋਧ ਛੱਡ ਦੇਣ। ਅਸੀਂ ਜੇ ਅਗਵਾਈ ਕਰ ਰਹੇ ਹਾਂ ਤੇ ਅਸੀਂ ਜਿੱਤ ਕੇ ਮੁੜਾਂਗੇ, ਅਸੀਂ ਹਾਰਦੇ ਨਹੀਂ, ਪਰ ਅਸੀਂ ਵਾਇਲੈਂਸ ਨਹੀਂ ਚਾਹੁੰਦੇ। ਜਿਹੜੇ ਕਹਿੰਦੇ ਆ ਕਿ ਬੈਠੇ ਰੋਟੀਆਂ ਖਾਈ ਜਾਂਦੇ ਆ ਜੀ, ਸੰਘਰਸ਼ ਜਿਹੜਾ ਇਹਨੂੰ ਤੇਜ਼ ਕਰੋ, ਕਹਿੰਦੇ ਅਸੀਂ ਤੇਜ਼ ਕੀਤਾ ਹੋਇਆ, ਸਾਨੂੰ ਸਾਡੇ ਹਿਸਾਬ ਨਾਲ ਚੱਲਣ ਦਿਓ। ਔਰ ਹਰ ਵਰਗ ਦਾ ਮੈਂ ਕਹਿੰਦਾ ਟਵਾਣਾ ਸਾਹਿਬ ਇੱਥੇ ਸਾਥ ਮਿਲ ਰਿਹਾ। ਭੁੱਲ ਜਾਵੇ ਕੇਂਦਰ, ਠੀਕ ਆ ਕੇਂਦਰ ਇੱਕ ਗੱਲ ਤਾਂ ਬੜੀ ਸਪਸ਼ਟ ਟਵਾਣਾ ਸਾਹਿਬ ਅੱਜ ਕੱਲ ਦੀ ਹੋ ਚੁੱਕੀ ਆ। ਜਿਸ ਵੇਲੇ ਇਹ ਜਿਹੜੇ ਕਾਨੂੰਨ ਜਿਹੜੇ ਸੀ ਇਹਨਾਂ ਤੇ ਸਟੇ ਕੀਤੀ ਗਈ ਆ, ਉੱਥੋਂ ਸਪਸ਼ਟ ਹੋ ਗਿਆ ਕਿ ਮਾਰਚ ਤੱਕ ਕੋਈ ਸਮਝੌਤਾ ਨਹੀਂ ਹੋਣਾ। ਠੀਕ ਹੈ, 9 ਮਾਰਚ ਦੇ 9 ਜਾਂ 8 ਮਾਰਚ ਦੇ ਲਗਭਗ ਡੇਟ ਬਣਦੀ ਹੈ ਜਿੱਦਣ ਦੁਬਾਰਾ ਹੀਅਰਿੰਗ ਹੋਏਗੀ। ਠੀਕ ਹੈ, ਉਸ ਤੋਂ ਬਾਅਦ ਦੀ ਸਥਿਤੀ ਕੀ ਬਣਦੀ ਆ, ਕਿਉਂਕਿ ਇਹ ਤਾਂ ਆਪਾਂ ਨੂੰ ਪਤਾ ਜਿਹੜੀ ਕਮੇਟੀ ਆ ਉਹਨੇ ਸਰਕਾਰ ਦੇ ਫੇਵਰ 'ਚ ਰਿਪੋਰਟ ਦੇਣੀ ਆ, ਪਰ ਇਹਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਕਿ ਜਿਹੜੀ ਇਹ ਰਿਪੋਰਟ ਦੇਵੇਗੀ ਕੀ ਉਹ ਮੰਨੀ ਜਾਏਗੀ, ਕੀ ਸੁਪਰੀਮ ਕੋਰਟ ਉਹਦੇ ਤੇ ਬਾਉਂਡ ਹੋਏਗੀ, ਕੀ ਕੇਂਦਰ ਸਰਕਾਰ ਉਹਦੇ ਤੇ ਬਾਉਂਡ ਹੋਏਗੀ। ਇਹ ਸਾਰਾ ਕੁਛ ਹੀ ਜਿਹੜਾ ਹਵਾ ਦੇ ਵਿੱਚ ਟਵਾਣਾ ਸਾਹਿਬ ਪਿਆ ਵਾ, ਕਿਉਂਕਿ ਕੇਂਦਰ ਚਾਹੁੰਦਾ ਸੀ ਵੀ ਆਹ ਕੁਛ ਕਰ ਲਈਏ। ਉਹਨਾਂ ਨੇ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਚਲਾਈ ਆ, ਲੇਕਿਨ ਉਹ ਨਿਸ਼ਾਨਾ ਪੁੱਠਾ ਜਾ ਲੱਗਿਆ ਕਿ ਉਹ ਖੁਦ ਹੀ ਆਪਣੇ ਆਪ ਹੀ ਫੱਟੜ ਹੋ ਕੇ ਡਿੱਗ ਗਏ ਆ। ਉਹਨਾਂ ਦੇ ਅੱਲੇ ਪੱਲੇ ਕੁਛ ਨਹੀਂ ਬਚਿਆ। ਅੱਛਾ, ਹੁਣ ਜਿਸ ਤਰ੍ਹਾਂ ਹਮੇਸ਼ਾ ਸਰਕਾਰਾਂ ਖਾਲਿਸਤਾਨ ਦਾ ਮੁੱਦਾ ਉਭਾਰ ਕੇ ਐਂਟੀ ਖਾਲਿਸਤਾਨੀ ਵੋਟ ਤੇ ਸਪੋਰਟ ਹਾਸਲ ਕਰਦੀਆਂ ਨੇ, ਲੋਕਾਂ ਨੂੰ ਬਿਨਾਂ ਵਜ੍ਹਾ ਟੰਗਦੀਆਂ ਨੇ ਖਾਲਿਸਤਾਨ ਦੇ ਮਾਮਲੇ ਦੇ ਵਿੱਚ। ਇਸ ਦੌਰਾਨ ਹੁਣ ਜਿਸ ਤਰ੍ਹਾਂ ਇਹ ਦੋਸ਼ ਇਸ ਅੰਦੋਲਨ 'ਤੇ ਲੱਗ ਰਹੇ ਨੇ ਕਿ ਖਾਲਿਸਤਾਨੀ ਨੇ ਸੁਪਰੀਮ ਕੋਰਟ ਕੋਲ ਜੇ ਇਸ ਤਰ੍ਹਾਂ ਦੀ ਕੋਈ ਫੁਟੇਜ, ਭਾਵੇਂ ਉਹ ਤੀਰ ਵਾਲਾ ਬੱਚਾ ਜਾਂ ਕਿਸੇ ਨੇ ਵੀ ਜੇ ਮਾੜਾ ਮੋਟਾ ਖਾਲਿਸਤਾਨ ਦੀ ਗੱਲ ਕੀਤੀ ਆ, ਵਾਇਲੈਂਸ ਦੀ ਗੱਲ ਕੀਤੀ ਆ, ਉਹ ਸਾਰੀ ਗਾਰਬੇਜ ਇਕੱਠੀ ਕਰਕੇ ਇਹਨਾਂ ਨੇ ਮਸੌਦਾ ਬਣਾ ਕੇ ਉਹ ਦਿਖਾ ਦੇਣਾ ਕਿ ਆਹ ਦੇਖੋ ਜੀ ਖਾਲਿਸਤਾਨੀ ਐਕਟੀਵਿਟੀਜ਼। ਭਾਵੇਂ ਕਾਨੂੰਨ ਕਹਿੰਦਾ ਕਿ ਹਰ ਇੱਕ ਨੂੰ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨ ਦਾ ਅਧਿਕਾਰ ਹੈ। ਇੱਥੇ ਆਪਣੇ ਪਟਿਆਲੇ 'ਚ ਤੁਸੀਂ ਵੇਖੋ ਕਿ ਕਿੰਨੇ ਸਾਲ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਖਾਲਿਸਤਾਨ ਦਾ ਵੱਡਾ ਬੈਨਰ ਲੈ ਕੇ ਗੱਡੀ 'ਤੇ ਲਿਖ ਕੇ ਪੂਰੇ ਭਾਰਤ 'ਚ ਘੁੰਮਦਾ ਰਿਹਾ, ਕੋਈ ਅਰੈਸਟ ਨਹੀਂ ਕਰ ਸਕਦਾ। ਸਿਮਰਜੀਤ ਸਿੰਘ ਮਾਨ 'ਤੇ 65 ਕੇਸ ਹੋਏ, ਉਹਨਾਂ ਸਾਰਿਆਂ 'ਚੋਂ ਬਰੀ ਹੁੰਦਾ। ਪਰ ਇਸ ਦੌਰਾਨ ਸੁਰਿੰਦਰ ਸਿੰਘ ਜੀ, ਕੀ ਹੁਣ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ? ਕਿਉਂਕਿ ਖਾਲਿਸਤਾਨ ਦਾ ਜੋ ਰੌਲਾ ਜਾਂ ਕਰਮ ਭੂਮੀ ਉਹ ਪੰਜਾਬ ਹੈ। ਪੰਜਾਬ ਦਾ ਗ੍ਰਹਿ ਮੰਤਰਾਲਾ ਜਿਹੜਾ ਕਪਤਾਨ ਸਾਹਿਬ ਕੋਲ ਆ, ਜਾਂ ਪੰਜਾਬ ਸਰਕਾਰ ਇਸ ਦੇ ਵਿੱਚ ਪਾਰਟੀ ਬਣ ਕੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦਾ ਪੱਖ ਪੇਸ਼ ਕਰੇ ਕਿ ਇਹ ਕਿਸਾਨ ਨੇ, ਇਹਨਾਂ 'ਚ ਪੰਜਾਬ ਦੇ ਵਿੱਚ ਕੋਈ ਵੀ ਖਾਲਿਸਤਾਨੀ ਇਨਪੁਟ ਨਹੀਂ ਹੈ, ਇਹ ਕਰਨਗੇ? ਜਾਂ ਫਿਰ ਉਹੀ ਰਵਨੀਤ ਬਿੱਟੂ ਫਿਰ ਖਾਲਿਸਤਾਨ ਦਾ ਤੋਤਾ ਰਟਣ ਅਲਾਪੇਗਾ? ਕੀ ਹੁਣ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਪੰਜਾਬ ਦੀਆਂ CIDs ਦੀ, ਪੰਜਾਬ ਪੁਲਿਸ ਦੀ? ਇਹ ਠੀਕ ਆ ਕਿ ਸੈਂਟਰ ਦੀਆਂ ਜਿਹੜੀਆਂ ਇਨਪੁਟ ਨੇ ਸੈਂਟਰ ਏਜੰਸੀਆਂ ਦੀਆਂ, ਉਹਦਾ ਉਹ ਇਨਪੁਟ ਜਿਹੜੀ ਆ CID ਰਿਪੋਰਟ ਉਹ ਪੇਸ਼ ਕਰ ਦੇਣਗੇ, ਪਰ ਪੰਜਾਬ ਗੌਰਮੈਂਟ ਦੀਆਂ ਏਜੰਸੀ ਦੀਆਂ ਰਿਪੋਰਟ ਉੱਥੇ ਕਾਊਂਟਰ ਨਹੀਂ ਹੋਣੀ ਚਾਹੀਦੀ ਇਸ ਮਾਮਲੇ 'ਤੇ ਕਿ ਨਹੀਂ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਹੈ? ਇਹ ਗਲਤ ਹੈ ਜੀ। ਟਵਾਣਾ ਸਾਹਿਬ, ਪਹਿਲੀ ਗੱਲ ਤਾਂ ਮੈਂ ਕਹਿ ਕੇ ਹਟਿਆ ਕਿ ਜੋ BJP ਦਾ ਹਾਲ ਆ ਉਹੀ ਕੈਪਟਨ ਸਾਹਿਬ ਦਾ ਹਾਲ ਆ। ਕੈਪਟਨ ਸਾਹਿਬ ਨੂੰ ਹੁਣ ਮਾਰੀ ਦੇ ਨੂੰ ਅੱਕ ਚੱਬਣਾ ਪੈਣਾ ਤੇ ਕਿਸਾਨਾਂ ਦੇ ਨਾਲ ਉੱਪਰੋਂ ਖੜਨਾ ਪੈਣਾ ਤੇ ਅੰਦਰ ਖਾਤੇ ਉਹਨੂੰ ਕੇਂਦਰ ਸਰਕਾਰ ਦਾ ਪੱਖ ਵੀ ਪੂਰਨਾ ਪੈਣਾ। ਉਹ ਇੱਕੋ ਗੱਲ ਕਹੇਗਾ, ਜਾਏਗਾ, ਉਹਨਾਂ ਨੇ ਕੋਰਟ 'ਚ ਜਾਣਾ ਹੀ ਜਾਣਾ ਵਾ। ਸੁਪਰੀਮ ਕੋਰਟ 'ਚ ਉਹ ਆਪਣਾ ਪਾਰਟੀ ਬਣ ਗਏ, ਉੱਥੇ ਆਪਣਾ ਉਹ ਜਵਾਬ ਦਾਵਾ ਵੀ ਦੇਣਗੇ। ਉੱਥੇ ਇੱਕ ਕਹਿਣਗੇ ਕਿ ਦੇਖੋ ਜੀ ਅਸੀਂ ਬੈਠੇ ਹਾਂ ਸਟੇਟ 'ਚ, ਸਟੇਟ ਦੇ ਵਿੱਚ ਸਾਡੇ ਕੋਲ ਕੋਈ ਏਦਾਂ ਦੀ ਇਨਪੁਟ ਨਹੀਂ ਹੈ ਕਿ ਏਦਾਂ ਦਾ ਕੋਈ ਮਾਹੌਲ ਖਰਾਬ ਹੋ ਰਿਹਾ। ਪਰ ਕਿਉਂਕਿ ਜਿਹੜੀ IB ਆ ਉਹ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਆ, ਰਾਓ ਵੀ ਉਹਨਾਂ ਦੇ ਅੰਡਰ ਆ, ਉਹਨਾਂ ਕੋਲ ਬਾਹਰ ਤੋਂ ਕੀ ਇਨਫੋਰਮੇਸ਼ਨ ਆ ਕੀ ਨਹੀਂ ਆ ਉਹ ਉਹੀ ਦੱਸ ਸਕਦੇ, ਅਸੀਂ ਨਹੀਂ। ਉਹ ਏਦਾਂ ਗੋਲ ਮੋਲ ਕਰਕੇ ਆਪਦਾ ਪੱਲਾ ਝਾੜ ਜਾਣਗੇ। ਕੇਵਲ ਤੇ ਕੇਵਲ ਉਹ ਇੱਕੋ ਹੀ ਗੱਲ ਮੈਂ ਜਿਹੜੀ ਕਹੀ ਕਿ ਉਹ ਕਿਸਾਨਾਂ ਨੂੰ ਇਹ ਦਿਖਾਉਣ ਦੀ ਸ਼ੋਅ ਕਰਨਗੇ ਕਿ ਅਸੀਂ ਦੇਖੋ ਜੀ ਤੁਹਾਡੇ ਲਈ ਜਾ ਕੇ ਲੜੇ ਆ, ਕਿ ਇਹ ਖਾਲਿਸਤਾਨੀ ਨਹੀਂ ਹੈ, ਇਹ ਕੇਵਲ ਤੇ ਕੇਵਲ ਕਿਸਾਨੀ ਦੇ ਲਈ ਲੜ ਰਹੇ ਨੇ। ਇਹਨਾਂ ਕਹਿ ਕੇ ਕੈਪਟਨ ਸਾਹਿਬ ਆਪਣੇ ਆਪ ਨੂੰ ਬਰੀ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਹੁਣ ਕਿਉਂਕਿ ਗੱਲ ਇਹ ਆ ਕਿ 2000 ਕਿਸੇ ਨੂੰ 22 ਦੇਖਦਾ, ਕਿਸੇ ਨੂੰ 2024 ਦੇਖਦਾ, ਤੇ ਕਿਸਾਨ ਜਿਹੜੇ ਆ ਉਹਨਾਂ ਨੂੰ
ਆਪਣੀ ਅਗਲੀ ਪਨੀਰੀ ਦਿਖ ਰਹੀ ਆ ਕਿ ਸਾਡੀ ਅਗਲੀ ਪਨੀਰੀ ਜਿਹੜੀ ਆ ਉਹ ਸਾਨੂੰ ਲਾਹਨਤਾਂ ਪਾਏਗੀ ਕਿ ਜੇ ਤੁਸੀਂ ਸਾਡੇ ਲਈ ਨਹੀਂ ਲੜੇ, ਸਾਡੀਆਂ ਜਿਹੜੀਆਂ ਜੱਦੀ ਜਾਇਦਾਦਾਂ ਸੀ ਉਹ ਸਾਡੇ ਹੱਥਾਂ 'ਚੋਂ ਖੁੱਸ ਗਈਆਂ। ਟਵਾਣਾ ਸਾਹਿਬ ਕਿਸਾਨ ਜਿਹੜੇ ਆਗੂ ਨੇ ਉਹਨਾਂ ਵਿਚਾਰਿਆਂ ਨੇ ਅੰਦੋਲਨ ਚਲਾਉਣਾ ਵੀ, ਅੰਦੋਲਨ ਨੂੰ ਆਪਣੇ ਕੰਟਰੋਲ 'ਚ ਵੀ ਰੱਖਣਾ, ਪੂਰੀ ਰਾਤ ਉੱਤੇ ਪਹਿਰੇ ਦੇਣੇ ਕਿ ਬਾਹਰੋਂ ਕੋਈ ਗਲਤ ਅੰਸਰ ਉਹਦੇ 'ਚ ਨਾ ਘੁੱਜ ਜਾਵੇ। ਜਿਹੜੇ ਸਰਕਾਰੀ ਏਜੰਸੀਆਂ ਨੇ ਬੰਦੇ ਛੱਡੇ ਆ, ਜਿਹੜੇ ਵਾਰ-ਵਾਰ ਉੱਠ ਕੇ ਜਿਹੜੇ ਆ ਕਿਸਾਨਾਂ ਨੂੰ ਜਾਣ ਬੁੱਝ ਕੇ ਵੀਡੀਓ ਪਾ ਪਰੇਸ਼ਾਨ ਕਰਦੇ ਆ। ਉਹਦੇ 'ਚ ਕੁਝ ਪੰਜਾਬੀ ਆਪਾਂ ਦੇਖਿਆ ਅਖੌਤੀ ਪੱਤਰਕਾਰ ਵੀ ਆ, ਗੋਦੀ ਮੀਡੀਆ ਨੂੰ ਛੱਡ ਦੋ, ਕੁਝ ਆਪਣੇ ਉਹ ਲੋਕ ਆ ਜਿਹੜੇ ਬੇਵਜ੍ਹਾ ਧੂਲ ਦਿੰਦੇ ਆ ਹਰ ਗੱਲ ਨੂੰ। ਕਿਤੇ ਉਹ ਖਾਲਿਸਤਾਨ ਦਾ ਮੁੱਦਾ ਉਭਾਰਨ ਦੀ ਗੱਲ, ਕਿਤੇ ਨਕਸਲਾਈਟ ਦਾ, ਕਿਤੇ ਮਾਓਵਾਦੀਆਂ ਦਾ, ਕਦੀ ਕਿਸੇ ਦੇ ਸਟੇਜ ਜਿਹੜੀ ਉਹ ਨਕਸਲੀਆਂ ਦੇ ਹੱਥ ਚਲ ਗਈ, ਕਿਸੇ ਦੇ ਚਲ ਗਈ। ਮਤਲਬ ਲਾਲਾ ਟਵਾਣਾ ਸਾਹਿਬ ਆਪਾਂ 5 ਜੂਨ ਤੋਂ ਲੈ ਕੇ ਇੱਕ ਗੱਲ ਕਹਿੰਦੇ ਆ ਰਹੇ ਸੀ ਕਿ ਇਹ ਸੰਘਰਸ਼ ਕੇਵਲ ਤੇ ਕੇਵਲ ਕਿਸਾਨਾਂ ਦਾ ਹੋਏਗਾ, ਜਿੱਤਾਂਗੇ, ਕਿਉਂਕਿ ਕੇਂਦਰ ਸਰਕਾਰ ਨੇ ਸਾਡੇ ਉੱਪਰ ਟੇਢੇ ਤਰੀਕੇ ਦੇ ਨਾਲ ਵਾਰ ਕੀਤਾ ਕਿ ਸਿੱਖੀ ਨੂੰ ਖਤਮ ਕਰਨ ਦਾ ਇਹ ਇੱਕ ਵਾਰ ਆ ਉਹਦਾ, ਤੇ ਸਾਨੂੰ ਟੇਢੇ ਤਰੀਕੇ ਨਾਲ ਹੀ ਇਹਦਾ ਜਵਾਬ ਦੇਣਾ ਪੈਣਾ। ਜੇ ਅਸੀਂ ਸਿੱਧਾ ਦਿਆਂਗੇ ਤੇ ਸਾਨੂੰ ਬਦਨਾਮ ਕਰਕੇ ਸਾਡਾ ਸੰਘਰਸ਼ ਫੇਲ ਕਰ ਦੇਣਗੇ। ਪਰ ਬਦਕਿਸਮਤੀ ਬਹੁਤੇ ਲੋਕ ਜਿਨ੍ਹਾਂ ਦੀ ਜ਼ਮੀਨ ਦੇ ਉੱਤੇ ਪੈਰ ਨਹੀਂ ਲੱਗਦੇ, ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ, ਉਹ ਵੀ ਇਸ ਮਾਹੌਲ ਨੂੰ ਉੱਥੇ ਜਾ ਕੇ ਵਿਗਾੜਨ ਦੀ ਜਾਣ ਬੁੱਝ ਕੇ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ। ਇਹਦੇ ਤੋਂ ਵੀ ਸਾਨੂੰ ਸਬਕ ਸਿੱਖਣਾ ਚਾਹੀਦਾ ਕਿ ਜਿਹੜਾ ਸਾਡਾ ਦੁਸ਼ਮਣ ਆ ਉਹ ਤਾਂ ਸਾਨੂੰ ਪਰੇਸ਼ਾਨ ਕਰੇਗਾ। ਸਾਨੂੰ ਖਾਲਿਸਤਾਨੀ, ਮਾਓਵਾਦੀ, ਨਕਸਲਾਈਟ ਜੋ ਮਰਜ਼ੀ ਕਹੇ, ਉਹਨੇ ਹਰ ਕੁਝ ਸਾਡਾ ਜੋ ਵੀ ਉਹਦੇ ਹੱਥ 'ਚ ਆਇਆ, ਜੋ ਉਹਦੀ ਜ਼ੁਬਾਨ ਤੋਂ ਬੋਲਿਆ ਗਿਆ, ਉਹ ਸਾਡੇ ਲਈ ਉਹੀ ਮੰਦਾ ਸ਼ਬਦ ਬੋਲੇਗਾ। ਅਸੀਂ ਚੰਗੇ ਦੀ ਉਹਦੇ ਤੋਂ ਕੋਈ ਆਸ ਨਹੀਂ ਰੱਖ ਸਕਦੇ। ਪਰ ਬਦਕਿਸਮਤੀ ਜਿਹੜੇ ਸਾਡੇ ਆਪਣੇ ਆ, ਔਰ ਮੈਨੂੰ ਇਹ ਕਹਿਣ ਦੇ ਵਿੱਚ ਕਦੀ ਵੀ ਝਿਜਕ ਨਹੀਂ ਆ, ਸਾਡੇ ਆਪਣੇ ਕੌਣ ਨੇ ਜਿਹੜਿਆਂ ਨੇ ਲੰਬਾ ਸਮਾਂ ਸਰਕਾਰਾਂ ਦੀਆਂ ਦਲਾਲੀਆਂ ਕੀਤੀਆਂ, ਪੁਲਿਸ ਦੀ ਟੌਟੀ ਕੀਤੀ, ਪੁਲਿਸ ਦੇ ਨਾਲ ਰਲ ਕੇ ਨੌਜਵਾਨਾਂ ਨੂੰ ਪੂਰੇ ਸੰਘਰਸ਼ ਦੇ ਵਿੱਚ ਮਲੀਆਮੇਟ ਕੀਤਾ, ਔਰ ਉਹ ਜਿਹੜੇ ਆ ਉਹ ਜ਼ਿਆਦਾ ਮੁੱਦਾ ਵਾਰ ਰਹੇ ਆ ਕਿ ਦੇਖੋ ਜੀ ਪੰਥਕ ਗੱਲ ਹੋਣੀ ਚਾਹੀਦੀ ਆ, ਪੰਥ ਦੀ ਗੱਲ ਆ ਜੀ, ਇਹਨੂੰ ਅਕਾਲ ਪੁਰਖ ਆਪ ਚਲਾ ਰਿਹਾ ਸੰਘਰਸ਼ ਨੂੰ। ਉਹ ਭਲੇ ਮਾਨਸੋ ਸਾਰਿਆਂ ਨੂੰ ਪਤਾ ਕਿ ਅਕਾਲ ਪੁਰਖ ਤਾਂ ਪੂਰੇ ਦੀ ਪੂਰੀ ਦੁਨੀਆ ਚਲਾ ਰਿਹਾ, ਤੁਸੀਂ ਇਕੱਲੇ ਸੰਘਰਸ਼ ਦੀ ਗੱਲ ਕਰਦੇ ਹੋ। ਮਤਲਬ ਕਿਤੇ ਨਾ ਕਿਤੇ ਸਾਡੇ ਜਿਹੜੇ ਇਹ ਅਖੌਤੀ ਲੋਕ ਨੇ, ਇਹਨਾਂ ਦੀਆਂ ਵੀ ਗਲਤੀਆਂ ਨੇ। ਇਹ ਜਾਣ ਬੁੱਝ ਕੇ ਜਗ੍ਹਾ ਦਿੰਦੇ ਨੇ ਤੇ ਕੇਂਦਰ ਸਰਕਾਰ ਨੂੰ ਉੱਥੇ ਆ ਕੇ ਇਹੋ ਜਿਹੀਆਂ ਜਿਹੜੀਆਂ ਹੋਛੀਆਂ ਹੱਥ ਕੰਡੇ ਆ ਉਹ ਅਪਣਾਉਣ ਦਾ ਰਸਤਾ ਜਿਹੜਾ ਉਹ ਮਿਲ ਜਾਂਦਾ ਵਾ। ਤੇ ਇਸ ਦੌਰਾਨ ਜਿਹੜਾ ਇਹ ਸਾਰਾ ਕੁਝ ਅੱਜ ਵਾਪਰ ਰਿਹਾ, ਕਿਸਾਨ ਪੂਰੇ ਉਤਸ਼ਾਹ 'ਚ ਨੇ। ਲੋਹੜੀ ਦੇ ਜਿਹੜੇ ਨੇ ਸਾਰਾ ਤੌਰ ਤਰੀਕੇ ਬਦਲ ਗਏ। ਆਪਣੇ ਵੇਲੇ ਆਪਾਂ ਵੇਖਿਆ ਪਾਥੀਆਂ ਮੰਗਦੇ ਸੀ, ਲੱਕੜਾਂ ਸੀ, ਉਹ ਸਾਰੀਆਂ ਰਵਾਇਤੀ ਲੋਹੜੀਆਂ ਦਿੱਲੀ 'ਤੇ ਵੇਖ ਰਹੇ ਨੇ। ਉਹ ਜਿਹੜਾ ਨੌਜਵਾਨੀ ਬੋਨ ਫਾਇਰ ਕਰਨ ਲੱਗ ਗਈ ਸੀ, ਉਹ ਸਾਰਾ ਭੁੱਲ ਭੁਲਾ ਕੇ ਪੰਜਾਬ ਦੇ ਵਿੱਚ ਵੀ ਸੈਕਟਰ 17 ਚੰਡੀਗੜ੍ਹ ਦੇ ਵਿੱਚ ਵੀ। ਆਪਣਾ ਇੱਕ ਸਵਾਲ ਹੈ, ਮੈਂ ਲੈ ਲਾਂ, ਸ਼ਾਇਦ ਤੁਹਾਡੇ ਬਾਰੇ ਨਾ ਹੋਵੇ ਕੋਈ, ਸੁਰਿੰਦਰ ਸਿੰਘ ਜੀ ਕੋਈ ਸਵਾਲ ਪੁੱਛਣਾ ਚਾਹੁੰਦੇ ਤਾਂ ਇਸ ਵਕਤ ਰਾਜਨੀਤਿਕ ਮਾਮਲਿਆਂ ਦੇ ਬਾਹਰ ਤੇ ਵਕਾਲਤ ਨਾਲ ਵਾਬਸਤਾ ਸਰ ਸੁਰਿੰਦਰ ਸਿੰਘ ਲਾਈਨ 'ਤੇ ਨੇ। ਤੁਸੀਂ ਆਨ 에ਅਰ ਹੋ ਸਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਨੂੰ ਵੀ ਤੇ ਦੂਸਰੇ ਗੈਸਟ ਜਿਹੜੇ ਆਪ ਜੀ ਨੇ ਸੱਦੇ ਹੋਏ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਾਹਿਬ ਜੀ। ਮੈਂ ਪੁੱਛਣਾ ਇਹ ਚਾਹਾਂਗਾ, ਜਦੋਂ ਇਹ ਐਗਜ਼ਾਮਪਲ ਹੈਗਾ ਆਪਣਾ ਟਵਾਣਾ ਸਾਹਿਬ ਤੇ ਆਪਣੇ ਦੂਸਰੇ ਭਾਈ ਸਾਹਿਬ ਉਹਨਾਂ ਨੂੰ ਵੀ, ਜਦੋਂ ਕਿਸੇ ਪੈਟਰੋਲ ਪੰਪ ਤੇ ਤੁਸੀਂ ਜਾਂਦੇ ਹੋ, ਭਾਵੇਂ ਉਹ ਕਾਂਗਰਸ ਦਾ ਵਰਕਰ ਹੋਵੇ, ਭਾਵੇਂ ਉਹ ਅਕਾਲੀ ਦਾ ਵਰਕਰ ਹੋਵੇ, ਭਾਵੇਂ ਬੀਜੇਪੀ ਦਾ ਹੋਵੇ, ਜਾਂ ਕੋਈ ਵੀ ABCD XYZ ਜੋ ਵੀ ਮਰਜ਼ੀ ਹੋਏ, ਜੇ ਫੋਰ ਐਗਜ਼ਾਮਪਲ ਪੈਟਰੋਲ ਜਾਂ ਡੀਜ਼ਲ ਦਾ ਭਾਅ ਜਿਹੜਾ ਹੈਗਾ ਉਹ 70 ਰੁਪਏ ਹੈਗਾ ਜਾਂ 75 ਰੁਪਏ ਪਰ ਲੀਟਰ ਹੈਗਾ, ਤੇ ਕਿਆ ਉਹ ਬੀਜੇਪੀ ਦੇ ਬੰਦੇ ਨੂੰ ਦੇਖ ਕੇ ਕਹਿੰਦਾ ਹੈਗਾ ਨਹੀਂ ਮੈਂ ਤੈਨੂੰ 55 ਦੇਵਾਂਗਾ ਤੇ ਤੈਨੂੰ ਮੈਂ 75 ਨਹੀਂ ਦੇਣਾ? ਮੈਨੂੰ ਇਸ ਦਾ ਪਹਿਲੇ ਜਵਾਬ ਦਿਓ, ਫਿਰ ਮੈਂ ਅੱਗੇ ਗੱਲ ਤੋਰਦਾ। ਨਹੀਂ, ਬਿਲਕੁਲ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ ਜੀ। ਫਿਰ ਤੁਸੀਂ ਵੇਖੋ, ਜਿਹੜੇ ਅੱਜ ਬੀਜੇਪੀ ਦੇ ਜਾਂ ਜਿਹੜੇ ਇਸ ਕਾਨੂੰਨਾਂ ਦੇ ਹੱਕ ਦੇ ਅੰਦਰ ਬੋਲ ਰਹੇ ਨੇ ਜਾਂ ਚੰਗਾ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਆ ਉਹਨਾਂ ਦੀ ਅਕਲ ਦੇ ਉੱਤੇ ਅੰਧੇਰਾ ਪੈ ਰੱਖਿਆ? ਜਿਹੜਾ ਵਪਾਰੀ ਵਪਾਰ ਕਰਦਾ ਹੈਗਾ ਉਸਨੇ ਅਕਸਰ ਨੂੰ ਪ੍ਰੋਫਿਟ ਕਰਨ ਵਾਸਤੇ ਵਪਾਰ ਕਰਨਾ ਜੇ। ਉਹ ਵਪਾਰ ਕਰੇਗਾ ਤੇ ਕੰਜ਼ਿਊਮਰ ਦੀ ਜੇਬ ਚੋਂ ਪੈਸਾ ਕੱਢੇਗਾ। ਜਦੋਂ ਕੰਜ਼ਿਊਮਰ ਦੀ ਅੱਖਾਂ ਦੇ ਉੱਤੇ ਅੰਧੇਰਾ ਪੈ ਚੁੱਕਿਆ ਜੇ, ਉਹਨੂੰ ਨਜ਼ਰ ਨਹੀਂ ਆਉਂਦਾ। ਜਦੋਂ ਇਹਨਾਂ 3 ਕਾਨੂੰਨਾਂ ਦੇ ਅੰਦਰ ਇੱਕ ਕਾਨੂੰਨ ਕਹਿੰਦਾ ਵੀ ਤੁਸੀਂ ਅਨਲਿਮਿਟਿਡ ਸਟੋਰੇਜ ਕਰ ਸਕਦੇ ਹੈਗੇ ਹੋ, ਜਦੋਂ ਉਸ ਬੰਦੇ ਨੇ ਸਸਤੇ ਭਾਅ ਦੇ ਉੱਤੇ ਵਪਾਰੀ ਨੇ ਖਰੀਦ ਕੇ ਉਹਨਾਂ ਸਟੋਰਾਂ ਦੇ ਅੰਦਰ ਰੱਖ ਲਿੱਤਾ, ਉਹਨਾਂ ਸਟੋਰਾਂ ਦੇ ਅੰਦਰੋਂ ਉਹ ਸਪਲਾਈ ਨੂੰ ਕੰਟਰੋਲ ਕਰੇਗਾ। ਡਿਮਾਂਡ ਐਂਡ ਸਪਲਾਈ ਮਾਰਕੀਟ ਦੇ ਅੰਦਰ ਜਿਹੜਾ ਪ੍ਰਾਈਸ ਨੂੰ ਡਿਟਰਮਿਨ ਕਰਦੀ ਹੈ, ਪ੍ਰਾਈਸ ਨੂੰ ਨਿਰਧਾਰਿਤ ਕਰਦੀ ਹੈ। ਜਦੋਂ ਸਪਲਾਈ ਘੱਟ ਕਰਕੇ ਹੌਲੀ ਹੌਲੀ ਉਹ ਭੇਜੇਗਾ, ਡਿਮਾਂਡ ਜ਼ਿਆਦਾ ਹੋਏਗੀ, ਕਿਉਂਕਿ ਰੋਟੀ ਤਾਂ ਹਰੇਕ ਨੇ ਖਾਣੀ ਹੈ ਨਾ। ਫਿਰ
ਡਿਮਾਂਡ ਜ਼ਿਆਦਾ ਹੋਏਗੀ ਤੇ ਨੈਚੁਰਲੀ ਗੱਲ ਹੈ ਹਰੇਕ ਪ੍ਰੋਡਿਊਸ ਦੀ, ਸਬਜ਼ੀਆਂ ਦੀ, ਫਰੂਟਸ ਦੀ, ਜਿੰਨੇ ਵੀ ਚੀਜ਼ਾਂ ਹੋਣਗੀਆਂ ਉਹਨਾਂ ਦੇ ਪ੍ਰਾਈਸਿਸ ਉਹ ਜਾਣ ਕੇ ਉੱਪਰ ਰੱਖਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਵੱਧ ਤੋਂ ਵੱਧ ਉਹਦੀ ਮਨਸ਼ਾ ਕੀ ਹੋਏਗੀ, ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ ਮਾਰਕੀਟ ਦੇ ਅੰਦਰੋਂ। ਤੇ ਕਿਆ ਕੰਜ਼ਿਊਮਰ ਨੂੰ ਨਜ਼ਰ ਨਹੀਂ ਆਉਂਦਾ? ਕਿਸਾਨਾਂ ਨੇ ਤੇ ਚਲੋ ਜਿਵੇਂ ਕਿਵੇਂ ਕਰਕੇ ਸਾਰ ਲੈਣਾ ਜੇ। ਐਟ ਦੀ ਐਂਡ ਆਫ ਦਾ ਡੇ ਜਿਹੜਾ ਕੰਜ਼ਿਊਮਰ ਹੈ, ਜਿਹੜਾ ਉਪਭੋਗਤਾ ਹੈਗਾ, ਜਿਹਨੇ ਜੇਬ ਚੋਂ ਪੈਸੇ ਕਢਾਉਣੇ ਨੇ ਵਪਾਰੀ ਨੇ, ਜਿੰਨੇ ਇਹ ਕਾਰਪੋਰੇਟ ਘਰਾਣੇ ਨੇ, ਅਕਸਰ ਨੂੰ ਉਹਨਾਂ ਨੇ ਉਪਭੋਗਤਾ ਤੋਂ, ਕੰਜ਼ਿਊਮਰ ਦੀ ਜੇਬ ਚੋਂ ਪੈਸੇ ਕੱਢਣੇ ਨੇ। ਤਾਂ ਜਦੋਂ ਉਹ ਇਸ ਚੀਜ਼ ਦੇ ਨਾਲ ਇਨਫਲੇਸ਼ਨ ਹੋਏਗਾ ਚੀਜ਼ਾਂ ਦਾ, ਤੇ ਸਭ ਤੋਂ ਵੱਡੀ ਸੱਟ ਕਿਹਨੂੰ ਵੱਜਣੀ ਜੇ? ਕੰਜ਼ਿਊਮਰ ਨੂੰ। ਕੰਜ਼ਿਊਮਰ ਕਿਉਂ ਨਹੀਂ ਉੱਠਦਾ ਹੈਗਾ? ਮੈਂ ਇਸ ਗੱਲ ਤੋਂ ਹੈਰਾਨ ਹਾਂ ਤੇ ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਕਿਆ ਉਹਨਾਂ ਨੂੰ ਅਵੇਅਰਨੈਸ ਨਹੀਂ ਕਰਵਾਈ ਜਾ ਰਹੀ ਜਾਂ ਅਵੇਅਰਨੈਸ ਦੀ ਘਾਟ ਹੈ ਉਹਨਾਂ ਨੂੰ? ਜਦੋਂ ਉਹ ਬੀਜੇਪੀ ਦੇ ਵੀ ਹੋਣਗੇ, ਉਹ 75 ਰੁਪਏ ਲੀਟਰ ਨੂੰ ਹੀ ਡੀਜ਼ਲ ਖਰੀਦਣਗੇ, ਤੇ ਜੇ ਕੱਲ ਨੂੰ ਕੋਈ ਫਲ ਫਰੂਟ ਸਬਜ਼ੀਆਂ ਜਾਂ ਅਨਾਜ ਖਰੀਦਣਗੇ, ਭਾਵੇਂ ਜਿਹੜੇ ਅੱਜ ਇਸ ਦੇ ਹੱਕ 'ਚ ਨੇ, ਉਹਨਾਂ ਨੂੰ ਵੀ ਕੱਲ ਨੂੰ ਉਹੀ ਦਾਮ ਦੇਣਾ ਪੈਣਾ ਜੇ ਜੋ ਅੱਜ ਇਹਦੇ ਵਿਰੋਧ ਕਰ ਰਹੇ ਨੇ। ਬਰਾਬਰ ਹੀ ਲੈਣਾ ਵਪਾਰੀ ਨੇ ਤੇ ਉਹਨਾਂ ਤੋਂ। ਥੈਂਕ ਯੂ ਬਨਵਾਸ ਸਾਹਿਬ, ਮਿਹਰਬਾਨੀ। ਪਰ ਗੱਲ ਇਹ ਹੈ ਬਨਵਾਸ ਸਾਹਿਬ, ਹਾਲ ਦੀ ਘੜੀ ਇਹ ਲੋਕ ਬੀਜੇਪੀ ਦੇ ਸਪੋਕਸ ਪਰਸਨ ਬਣੇ ਹੋਏ ਨੇ, ਕਿਉਂਕਿ ਸਾਡੇ ਲੋਕ ਲੀਡਰਾਂ ਦੇ ਭਗਤ ਬਣ ਜਾਂਦੇ ਨੇ। ਬਿਲਕੁਲ ਇਹ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਬਨਵਾਸ ਸਾਹਿਬ ਨੇ ਪੁੱਛਿਆ ਕਿ ਬੀਜੇਪੀ ਦੇ ਕੁਝ ਲੋਕ ਮੰਨਣ ਨੂੰ ਤਿਆਰ ਕਿਉਂ ਨਹੀਂ ਹੈ? ਹਰਜੀਤ ਸਿੰਘ ਗਰੇਵਾਲ ਜਾਂ ਇਹ ਬੀਜੇਪੀ ਦੇ ਜਿਹੜੇ ਲੋਕ ਨੇ, ਇਹਨਾਂ 'ਤੇ ਪ੍ਰੈਸ਼ਰ ਵੀ ਬਹੁਤ ਹੈ, ਕਿਉਂਕਿ ਹਰਜੀਤ ਸਿੰਘ ਗਰੇਵਾਲ ਜਾਂ ਸੁਰਜੀਤ ਜਾਨੀ ਜਦੋਂ ਤੋਂ ਮੋਦੀ ਸਾਹਿਬ ਨਾਲ ਮੁਲਾਕਾਤ ਕਰਕੇ ਆਏ ਨੇ, ਉਸ ਤੋਂ ਬਾਅਦ ਜਾਨੀ ਦੇ ਵੀ ਤੇਵਰ ਬਦਲ ਗਏ। ਉਹਦਾ ਵੀ ਜਿਹੜਾ ਹੈਗਾ ਨਾ, ਜ਼ੁਬਾਨ ਸਖਤ ਹੋ ਗਈ ਹੈ ਕਿਸਾਨਾਂ ਦੇ ਬਾਰੇ। ਕੀ ਇਹ ਮੋਦੀ ਸਾਹਿਬ ਦੀ ਡਿਕਟੇਟਰਸ਼ਿਪ ਹੈ, ਜਿਸ ਕਰਕੇ ਹੇਠਲਾ ਕੇਡਰ ਹੈ ਜਿਹੜਾ ਬੋਲਣ ਨੂੰ ਤਿਆਰ ਨਹੀਂ ਹੈ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ? ਹਾਂ, ਜਾਗਦੀ ਜ਼ਮੀਰ ਵਾਲੇ ਬੜੇ ਲੋਕ ਨੇ, ਉਹ ਭਾਵੇਂ ਲਕਸ਼ਮੀ ਕਾਂਤਾ ਚਾਵਲਾ, ਉਹਨਾਂ ਨੇ ਵਿਰੋਧ ਕੀਤਾ, ਮਾਸਟਰ ਮੋਹਨ ਲਾਲ ਨੇ ਕੀਤਾ, ਤੇ ਇਸ ਦੌਰਾਨ RSS ਦੇ ਕਿਸਾਨ ਵਿੰਗ ਦੇ ਬਦਰੀ ਨਾਰਾਇਣ ਚੌਧਰੀ ਨੇ ਕੀਤਾ, ਜਨਰਲ ਸਕੱਤਰ ਨੇ, ਪਰ ਉਹਨਾਂ ਨੇ ਮਤੇ ਵੀ 15,000 ਲਿਆਂਦੇ। ਪਰ ਬਾਕੀ ਲੀਡਰ ਕਿਉਂ ਚੁੱਪ ਨੇ? ਮੋਦੀ ਸਾਹਿਬ ਤੋਂ ਡਰਦੇ ਆ? ਹਾਂ ਟਵਾਣਾ ਸਾਹਿਬ, ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹਾਂ। ਪਹਿਲੀ ਗੱਲ ਤੇ ਇਹ ਆ ਕਿ ਸਰਕਾਰ ਕੋਲੇ ਕੀ ਹੁੰਦਾ, ਇੱਕ ਘੁਰਕੀ ਹੁੰਦੀ ਤੇ ਇੱਕ ਬੁਰਕੀ ਹੁੰਦੀ ਆ, ਤੇ ਇਹਨਾਂ ਲੋਕਾਂ ਨੂੰ ਦੋਨੋਂ ਚੀਜ਼ਾਂ ਦਿਖਾਈ ਦੇ ਰਹੀਆਂ ਨੇ। ਘੁਰਕੀ ਤਾਂ ਜਦੋਂ ਮਰਜ਼ੀ ਦੇ ਦੇਣ, ਤੇ ਜਦੋਂ ਕੋਈ ਹੱਥੋਂ ਪੈਰੋਂ ਨਿਕਲਦੀ ਆ, ਦੇਖੋ ਉਹੀ ਸੁਰਜੀਤ ਕੁਮਾਰ ਜਿਆਣੀ ਸੀ ਜਿਹੜਾ ਕਿਸਾਨਾਂ ਦੀ ਫੇਵਰ 'ਚ ਬੋਲਦਾ ਸੀ, ਕਹਿੰਦਾ ਸੀਗਾ ਕੇਂਦਰ ਨੂੰ ਬੈਠ ਕੇ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਆ, ਕਿਉਂ ਨਹੀਂ ਇਹਨਾਂ ਦੇ ਜਿਹੜੇ ਕਾਨੂੰਨ ਆ, ਇਹਨਾਂ ਦੇ ਜਦੋਂ ਇਹਨਾਂ ਨੂੰ ਨਹੀਂ ਚਾਹੀਦੇ ਤੇ ਰੱਦ ਕਰਨੇ ਚਾਹੀਦੇ। ਇਹ ਉਹੀ ਸੁਰਜੀਤ ਕੁਮਾਰ ਜਿਆਣੀ ਆ, ਠੀਕ ਆ। ਜਦੋਂ ਉਹਨੂੰ ਘੁਰਕੀ ਮਿਲੀ ਤੇ ਉਹ ਚੁੱਪ ਹੋ ਗਿਆ, ਤੇ ਜਿੱਥੋਂ ਤੱਕ ਹਰਜੀਤ ਗਰੇਵਾਲ ਦਾ ਉਹਨੂੰ ਬੁਰਕੀ ਮਿਲੀ, ਤੇ ਉਹਨੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਵਿਰੁੱਧ ਜਿਹੜਾ ਉਹ ਵਾਹ ਵੇਲਾ ਜਿਹੜਾ ਉਹ ਖੜਾ ਕੀਤਾ ਹੋਇਆ ਵਾ। ਆਪਾਂ ਨੂੰ ਪਤਾ, ਪੂਰੀ ਭਾਰਤ ਸਰਕਾਰ ਜਿਹੜੀ, ਆਪਾਂ ਸ਼ੁਰੂ ਤੋਂ ਟਵਾਣਾ ਸਾਹਿਬ ਹਰ ਚੈਨਲ ਤੇ ਕਹਿੰਦੇ ਆ ਰਹੇ ਆ ਕਿ ਦੇਖੋ ਉੱਥੇ ਅਮਿਤ ਸ਼ਾਹ, ਨਰਿੰਦਰ ਮੋਦੀ ਤੇ ਅਜੀਤ ਡੋਵਾਲ, ਤਿੰਨਾਂ ਦੇ ਉੱਤੇ ਜਿਹੜਾ ਉਹ ਪੂਰਾ ਦਾ ਪੂਰਾ ਭਾਰਤ ਜਿਹੜਾ ਉਹ ਖੜਾ। ਇਸ ਵੇਲੇ ਸਰਕਾਰ ਜਿਹੜੀ ਆ, ਕਿਸੇ ਚੌਥੇ ਬੰਦੇ ਦਾ ਉੱਥੇ ਨਾਮ ਨਿਸ਼ਾਨ ਹੈਗਾ ਤਾਂ ਦਿਖਾ ਦਿਓ ਜਿੱਤੇ ਕਿਸੇ ਦੀ ਚੱਲਦੀ ਹੋਵੇ, ਕਿਸੇ ਦੀ ਪੁੱਛ ਪ੍ਰਤੀਤ ਹੋਵੇ, ਠੀਕ ਹੈ। ਅੱਜ ਰੌਲਾ ਪਾਈ ਜਾਂਦਾ ਜਦੋਂ 2012 ਦੇ ਵਿੱਚ ਇਹੀ ਕੁਛ ਕਾਨੂੰਨ ਜਿਹੜੇ ਸੀਗੇ ਇਹ ਆਉਣ ਦੀ ਗੱਲ ਹੋਈ ਸੀ। ਅੱਜ ਉਹ ਵੀਡੀਓ ਜਿਹੜੀਆਂ ਉਹ ਨੈਟ ਤੇ ਪਈਆਂ ਨੇ, YouTube ਤੇ ਪਈਆਂ ਨੇ, ਕਿ ਉਸ ਵੇਲੇ ਸੁਸ਼ਮਾ ਸਵਰਾਜ ਪਾਰਲੀਮੈਂਟ 'ਚ ਕੀ ਕੁਝ ਬੋਲੀ ਸੀ, ਅਰੁਣ ਜੇਤਲੀ ਕੀ ਕੁਝ ਬੋਲਿਆ ਸੀ, ਉਹ ਸਾਰਿਆਂ ਦੇ ਸਾਹਮਣੇ ਆ। ਕਿਉਂ ਬੇਵਕੂਫ ਬਣਾਇਆ ਜਾ ਰਿਹਾ? ਗੱਲ ਤੇ ਇਹ ਹੈ ਨਾ ਵੀ ਹੁਣ ਜਦੋਂ ਜੇ ਇਹੀ ਕਾਨੂੰਨ ਕਾਂਗਰਸ ਲਿਆਉਂਦੀ ਸੀ, ਬੀਜੇਪੀ ਵਿਰੋਧ ਕਰਦੀ ਸੀ, ਹੁਣ ਜੇ ਬੀਜੇਪੀ ਲਿਆਈ ਆ ਤਾਂ ਕਾਂਗਰਸ ਵਿਰੋਧ ਕਰਦੀ ਆ। ਕਿਸਾਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਹੁਣ ਟਵਾਣਾ ਸਾਹਿਬ ਰਹੀ ਗੱਲ, ਮੈਂ ਇਹਦੇ 'ਚ ਇੱਕ ਗੱਲ ਕਲੀਅਰ ਕਰ ਦਿਆਂ ਕਿ ਜਿਹੜੀ ਮਾਰਕੀਟ ਫੀਸ ਦੀ ਵਾਰ-ਵਾਰ ਗੱਲ ਉੱਠ ਰਹੀ ਆ, ਉਹ ਜਿਹੜਾ APMC ਐਕਟ ਆ ਉਹ ਕੀ ਆ, ਬੇਸਿਕਲੀ ਕੀ ਆ, 1965 ਦਾ ਬਣਿਆ ਹੋਇਆ। ਉਹਦੇ 'ਚ ਜਿਹੜੀ 8.5% ਕਮਿਸ਼ਨ ਏਜੰਟ ਜਿਹੜਾ ਆੜਤੀ ਆ ਉਹਨੂੰ ਜਾਂਦਾ, ਉਹ ਕਿਹਦੇ ਤੋਂ ਜਾਂਦਾ? ਗੌਰਮੈਂਟ ਤੋਂ ਜਾਂਦਾ, ਉਹ ਕਿਸਾਨ ਤੋਂ ਨਹੀਂ ਜਾਂਦਾ। ਇਹ ਜਾਣ ਬੁੱਝ ਕੇ ਕੇਂਦਰ ਸਰਕਾਰ ਭਰਮ ਫੈਲਾ ਰਿਹਾ ਕਿ ਦੇਖੋ ਜੀ ਕਿਸਾਨਾਂ ਤੋਂ ਇੰਨੀ ਫੀਸ ਉਹ ਲੈ ਜਾਂਦੇ, ਉਹ 8.5% ਕਿਸਾਨਾਂ ਤੋਂ ਨਹੀਂ ਜਾ ਰਿਹਾ, ਉਹ ਗੌਰਮੈਂਟ ਤੋਂ ਜਾ ਰਿਹਾ। ਦੂਜੀ ਗੱਲ, ਕਿਸਾਨਾਂ ਤੋਂ ਸਿਰਫ 1% ਲਿਆ ਜਾਂਦਾ, ਉਹ ਵੀ 1980 ਤੋਂ, ਜਿਸ ਵੇਲੇ ਦਰਬਾਰਾ ਸਿੰਘ ਦੀ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ, ਉਹਨੇ ਕੀਤਾ ਸੀ 1% ਕਿਸਾਨਾਂ ਤੋਂ ਕੱਟਾਂਗੇ। ਉਹ ਜਿਹੜਾ 1% ਆ ਉਹਦੇ ਨਾਲ ਜਿਹੜਾ ਰੂਰਲ ਡਿਵੈਲਪਮੈਂਟ ਆ, ਜਿਹਦੇ 'ਚ ਆਪਣੀਆਂ ਪਿੰਡ ਦੀਆਂ ਸੜਕਾਂ ਜਿਹੜੀਆਂ 12 ਫੁੱਟ ਚੌੜੀਆਂ ਨੇ, ਉਹ ਪੰਜਾਬ ਮੰਡੀ ਬੋਰਡ ਬਣਾਉਂਦਾ, ਉਹ ਉਸ ਖਰਚੇ 'ਚੋਂ ਬਣਦੀਆਂ ਨੇ, ਉਹ ਹੋਰ ਕਿਤੇ ਖਰਚਿਆ ਨਹੀਂ ਜਾ ਸਕਦਾ। ਉਹ 1% ਸਿੱਧਾ ਮੰਡੀ ਬੋਰਡ ਕੋ ਜਾਂਦਾ, ਮੰਡੀ ਬੋਰਡ ਉਹਨੂੰ ਪਿੰਡ ਦੀਆਂ ਸੜਕਾਂ ਦੇ ਉੱਤੇ ਜਿਹੜਾ ਉਹ ਲਗਾਉਂਦਾ ਵਾ। ਹੁਣ ਕੇਂਦਰ ਸਰਕਾਰ ਦਾ ਇੱਕੋ ਦੇਖੋ ਜੀ, ਅਸੀਂ ਵਿਚੋਲੀਆ ਕੱਢ ਰਹੇ ਹਾਂ, ਵਿਚੋਲੀਆ ਕਿਸਾਨ ਨੂੰ ਖਾ ਗਿਆ। ਉਹ ਭੋਲੇ ਮਾਨਸਾ ਵਿਚੋਲੀਆ ਕਿੱਥੇ ਖਾ ਗਿਆ? ਵਿਚੋਲੀਏ ਕੋਲ ਜਿਹੜਾ 8.5% ਜਾਂਦਾ, ਉਹ ਜਿਹੜਾ ਗਵਰਨਮੈਂਟ ਆਫ ਇੰਡੀਆ ਕੋਲੋਂ ਆਉਂਦਾ, ਉਹ ਜਿਹੜੀ ਕੈਸ਼ ਕ੍ਰੈਡਿਟ ਲਿਮਟ ਆਉਂਦੀ ਆ, ਉਹਦੇ ਚੋਂ ਦਿੱਤਾ ਜਾਂਦਾ। ਉਹਦਾ ਕਿਸਾਨਾਂ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਹੈ।
ਹੁਣ ਗੱਲ ਤੇ ਆ ਵੀ ਪੈਂਡਾ ਆਪਣਾ ਕੇਂਦਰ ਸਰਕਾਰ ਛਡਾਉਣਾ ਚਾਹੁੰਦੀ ਆ, ਨਾਮ ਕਿਸਾਨਾਂ ਦਾ ਲੈਂਦੇ ਆ ਕਿ ਅਸੀਂ ਵਿਚੋਲੀਆ। ਭਲੇ ਮਾਨਸੋ, ਕਿਸਾਨ ਤਾਂ 6-6 ਮਹੀਨੇ ਦਾ ਐਡਵਾਂਸ ਚੱਕ ਕੇ ਫੇਰ ਆਪਦਾ ਗੁਜ਼ਾਰਾ ਚਲਾ ਰਿਹਾ। ਤੁਸੀਂ ਅੱਜ ਉਹਨੂੰ ਆੜਤੀਏ ਨੂੰ ਕੱਢ ਦੋਗੇ, ਕਿਸਾਨ ਦੇ ਪੱਲੇ ਕੀ ਆ? ਕਿਸਾਨ ਨੂੰ ਪੈਰਾਂ ਸਿਰ ਤਾਂ ਕਰੋ ਪਹਿਲਾਂ। ਜਿੰਨੀ ਦੇਰ ਕਿਸਾਨ ਪੈਰਾਂ ਸਿਰ ਨਹੀਂ ਹੋਊਗਾ ਉਨੀ ਦੇਰ ਕਿਸਾਨ ਚੱਲੂਗਾ ਕਿੱਥੋਂ? ਠੀਕ ਆ, ਤੁਸੀਂ ਜਿਹੜੀਆਂ 23 ਫਸਲਾਂ ਦੇ 23 ਦੇ 23 ਤੇ ਤੁਸੀਂ MSP ਅਨਾਉਂਸ ਕਰ ਦਿਓ, ਉਹਦੀ ਪ੍ਰੋਕਿਉਰਮੈਂਟ ਦੇ ਦਿਓ, ਪੂਰੇ ਇੰਡੀਆ ਦੀ ਸਰਕਾਰੀ ਖਰੀਦ ਤੁਸੀਂ ਕਰ ਲਓ। ਕਰਕੇ ਨਾਲ ਦੀ ਨਾਲ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਦੇ ਦਿਓ, ਅੰਬਾਨੀ ਨੂੰ ਦੇ ਦਿਓ, ਅਡਾਨੀ ਨੂੰ ਦੇ ਦਿਓ, ਟਾਟਾ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ। ਤੁਸੀਂ ਦੋ ਖਾਓ ਉਹਨਾਂ ਨੂੰ, ਨਾਲੇ ਉਹ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਲੈਣਗੇ, ਨਾਲੇ ਗਵਰਨਮੈਂਟ ਦਾ ਖਹਿੜਾ ਛੁੱਟੂਗਾ, ਤੇ ਨਾਲੇ ਕਿਸਾਨ ਸੁਖੀ ਆ, ਕਿਉਂਕਿ ਕਿਸਾਨ ਤੋਂ ਸਰਕਾਰ ਖਰੀਦੇ, ਕਿਸਾਨ ਨੂੰ ਪੇਮੈਂਟ ਸਰਕਾਰ ਕਰੇ, ਅੱਗੇ ਉਹ ਪ੍ਰਾਈਵੇਟ ਸੈਕਟਰ ਤੋਂ ਲਈ ਜਾਵੇ। ਗੱਲ ਖਤਮ। ਕਿਤੇ ਨਾ ਕਿਤੇ ਕੇਂਦਰ ਸਰਕਾਰ ਭੱਜਣਾ ਚਾਹੁੰਦੀ ਆ, ਵਾਹ ਵੇਲੇ ਜਾਣਬੁੱਝ ਕੇ ਖੜੇ ਕਰਦੀ ਆ। ਟਵਾਣਾ ਸਾਹਿਬ, ਇਹ ਜਿਹੜੇ ਤਿੰਨੇ ਕਾਨੂੰਨ ਆ, ਇਹਦੀ ਜਿਹੜੀ ਲੈਂਗੁਏਜ ਆ ਉਹ ਏਡੀ ਟੇਢੀ ਆ ਕਿ 10 ਦਿਨ ਤੱਕ ਬੰਦੇ ਨੂੰ ਅੱਜ ਪੜਨ ਬੈਠੇ, 10 ਦਿਨਾਂ ਤੱਕ ਉਹਦੀ ਸਮਝ ਤੋਂ ਬਾਹਰ ਆ। ਉਹਨੂੰ ਸਮਝ ਨਹੀਂ ਆਉਂਦੀ ਕਿ ਕਾਨੂੰਨ ਕਿਸ ਤਰੀਕੇ ਨਾਲ ਲਿਖੇ ਗਏ ਆ। ਜਦੋਂ ਉਹਨੂੰ ਪੰਜਾਬੀ 'ਚ ਟਰਾਂਸਲੇਟ ਕਰੋ ਅਰਥ ਹੋਰ ਨਿਕਲਦਾ, ਜਦੋਂ ਉਹਨੂੰ ਇੰਗਲਿਸ਼ 'ਚ ਸਮਝੋ ਹੋਰ ਨਿਕਲਦਾ। ਇਹ ਤਾਂ ਬੇਵਕੂਫ ਬਣਾਇਆ ਪਿਆ ਇਹਨਾਂ ਨੇ। ਤੇ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਜਾਂਦੇ ਜਾਂਦੇ ਇਹ ਵੀ ਦੱਸੋ, ਤੁਹਾਡਾ ਕਾਫੀ ਹਰਿਆਣਾ ਦੇ ਨਾਲ ਨਿੱਜੀ ਤੌਰ 'ਤੇ ਵੀ ਰਾਬਤਾ ਰਿਹਾ ਜ਼ਮੀਨੀ ਪੱਧਰ 'ਤੇ। ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਵੱਡਾ ਅਲਾਇੰਸ JJP, ਦੁਸ਼ਯੰਤ ਚੌਟਾਲਾ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਅਭੈ ਸਿੰਘ ਚੌਟਾਲਾ ਨੇ ਤਾਂ ਅਸਤੀਫਾ ਵੀ ਦੇ ਦਿੱਤਾ, ਤੇ ਪਰ ਭਤੀਜਾ ਉਪ ਮੁੱਖ ਮੰਤਰੀ ਹੈ ਦੁਸ਼ਯੰਤ ਚੌਟਾਲਾ ਨੇ, ਤੇ ਖੱਟੜ ਨੇ ਪਹਿਲਾਂ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ, ਤੇ ਅੱਜ ਦੁਸ਼ਯੰਤ ਚੌਟਾਲਾ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਜਿਹੜੀ ਸਥਿਤੀ ਬਣ ਰਹੀ ਹੈ ਕਿ 10 JJP ਦੇ ਵਿਧਾਇਕ ਨੇ, ਜਿਨ੍ਹਾਂ ਦੇ ਵਿੱਚੋਂ 6 ਵਿਧਾਇਕ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਚੁੱਕੇ ਨੇ। ਇਹ ਦੁਸ਼ਯੰਤ ਤੋਂ ਵੀ ਵੱਖਰੇ ਹੋ ਸਕਦੇ ਨੇ। ਇਸ ਦੌਰਾਨ ਖੱਟੜ ਸਰਕਾਰ ਦਾ ਕੀ ਭਵਿੱਖ ਵੇਖਦੇ ਹੋ? ਇੱਕ ਬਹੁਤ ਵੱਡੀ ਢਾਹ ਹੋਏਗੀ ਹਰਸਿਮਰਤ ਜਾਂ ਹੋਰਾਂ ਦੇ ਅਸਤੀਫਿਆਂ ਤੋਂ ਬਾਅਦ, ਅਗਰ ਖੱਟੜ ਸਰਕਾਰ ਖਿਲਰ ਪੁਲਰ ਜਾਂਦੀ ਹੈ ਜੀ। ਟਵਾਣਾ ਸਾਹਿਬ, ਪਹਿਲੀ ਗੱਲ ਤੇ ਆ, ਦੇਖੋ ਖੱਟਰ ਰਹੇ ਤੇ ਚਾਹੇ ਉੱਥੇ ਪ੍ਰੈਜ਼ੀਡੈਂਟ ਰੂਲ ਲੱਗੇ, ਰਹਿਣਾ ਤਾਂ BJP ਦਾ। ਪਹਿਲੀ ਗੱਲ ਤੇ ਇਹ ਬੜੀ ਸਪਸ਼ਟ ਆ। ਦੂਸਰੀ ਗੱਲ ਇਹ ਆ ਕਿ ਦੇਖੋ ਉੱਥੇ ਜਿਹੜਾ ਚੌਟਾਲਾ ਪਰਿਵਾਰ ਆ ਉਹ ਤਿੰਨ ਖੇਮਿਆਂ 'ਚ, ਜੇ ਦੇਵੀ ਲਾਲ ਦਾ ਪਰਿਵਾਰ 3 ਖੇਮਿਆਂ 'ਚ ਆ। ਜਿਹੜਾ ਉੱਥੇ ਓਮ ਪ੍ਰਕਾਸ਼ ਚੌਟਾਲਾ ਤੇ ਅਭੈ ਚੌਟਾਲਾ ਦੋਨੋਂ ਪਿਓ ਪੁੱਤ ਆ, ਉਹ ਇੱਕ ਬੰਨੇ ਆ। ਕੱਲਾ ਅਭੈ ਹੀ ਇਸ ਵਾਰ ਜਿੱਤਿਆ ਸੀ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ, ਬਾਕੀ ਉਹਨਾਂ ਦੇ ਸਾਰੇ ਹਾਰ ਗਏ ਸੀ। ਜਿੱਥੋਂ ਤੱਕ ਜਿਹੜਾ ਅਜੇ ਚੌਟਾਲਾ ਵਾ, ਅਜੇ ਚੌਟਾਲਾ ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਅੰਦਰ ਸੀ, ਉਹ ਪਿਓ ਪੁੱਤ ਦੋਨੋਂ ਅੰਦਰ ਸੀਗੇ, ਤੇ ਉਹਨਾਂ ਨੇ ਅਜੇ ਚੌਟਾਲਾ ਦੇ ਮੁੰਡੇ ਦੁਸ਼ਯੰਤ ਚੌਟਾਲਾ ਨੇ JJP ਬਣਾ ਲਈ। ਉਹਨਾਂ ਕੋਲ 11 ਵਿਧਾਇਕ ਨੇ ਇਸ ਵੇਲੇ। ਔਰ ਵੱਡੀ ਗੱਲ ਤੇ ਆ ਕਿ ਓਮ ਪ੍ਰਕਾਸ਼ ਚੌਟਾਲਾ ਦਾ ਇੱਕ ਭਰਾ ਰਣਜੀਤ ਸਿੰਘ, ਜਦੋਂ ਓਮ ਪ੍ਰਕਾਸ਼ ਚੌਟਾਲਾ ਨੂੰ ਹਰਿਆਣੇ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ, ਦੇਵੀ ਲਾਲ ਜਦੋਂ ਉਪ ਪ੍ਰਧਾਨ ਮੰਤਰੀ ਬਣਿਆ, ਉਸ ਵੇਲੇ ਉਹ ਮੁੱਖ ਮੰਤਰੀ ਬਣਾਇਆ ਗਿਆ ਸੀ, ਉਹ ਉਸ ਵੇਲੇ ਛੱਡ ਕੇ ਕਾਂਗਰਸ 'ਚ ਚਲ ਗਿਆ ਸੀ। ਬੜਾ ਲੰਬਾ ਸਮਾਂ ਕਾਂਗਰਸ 'ਚ ਰਿਹਾ, ਕਾਂਗਰਸ ਨਾਲ ਮਿਲੀ, ਤੇ ਇਸ ਵਾਰ ਉਹ ਆਜ਼ਾਦ ਜਿੱਤਿਆ। ਆਜ਼ਾਦ ਜਿੱਤ ਕੇ ਉਹ ਵੀ BJP ਨੂੰ ਸਪੋਰਟ ਕਰ ਰਿਹਾ। ਠੀਕ ਹੈ ਜੀ। ਓਮ ਪ੍ਰਕਾਸ਼ ਚੌਟਾਲੇ ਦਾ ਭਰਾ BJP ਨੂੰ ਆਜ਼ਾਦ ਤੌਰ ਤੇ ਸਪੋਰਟ ਕਰ ਰਿਹਾ। ਓਮ ਪ੍ਰਕਾਸ਼ ਚੌਟਾਲੇ ਦਾ ਇੱਕ ਮੁੰਡਾ ਜਿਹੜਾ ਉਹ BJP ਦੇ ਵਿਰੁੱਧ ਖੜਾ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ। ਓਮ ਪ੍ਰਕਾਸ਼ ਚੌਟਾਲੇ ਦਾ ਜਿਹੜਾ ਦੂਜਾ ਮੁੰਡਾ ਅਜੇ ਚੌਟਾਲਾ, ਉਹਦਾ ਮੁੰਡਾ ਦੁਸ਼ਯੰਤ ਚੌਟਾਲਾ ਆਪਦੇ 11 MLA ਲੈ ਕੇ ਡਿਪਟੀ ਮੰਤਰੀ ਬਣਿਆ ਬੈਠਾ। ਮਤਲਬ ਚੌਟਾਲਾ ਪਰਿਵਾਰ ਹੀ 3 ਗਰੁੱਪਾਂ 'ਚ ਜਿਹੜਾ ਉਹ ਇਸ ਵੇਲੇ ਉੱਥੇ ਵੰਡਿਆ ਹੋਇਆ। ਮਤਲਬ ਉਹਦੀ ਗੱਲ ਇਹ ਆ, ਸਰਕਾਰ ਗਿਰੇ ਨਾ ਗਿਰੇ ਬਾਅਦ ਦੀ ਗੱਲ, ਕਿਉਂਕਿ ਉੱਥੇ ਕੋਈ ਇੰਡੀਪੈਂਡੈਂਟ ਬੈਠੇ ਨੇ, ਕੁਛ ਉਹ 2-4 ਹੋਰ ਤੋੜ ਕੇ। ਮੈਨੂੰ ਨਹੀਂ ਲੱਗਦਾ ਕਿ ਏਡੀ ਜਲਦੀ ਸਰਕਾਰ ਗਿਰੇਗੀ। ਹਾਂ, ਦੁਸ਼ਯੰਤ ਚੌਟਾਲੇ ਨੂੰ ਭੱਜਣਾ ਪਏਗਾ। ਜਿਸ ਤਰ੍ਹਾਂ ਜੱਟਾਂ ਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਵੱਧ ਗਿਆ, ਉਸ ਤਰੀਕੇ ਦੇ ਨਾਲ ਉਹਨਾਂ ਨੂੰ ਭੱਜਣਾ ਪਊਗਾ। ਪਰ ਸਰਕਾਰ ਤੁਹਾਨੂੰ ਪਤਾ ਕਿ ਧੱਕੇ ਨਾਲ ਚਲਾਈ ਜਾਣਗੇ। ਜਿਸ ਤਰੀਕੇ ਦੇ ਨਾਲ ਉਹਨਾਂ ਰਾਜ ਸਭਾ 'ਚ ਕੀਤਾ, ਜਿਸ ਤਰ੍ਹਾਂ ਉਹਨਾਂ ਨੇ ਕਰਨਾਟਕ 'ਚ ਬਹੁਮਤ ਸਾਬਤ ਕੀਤਾ ਸੀ, ਜਿਸ ਤਰ੍ਹਾਂ ਉਹਨਾਂ ਮਹਾਰਾਸ਼ਟਰ 'ਚ ਫਡਨਵੀਸ ਨੂੰ ਧੱਕੇ ਨਾਲ ਮੁੱਖ ਮੰਤਰੀ ਬਣਾਇਆ ਸੀ, ਬਹੁਮਤ ਤੋਂ ਬਗੈਰ ਬਣਾਇਆ ਸੀ, ਜਦੋਂ ਕਿ ਸ਼ਿਵ ਸੈਨਾ ਨੇ ਸਪੋਰਟ ਨਹੀਂ ਸੀ ਕੀਤੀ ਤਦ ਵੀ। ਮਤਲਬ ਉਹ ਧੱਕਾ ਕਰਨਗੇ। ਪਰ ਕੁੱਲ ਮਿਲਾ ਕੇ ਇਹ ਆ, ਚਾਹੇ ਉੱਥੇ ਮਨੋਹਰ ਲਾਲ ਖੱਟਰ ਰਹੇ, ਚਾਹੇ ਰਾਸ਼ਟਰਪਤੀ ਰਾਜ ਲੱਗੇ, ਸਿੱਧੇ ਤੇ ਟੇਢੇ ਤਰੀਕੇ, ਦੋਨੋਂ ਤਰੀਕਿਆਂ ਦੇ ਨਾਲ ਉੱਥੇ ਜਿਹੜੀ ਆ ਉਹ BJP ਦੀ ਹੀ ਸਰਕਾਰ ਰਹਿਣੀ ਆ। ਹੋਰ ਕਿਸੇ ਦੀ ਜਿਹੜੀ ਹਾਲ ਦੀ ਘੜੀ ਨਹੀਂ ਬਣਨੀ ਹੈ ਜੀ। ਸੁਰਿੰਦਰ ਸਿੰਘ ਜੀ, ਤੁਸੀਂ ਬੇਸ਼ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੇ ਲੋਹੜੀ ਮਾਘੀ ਮੁਬਾਰਕ ਹੋਵੇ ਤੁਹਾਨੂੰ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮੁਬਾਰਕਾਂ ਤੁਹਾਨੂੰ ਵੀ, ਮੁਬਾਰਕਾਂ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ। ਕਿਉਂਕਿ ਦੁਸ਼ਯੰਤ ਚੌਟਾਲਾ ਨੇ ਮੋਦੀ ਸਾਹਿਬ ਨਾਲ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਨੂੰ ਚਾਲੇ ਪਾਏ ਨੇ। ਕੀ ਪ੍ਰੈਸ਼ਰ ਹੈ, ਕੀ ਗੱਲ ਮੋਦੀ ਸਾਹਿਬ ਨਾਲ ਹੋਈ ਹੈ, ਇਹ ਸ਼ਾਇਦ ਕੱਲ੍ਹ ਤੱਕ ਸਾਰਾ ਕੁਝ ਪਤਾ ਲੱਗ ਜਾਵੇ। ਸੋ ਇਸ ਵਾਰੀ ਲੋਹੜੀ ਦੇ ਰੰਗ
ਬਹੁਤ ਨਵਾਂ ਇਸਰ ਦਲਿੱਦਰ ਕਰਨਗੇ। ਦੂਜੇ ਬੰਨੇ ਜੇ ਗੱਲ ਕਰੀਏ ਮੱਧ ਪ੍ਰਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਬੀਜੇਪੀ ਨੇ ਬਹੁਤ ਹਾਏ ਤੌਬਾ ਮਚਾਈ ਸੀ, ਮਚਾਉਣੀ ਵੀ ਚਾਹੀਦੀ ਹੈ। ਪਰ ਦੂਜੇ ਬੰਨੇ ਮੱਧ ਪ੍ਰਦੇਸ਼ ਦਾ ਮੁਰੈਨਾ ਸ਼ਹਿਰ ਹੈ, ਉੱਥੇ ਮੋਰ ਬਹੁਤ ਨੇ, ਜਿਸ ਦੇ ਨਾਂ ਤੋਂ ਇਸ ਸ਼ਹਿਰ ਦਾ ਨਾਮ ਮੁਰੈਨਾ ਪਿਆ। ਯੂਪੀ ਤੇ MP ਦੀ ਸਰਹੱਦ 'ਤੇ ਵਸਿਆ ਇਹ ਸ਼ਹਿਰ ਹੈ। ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਮੁਰੈਨਾ ਦੇ ਵਿੱਚ ਮੋਰ ਤਾਂ ਬਰਡ ਫਲੂ ਨਾਲ ਸ਼ਾਇਦ ਨਹੀਂ ਮਰੇ, ਪਰ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 21 ਲੋਕਾਂ ਦੀ ਮੌਤ ਹੋ ਗਈ ਹੈ। ਸੋ ਇਸ ਸੰਬੰਧੀ ਉੱਥੋਂ ਦੇ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ ਅਤੇ ਉੱਥੋਂ ਦੇ ਕਲੈਕਟਰ ਅਨੁਰਾਗ ਵਰਮਾ ਅਤੇ SP ਅਨੁਰਾਗ ਸੁਜਾਤੀਆ ਨੂੰ ਹਟਾਉਣ ਦੇ ਆਦੇਸ਼ ਦਿੱਤੇ ਨੇ। SDOP ਨੂੰ ਸਸਪੈਂਡ ਕਰ ਦਿੱਤਾ। 5 ਸਾਲ ਪਹਿਲਾਂ ਜਿਸ ਇਲਾਕੇ ਦੇ ਵਿੱਚ ਬਸੰਤਪੁਰਾ ਮਾਨਪੁਰ ਦੇ ਵਿੱਚ ਸ਼ਰਾਬਬੰਦੀ ਦਾ ਨਿਰਣਾ ਲਿਆ ਗਿਆ ਸੀ, ਉਸੇ ਪਿੰਡ ਦੇ ਵਿੱਚ ਸ਼ਰਾਬ ਪੀਣ ਨਾਲ 3 ਦਿਨਾਂ ਦੇ ਵਿੱਚ 20 ਲੋਕਾਂ ਦੀ ਜਾਨ ਚਲੀ ਗਈ ਹੈ। ਜਾਣੀ ਜਿਸ ਪਿੰਡ ਨੇ ਸ਼ਰਾਬ ਬੰਦ ਕਰਨ ਦਾ ਫੈਸਲਾ ਕੀਤਾ ਸੀ, ਉਸੇ ਪਿੰਡ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਇਸ ਸੰਬੰਧੀ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਸ਼ਰਾਬ ਤਸਕਰ ਦਾ ਭਰਾ ਵੀ ਸ਼ਾਮਲ ਹੈ। ਸੋ ਇਸ ਤਰ੍ਹਾਂ 20 ਲੋਕ ਮਰਦੇ ਨੇ, ਸਾਰਾ ਕੁਝ ਹੋ ਰਿਹਾ। ਲੋਕਾਂ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ, ਉਹਨਾਂ ਨੇ ਮ੍ਰਿਤਕਾਂ ਦੇ ਸ਼ਵ ਟਰੈਕਟਰ 'ਤੇ ਰੱਖ ਕੇ ਲਿਜਾਣ ਦੀ ਜਿਹੜੀ ਹੈ ਮੰਗ ਕੀਤੀ, ਜਿਸ ਨੂੰ ਲੈ ਕੇ ਹੰਗਾਮਾ ਖੜਾ ਹੋ ਗਿਆ, ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਇਹ ਲੋਕ ਨੇ ਜਿਹੜੇ ਮਾਰੇ ਗਏ ਨੇ ਸ਼ਰਾਬ ਪੀ ਕੇ, ਇਹਨਾਂ ਦਾ ਤੁਰਤ ਫੁਰਤ ਸੰਸਕਾਰ ਕਰ ਦਿੱਤਾ ਜਾਵੇ, ਜਿਸ ਨੂੰ ਲੈ ਕੇ ਇਹ ਰੌਲਾ ਰੱਪਾ ਪਿਆ। ਲਓ ਤੁਹਾਨੂੰ ਕੁਝ ਗੀਤ ਸੰਗੀਤ ਦੀ ਦੁਨੀਆ ਦੇ ਨਾਲ ਜੋੜਦੇ ਹਾਂ ਅਤੇ ਉਸ ਤੋਂ ਬਾਅਦ ਆਪ ਦਾ ਸਵਾਗਤ। ਵੈਸੇ ਤਾਂ ਹਾਲਾਤ ਇਹ ਨੇ, ਲੋਹੜੀ ਦਾ ਦਿਨ ਹੈ, ਪਰ ਫਿਰ ਵੀ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ, ਕਹਿਣਾ ਪਵੇਗਾ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ। ਦੋਸਤੋ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਤਾਂ ਫ਼ੋਨ ਨੰਬਰ 9876309655 'ਤੇ ਆਪ ਜੀ ਕਾਲ ਕਰ ਸਕਦੇ ਹੋ, ਅਤੇ ਜਾਂ WhatsApp ਰਿਕਾਰਡਡ ਮੈਸੇਜ ਵੀ ਇਸ ਮੁਤਲਕ ਤੁਸੀਂ ਸਾਂਝਾ ਕਰ ਸਕਦੇ ਹੋ। ਅਤੇ ਗਾਮਾ ਸਿੰਘ ਸਿੱਧੂ ਹੋਰਾਂ ਨੇ ਵਧਾਈਆਂ ਭੇਜੀਆਂ ਲੋਹੜੀ ਅਤੇ ਮਾਘੀ ਦੀਆਂ, ਅਤੇ ਇਸ ਤਰ੍ਹਾਂ ਤੁਸੀਂ ਵੀ ਜਿਹੜੀ ਹੈ ਕੋਈ ਮੁਬਾਰਕ ਭੇਜਣਾ ਹੋਵੇ, ਕਿਉਂਕਿ ਕਈ ਵਾਰੀ ਸਮਾਂ ਸੂਟੇਬਲ ਨਹੀਂ ਹੁੰਦਾ, ਵੱਖ-ਵੱਖ ਜ਼ੋਨ ਨੇ, ਟਾਈਮ ਜ਼ੋਨ ਨੇ, ਸੋ ਉਸ ਮੁਤਾਬਕ ਤੁਸੀਂ ਵੀ ਆਪਣਾ ਸੁਨੇਹਾ ਭੇਜ ਸਕਦੇ ਹੋ, ਅਤੇ ਗਾਮਾ ਸਿੰਘ ਸਿੱਧੂ ਹੋਰਾਂ ਦਾ ਸੁਨੇਹਾ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ। ਸਤਿ ਸ੍ਰੀ ਅਕਾਲ ਡਵਾਣਾ ਸਾਹਿਬ ਜੀ, ਮੈਂ ਗਾਮਾ ਸਿੰਘ ਸਿੱਧੂ ਬੋਲਦਾ ਜੀ। ਲੋਹੜੀ ਅਤੇ ਮਾਘੀ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ। ਸੋ ਤੁਸੀਂ ਵੀ, ਕਿਉਂਕਿ ਇਹ ਮੇਰੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦਾ ਸੁਨੇਹੇ ਕਿਸੇ ਵੀ ਵਿਸ਼ੇ ਬਾਰੇ ਗੱਲਬਾਤ ਜੇ ਪ੍ਰੋਗਰਾਮ ਦੇ ਵਿੱਚ ਤੁਸੀਂ ਰਿਪੀਟ ਸੁਣਿਆ, ਕਿਉਂਕਿ ਇਹ ਪ੍ਰੋਗਰਾਮ ਰਿਪੀਟ ਵੀ ਕੀਤਾ ਜਾਂਦਾ, ਸੋ ਉਸ ਮੁਤਾਬਕ ਤੁਸੀਂ ਰਿਪੀਟ ਵੀ ਸੁਣਦੇ ਹੋ ਜਾਂ ਲਾਈਵ ਸੁਣਦੇ ਹੋ, ਜਾਂ ਮੈਂ ਤੁਹਾਡੀ ਕਾਲ ਨਹੀਂ ਲੈ ਪਾਉਂਦਾ, ਤਾਂ ਤੁਸੀਂ ਇਸ ਮੁਤਲਕ ਆਪਣਾ ਜਿਹੜਾ ਰਿਕਾਰਡਡ ਸੁਨੇਹਾ ਵੀ ਇਸ ਪ੍ਰੋਗਰਾਮ ਦੇ ਵਿੱਚ ਛੱਡ ਸਕਦੇ ਹੋ। ਅਤੇ ਕੁਛ ਗੀਤ ਸੰਗੀਤ ਦਾ ਸਿਲਸਿਲਾ, ਅਤੇ ਉਸ ਤੋਂ ਬਾਅਦ ਫਿਰ ਆਪ ਦਾ ਸਵਾਗਤ ਹੈ। ਕੁਝ ਹੋਰ ਮਹਿਮਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਬਾਰੇ ਬਹੁਤ ਸਾਰੀ ਤਾਕੀਦ ਕਰਦੇ ਬੋਲ ਮਰਹੂਮ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ। ਇਸ ਵਕਤ ਸਾਊਥ ਕੋਰੀਆ ਤੋਂ ਬਾਈ ਜੀ ਗੁਰਮੁਖ ਸਿੰਘ ਬੜੇ ਦੂਰ ਦਰਾਡਿਓਂ ਆਪਣੇ ਨਾਲ ਜੁੜੇ ਨੇ। ਗੁਰਮੁਖ ਸਿੰਘ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਜੀ, ਹਾਲ ਚਾਲ ਠੀਕ ਠਾਕ ਰਹੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਮਿਹਰਬਾਨੀ ਮੇਰਾ ਮਾਲਕ ਦੀਆਂ। ਹੋਰ ਸੁਣਾਓ ਕੀ ਹਾਲ ਚਾਲ ਨੇ ਸਾਊਥ ਕੋਰੀਆ, ਤੁਹਾਡੇ ਕੰਮ ਕਾਜ ਕਿਸ ਤਰ੍ਹਾਂ ਦਾ ਹੈਗਾ, ਮੌਸਮ ਬਹਾਰ ਸਾਊਥ ਕੋਰੀਆ ਦਾ ਕਿੱਦਾਂ ਦਾ, ਕਿੰਨੇ ਕੁ ਪੰਜਾਬੀ ਨੇ ਇੱਥੇ ਤੁਹਾਡੇ? ਜੀ ਪੰਜਾਬੀ ਹੈਗੇ ਜੀ, ਕਾਫੀ ਨੇ ਪੰਜਾਬੀ ਤਾਂ ਵਧੀਆ। ਉਹ ਬਾਜਵਾ ਸਾਹਿਬ ਮਿੱਤਰ ਹੁੰਦੇ ਸੀ ਪੁਰਾਣੇ ਰੇਡੀਓ ਵਕਤ ਦੇ, ਕਾਫੀ ਕਾਲਸ ਆਉਂਦੀਆਂ ਹੁੰਦੀਆਂ ਸੀ ਉਦੋਂ ਜੀ। ਹਾਂ ਜੀ, ਉਹ ਤਾਂ ਆਪਣੇ ਦੂਜਾ ਚਮਕੌਰ ਸਿੰਘ ਵੀ ਆਉਂਦੇ ਸੀ, ਚਮਕੌਰ ਸਿੰਘ ਹੁਣ ਨਹੀਂ ਆਉਂਦੇ। ਹਾਂ, ਚਮਕੌਰ ਸਿੰਘ ਆਉਂਦੇ ਹੁੰਦੇ ਸੀ ਕੋਰੀਆ ਤੋਂ ਜੀ। ਕਿਸ ਸ਼ਹਿਰ ਦੇ ਵਿੱਚੋਂ ਕੋਰੀਆ, ਥੋੜਾ ਜਾਣਕਾਰੀ ਦਿਓ, ਕਿੱਦਾਂ ਦੇ ਕੰਮ ਕਾਜ ਹੈਗੇ ਇੱਥੇ, ਕਿਸ ਤਰ੍ਹਾਂ ਦਾ ਮੌਸਮ ਬਹਾਰ ਹੈਗਾ ਸਾਊਥ ਕੋਰੀਆ ਦਾ? ਜੀ ਮੌਸਮ ਉਰੇ ਸਨੋ ਪੈਂਦੀ ਹੈ ਜੀ, ਉਰੇ ਪੈਂਦੀ ਹੈ ਸਨੋ, ਠੰਡ ਵਧੀਆ, ਠੰਡ ਕਾਫੀ ਰਹਿੰਦੀ ਉਰੇ ਲੰਬੀ ਜੀ। ਅੱਛਾ, ਹਾਂ। ਫਿਰ ਜਿਵੇਂ ਅੱਜ ਲੋਹੜੀ ਹੈ, ਸਿਆਲਾਂ 'ਚ ਕੰਮ ਥੋੜ੍ਹੇ ਘੱਟ ਜਾਂਦੇ, ਸਿਆਲਾਂ 'ਚ ਕੱਪੜੇ ਦਾ ਕੰਮ ਘੱਟ ਜਾਂਦਾ, ਹੋਰ ਵੀ ਕੰਮ ਘੱਟ ਜਾਂਦੇ ਨੇ। ਜਿਵੇਂ ਅੱਜ ਗੁਰਮੁਖ ਸਿੰਘ ਜੀ ਲੋਹੜੀ ਆ, ਮਾਘੀ ਹੈ, ਸੋ ਪੰਜਾਬ ਦੀਆਂ ਉਹ ਯਾਦਾਂ ਅਕਸਰ ਸਤਾਉਂਦੀਆਂ ਹੋਣੀਆਂ ਕਿ ਨਹੀਂ? ਹਾਂਜੀ, ਫਿਰ ਸਤਾਉਂਦੀਆਂ ਯਾਦਾਂ ਤਾਂ ਕੀ ਸਾਡੀ ਕਾਹਦੀ ਲੋਹੜੀ ਆ ਜੀ ਉਰੇ। ਸਾਡੀਆਂ ਕਾਹਦੀਆਂ ਲੋਹੜੀਆਂ ਦੀਵਾਲੀਆਂ ਹੈ। ਖੈਰ, ਬਾਕੀ ਸਾਧਨਾਂ ਨੇ ਨਾ, ਹੁਣ ਜਿਵੇਂ ਮੈਂ ਪਟਿਆਲੇ ਆ, ਤੁਸੀਂ ਕੋਰੀਆ 'ਚੋਂ ਕੋਈ ਦੁਨੀਆ ਦੇ ਕਿਸ ਖਿੱਤੇ 'ਚ ਬੈਠਾ, ਉਹ ਜਿਹੜੀਆਂ ਲੋਹੜੀਆਂ ਧੂਣੀਆਂ ਮੰਗਦੀਆਂ ਸੀ, ਮੇਰਾ ਖਿਆਲ ਹੈ ਸੋਸ਼ਲ ਸਾਈਟਸ ਨੇ, ਸਾਧਨਾਂ ਨੇ ਉਹ ਚੀਜ਼ਾਂ ਨੇੜੇ ਤਾਂ ਲਿਆਤੀਆਂ। ਉਹਨਾਂ ਹੁਣ ਅੱਗੇ ਚਿੱਠੀ ਲਿਖਦੇ ਸੀ, 2-2 ਮਹੀਨੇ ਚਿੱਠੀ ਉਡੀਕੀ ਜਾਂਦੇ ਸੀ, ਪਰ ਹੁਣ ਉਹ ਚੀਜ਼ਾਂ ਖੈਰ ਘੱਟ ਨੇ, ਹੈ ਨਾ?
ਹਾਂਜੀ ਹਾਂ, ਉਹ ਤਾਂ ਹੈਗੇ ਆ ਜੀ, ਉਹਦਾ ਫਰਕ ਤਾਂ ਹੈਗਾ ਹੀ ਆ ਜੀ। ਹੁਣ ਲੋਕੀ ਆਵਾ ਜੀ ਹੁਣ ਨਵੀਂ ਤਕਨੀਕ ਨਾਲ ਜੁੜ ਗਏ। ਹੁਣ ਪਹਿਲਾਂ ਦੀਆਂ ਗੱਲਾਂ ਚੱਲਣ ਆਉਂਗੇ, ਲੋਕ ਚਿੱਠੀ ਲਿਖਦੇ ਜੀ, ਕਿੰਨਾ ਟਾਈਮ ਆਉਂਦੀ ਨਹੀਂ ਜੀ। ਹੁਣ ਅਗਲਾ ਜਿਹੜੇ ਗੱਲ ਨਹੀਂ ਮਾੜੀ ਜੀ ਫੋਨ ਨੇ ਕਰਦੇ, ਘਰੋਂ ਜਿਹੜੇ ਫੋਨ ਕਰ ਜਾਂਦਾ ਫੋਨ ਨਹੀਂ ਆਇਆ, ਕੋਈ ਗੱਲ ਤਾਂ ਨਹੀਂ। ਅੱਗੇ ਅਗਲੇ ਨੂੰ ਹੁੰਦਾ ਹੀ ਚੱਲ ਆ ਗਈ ਚਿੱਠੀ ਆ ਜੂ, ਹੌਲੀ ਹੌਲੀ ਗੱਲ ਹੋਈ ਜਾਂਦੀ। ਹੁਣ ਤਾਂ ਰੋਜ਼ ਡੇਲੀ ਫੋਨ ਕਰੋ ਤਾਂ ਅਗਲਾ ਕਹਿੰਦਾ ਇੱਕ ਦਿਨ ਨਹੀਂ ਆਇਆ, ਕੀ ਗੱਲ ਹੋ ਗਈ, ਕਦ ਨਹੀਂ ਕਰਿਆ। ਹਾਂ ਬਿਲਕੁਲ। ਇਹ ਤਾਂ ਹੈਗਾ ਹੀ ਆ ਜੀ ਜ਼ਰੂਰ। ਹੋਰ ਇਹ ਤਾਂ ਜਦੋਂ ਪਾਣੀ ਦੀ ਬਾਰਾ ਤੁਹਾਡੇ ਚੱਲਦੀ ਸੀ ਜੋੜੀ, ਉਦੋਂ 2.5 ਨਾਲ 2.5 ਜੋੜਦੇ ਸੀ, ਜਿੱਦਾਂ ਹੀ ਸੁਣਦੇ ਆ। ਹਾਂ ਪਰਮਵੀਰ ਬਾਠ ਨਾਲ 2.5 ਜੋੜਦੇ ਹੁੰਦੇ ਸੀ ਜੀ ਜੀ। ਹਾਂਜੀ ਹਾਂ, ਪ੍ਰੋਗਰਾਮ ਤੁਹਾਡਾ ਵਧੀਆ ਹੁੰਦਾ ਜੀ, ਤੇ ਸੁਣਦੇ ਰਹੇ। ਮੈਂ ਤਾਂ ਪਹਿਲੇ ਦਿਨ ਹੀ ਜਦੋਂ ਤੁਹਾਡਾ ਫੇਸਬੁੱਕ ਤੇ ਪਾ ਗਿਆ, ਆਪਾਂ ਡਾਊਨਲੋਡ ਕਰ ਲਈ ਜੀ ਜਦ ਐਪ। ਅੱਛਾ ਪਰ ਕੰਮ ਤੇ ਨਹੀਂ ਨਾ ਫੋਨ ਹੁੰਦਾ ਜੀ, ਅੱਜ ਛੁੱਟੀ ਸੀਗੀ ਤਾਂ ਫੋਨ ਹੋ ਗਿਆ। ਕੰਮ ਤੇ ਮਸ਼ੀਨਾਂ ਦੇ ਕਰਕੇ ਗੱਲ ਨਹੀਂ ਬਣਦੀ, ਫਿਰ ਡਿਸਟਰਬੈਂਸ ਆਉਂਦੀ ਹੈ। ਫਿਰ ਕਈ ਦਾ ਫੋਨ ਨਾ ਕਰੋ, ਆਪਾਂ ਸੁਣੀ ਜਾਓ ਬਸ। ਮਤਲਬ ਫਿਰ ਵੀ ਜੇ ਦੇਖਿਆ ਜਾਵੇ ਬਾਕੀ ਸਾਧਨਾਂ 'ਚੋਂ ਰੇਡੀਓ ਕਾਫੀ ਕਾਰਗਰ ਹੈ ਕੰਮ ਵਾਲੇ ਬੰਦਿਆਂ ਵਾਸਤੇ, ਆਪਣੇ ਕੰਮ 'ਚ ਮਗਨ ਹਾਂਜੀ ਤੇ ਸੁਣਦੇ ਕੰਮ ਤੇ ਇਹਨਾਂ ਨੂੰ ਜੀ ਲੱਗਿਆ ਰਹਿੰਦਾ ਜੀ, ਸੁਣਦਾ ਰਹਿੰਦਾ ਅਗਲਾ, ਕੰਨ 'ਚ ਬਲੂਟੂਥ ਲਾ ਲੈਂਦਾ, ਅਗਲਾ ਸੁਣੀ ਜਾਂਦਾ, ਨਾਲੇ ਇਹਦਾ ਕਾਰੋਬਾਰ ਕਰੀ ਜਾਂਦਾ। ਜੀ ਨਾਲੇ ਟਾਈਮ ਲੰਘ ਜਾਂਦਾ, ਟਾਈਮ ਦਾ ਨਹੀਂ ਪਤਾ ਲੱਗਦਾ। ਹੁਣ ਜਿਵੇਂ 2 ਘੰਟੇ ਤੁਹਾਡਾ ਪ੍ਰੋਗਰਾਮ ਚੱਲਦਾ, ਉਦੋਂ ਵੀ ਤੁਹਾਡਾ ਪ੍ਰੋਗਰਾਮ ਹੁੰਦਾ ਜੀ। 2-3 ਘੰਟੇ ਦਾ ਉਦੋਂ ਸੁਣਦੇ ਸੀ, ਉਹ ਸਕਨੈਪ ਬਾਈ ਦਾ ਪਹਿਲਾਂ ਹੁੰਦਾ ਤੋਂ ਸਕਨੈਪ ਦਾ ਵੀ ਸੁਣੀਦਾ ਜੀ। ਹਾਂ ਹਾਂ ਪ੍ਰੋਗਰਾਮ ਸਾਰੇ ਹੀ ਸੁਣ ਦਿੰਦੇ ਸੀ ਕਿ ਰੇਡੀਓ ਤੇ ਟਾਈਮ ਪਾਸ ਵਧੀਆ ਹੋ ਜਾਂਦਾ ਜੀ। ਪਰ ਹੁਣ ਜਿਵੇਂ YouTube ਚੈਨਲ ਆ ਗਏ ਨੇ, ਵੀਡੀਓ ਜ਼ਿਆਦਾ ਆਉਂਦੀਆਂ, ਆਡੀਓ ਘੱਟ ਆਉਂਦੀਆਂ, ਤੇ ਫਿਰ ਉਹ ਕੰਮ ਛੱਡ ਕੇ ਦੇਖਣਾ ਪੈਂਦਾ ਨਾ ਉਹ ਚੀਜ਼ਾਂ, ਕਿ ਨਹੀਂ? ਧਿਆਨ ਉਹ ਤਾਂ ਨਹੀਂ ਫਿਰ ਆਉਂਦਾ ਜੀ। ਹੁਣ ਬੰਦਾ ਕੰਮ ਤੋਂ ਜੇ ਡਿਊਟੀ ਕਰਕੇ ਆਉਂਦਾ, ਫਿਰ ਬੰਦਾ ਥੋੜਾ ਬਹੁਤਾ ਫੇਸਬੁੱਕ ਤੇ ਦੇਖ ਲੈਂਦਾ, YouTube ਤੇ ਕਾਹਨੂੰ ਵੀਡੀਓ ਲਾਈਵ ਵੀ ਸੁਣ ਲਈਦਾ। ਜੀ। ਤੁਹਾਡਾ ਸਵੇਰ ਮੌਕੇ ਵਾਲਾ ਪ੍ਰੋਗਰਾਮ ਨੇ, ਸ਼ਾਮ ਵਾਲਾ ਸੁਣ ਲਿਆ। ਸਾਡੇ ਕੋਲ ਪਰ 3.5 ਘੰਟੇ ਦਾ ਫਰਕ ਆ, ਤੁਹਾਡੇ ਨਾਲ ਐਡਵਾਂਸ ਚੱਲਦੇ ਆ ਜੀ, ਪਰ ਸੁਣੀ ਜਾਈਦਾ ਜੀ। ਸਾਡੇ ਕੋਲ 10:30 ਵਜੇ ਪ੍ਰੋਗਰਾਮ ਚੱਲਦਾ, ਤੁਹਾਡਾ ਆਪਣੇ 30 ਕਿਲੋ ਨੇ 7 ਵਜੇ ਇੰਡੀਆ ਦੇ। ਅੱਛਾ, ਹੁਣ ਤੁਹਾਡੇ ਕੀ ਟਾਈਮ ਹੈ ਕੋਰੀਆ ਦਾ? ਤੁਹਾਡੇ ਕੀ ਸਮਾਂ ਚੱਲ ਰਿਹਾ ਇਸ ਵਕਤ? ਮੇਰੇ ਕੋਲੇ ਸਮਾਂ ਹੋ ਗਿਆ ਜੀ ਹੁਣ ਪੌਣੇ 12 ਹੋ ਗਏ ਪੂਰੇ। ਤੁਹਾਡੇ ਕੋਲੇ ਹੋ ਗਏ 8:15। ਹਾਂ 8:17 ਨੇ, ਠੀਕ ਹੈ। ਬਸ ਜੀ ਉਹੀ 3.5 ਘੰਟੇ ਦਾ ਫਰਕ ਹੈ ਜੀ 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 ਜੀ। ਥੈਂਕ ਯੂ ਭਾਈ ਗੁਰਮੁਖ ਸਿੰਘ ਜੀ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਲਓ ਇਸ ਵਕਤ ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ ਮੁਬਾਰਕਾਂ। ਸੋ ਲੋਹੜੀ ਮਾਘੀ ਜ਼ਿੰਦਗੀ ਨੂੰ ਇੱਕ ਨਵਾਂ ਉਤਸ਼ਾਹ ਬਖਸ਼ਦਾ, ਖਾਸ ਕਰਕੇ ਪੋਹ ਦੀਆਂ ਠੰਡਾਂ ਤੋਂ ਬਾਅਦ ਮਾਘ ਮਹੀਨੇ ਦੀ ਜਿਹੜੀ ਸ਼ੁਰੂਆਤ ਹੈ। ਮਾਘੀ ਦਾ ਜਿਹੜਾ ਨਹਾਉਣ ਹੈ, ਮਕਰ ਸੰਕ੍ਰਾਂਤੀ ਹੈ, ਸੂਰਜ ਮੇਖ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ, ਇਸ ਕਰਕੇ ਮੇਖ ਤੋਂ ਇਸ ਦਾ ਨਾਮ ਮਾਘੀ ਪਿਆ। ਆਪ ਦਾ ਸਵਾਗਤ ਇਸ ਵਕਤ ਇਟਲੀ ਤੋਂ ਬਾਈ ਜੀ ਜੁੜੇ ਨੇ। ਸਵਾਗਤ ਹੈ ਬਾਈ ਜੀ, ਤੁਸੀਂ ਆਨਰ ਹੋ। ਹਾਂਜੀ ਪਰਮਿੰਦਰ ਸਾਹਿਬ, ਟਵਾਣਾ ਸਾਹਿਬ, ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਵਧਾਈਆਂ ਬਹੁਤ ਬਹੁਤ ਲੋਹੜੀ ਦੀਆਂ। ਤੁਹਾਨੂੰ ਵੀ। ਕੌਣ ਬੋਲ ਰਹੇ ਹੋ? ਚਲੋ ਮੈਂ ਜੱਸੀ ਢੀਂਡਸਾ ਬੋਲ ਰਿਹਾ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਢੀਂਡਸਾ ਸਾਹਿਬ ਇਟਲੀ ਤੋਂ? ਹਾਂਜੀ ਮੈਂ ਇਟਲੀ ਤੋਂ ਕਾਲ ਕਰਦਾ ਪਿਆ ਜੀ ਜੀ। ਢੀਂਡਸਾ ਸਾਹਿਬ, ਕਿੱਦਾਂ ਫਿਰ ਬਚਪਨ ਦੇ ਵਿੱਚ ਉਹ ਲੋਹੜੀ ਕਿੱਦਾਂ ਮਨਾਉਂਦੇ ਸੀ? ਕਿਵੇਂ ਤਬਦੀਲੀਆਂ ਆ ਗਈਆਂ? ਅੱਜ ਕੱਲ੍ਹ ਟਵਾਣਾ ਸਾਹਿਬ ਨਾ ਇਲੈਕਟ੍ਰੋਨਿਕ ਹੀ ਆਉਂਦੀ ਹੈ ਨਾ ਲੋਹੜੀ। ਹਾਂਜੀ ਹਾਂਜੀ। ਟਵਾਣਾ ਸਾਹਿਬ ਜਿੱਥੋਂ ਮੈਂ ਬਿਲੋਂਗ ਕਰਦਾ, ਬਿਲਕੁਲ ਛੋਟਾ ਜਿਹਾ ਪਿੰਡ ਆ, ਤੇ ਅਸੀਂ ਸਾਰੇ ਮੁੰਡਿਆਂ ਨੇ ਤਾਂ ਇਕੱਠੇ ਹੋ ਕੇ ਪੈਸੇ ਤਾਂ ਗੈਦਰਿੰਗ ਕਰ ਲੈਣੀ, ਸਾਰੇ ਮੁੰਡਿਆਂ ਨੇ, ਤੇ ਲੋਹੜੀ ਮੰਗਣੀ, ਤੇ ਜਦੋਂ ਪੈਸੇ ਇਕੱਠੇ ਹੋ ਕੇ ਤੇ ਫਿਰ ਆਹੀ ਕ੍ਰਿਕਟ ਦੀ ਕਿੱਟ ਲਿਆਉਣੀ ਜਾਂ ਏਦਾਂ, ਹਨਾ। ਤੇ ਹੌਲੀ ਹੌਲੀ ਸਾਰੇ ਸਾਡੇ ਪਿੰਡ 'ਚ ਮਿਲਦਾ 2-3 ਮੁੰਡੇ ਰਹਿ ਗਏ ਹੁਣ, ਸਾਰੇ ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਹੁਣ ਤਾਂ ਮੈਨੂੰ ਵੀ 15-16 ਸਾਲ ਹੋ ਗਏ, ਕਦੇ ਲੋਹੜੀ ਤਾਂ ਇੱਕ ਵਾਰੀ ਦੇਖੀ ਸੀ, ਦੀਵਾਲੀ ਦੇਖੀ ਨੂੰ ਤਾਂ 15-16 ਸਾਲ ਹੀ ਹੋ ਗਏ ਆ। ਬਿਲਕੁਲ ਬਿਲਕੁਲ। ਉਹਨਾਂ ਟਾਈਮਾਂ 'ਚ ਨਾ ਅਕਤੂਬਰ ਦੇ ਵਿੱਚ ਆ ਹੁੰਦਾ ਇੰਡੀਆ ਨੂੰ ਜੀ। ਬਚਪਨ ਜਵਾਨੀ 'ਚ, ਨਾਲੇ ਹੁਣ ਵੈਸੇ ਵੀ ਇਹ ਨਹੀਂ ਕਿ ਜਿਹੜੇ ਉਰੇ ਵੀ ਨੇ ਨਾ, ਉਹ ਵੀ ਤਿਉਹਾਰਾਂ ਦੇ ਮਾਹਨੇ ਬਦਲ ਗਏ ਬਾਈ ਢੀਂਡਸਾ ਸਾਹਿਬ। ਅੱਗੇ ਚੀਜ਼ਾਂ ਦੀ ਘਾਟ ਸੀ, ਅੱਗੇ ਜੇ ਘਰ 'ਚ ਨਾ ਕੋਈ ਨਿੱਕੀ ਜਿਹੀ ਚੀਜ਼ ਵੀ ਲਿਆਉਣੀ, ਉਹਦਾ ਹੀ ਬੜਾ ਚਾਅ ਸੀ। ਸਟੂਡੈਂਟ ਨੇ, ਬੱਚਿਆਂ ਨੇ ਨਵਾਂ ਪੈਨ ਕਾਪੀ ਲਿਆਉਣਾ, ਉਹਦਾ ਹੀ ਬੜਾ ਚਾਅ ਸੀਗਾ। ਹੁਣ ਸਾਡੇ ਮਹਿੰਗੀਆਂ ਚੀਜ਼ਾਂ ਨਾਲ ਵੀ ਨਾ ਚਾਅ ਮਾਰ ਲਏ ਅਸੀਂ, ਇਸੇ ਕਰਕੇ ਜ਼ਿੰਦਗੀ 'ਚ ਬੋਰੀਅਤ ਵੱਧ ਗਈ ਹੈ ਜੀ। ਟਵਾਣਾ ਸਾਹਿਬ, ਮੈਂ ਕਈ ਵਾਰੀ ਸੋਚਦਾ ਹਾਂ, ਮੇਰੀ ਲਾਈਫ ਦੀ ਸਭ ਤੋਂ ਵੱਡੀ ਖੁਸ਼ੀ ਪਤਾ ਕੀ ਸੀ? ਜਦੋਂ ਮੈਨੂੰ ਸਾਈਕਲ ਚਲਾਉਣਾ ਆਇਆ ਸੀਗਾ। ਕੈਂਚੀ ਸਿੱਖਿਆ ਹੋਗੇ ਮੇਰਾ ਖਿਆਲ ਹੈ, ਜਾਂ ਛੋਟਾ ਕੈਂਚੀ? ਹਾਂਜੀ ਨਹੀਂ ਕੈਂਚੀ ਖੇਤੀਬਾੜੀ 'ਚ ਸੀ ਕਿਤੇ, ਉਹ ਸਾਈਕਲ ਵੀ ਘਰ ਇੱਕੋ ਹੀ ਹੁੰਦਾ ਸੀ। ਇੱਕੋ ਹੀ ਹੁੰਦਾ ਸੀ, ਬਿਲਕੁਲ। ਅਸੀਂ ਤਾਂ ਆਪ ਕੈਂਚੀ ਸਿੱਖਿਆ। ਉਹ ਵੀ ਤੇ ਉਹ ਸਭ ਤੋਂ ਹੁਣ ਕਈ ਵਾਰੀ ਨਾ ਕਿੱਲੀ ਹੁੰਦੀ ਸੀ ਕੱਲੀ ਸਟੀਲ ਦੀ, ਪੈਡਲ ਨਿਕਲ ਜਾਂਦਾ ਸੀ। ਹਾਂਜੀ ਏਦਾਂ। ਬੜੀ ਹੈ। ਮੇਰੇ ਡੈਡੀ ਹੁਣ ਏਦਾਂ ਦੁੱਧ ਦਾ ਕੰਮ ਕਰਦੇ ਸੀ ਨਾ, ਉਹਨਾਂ ਦਾ ਸਾਈਕਲ ਥੋੜਾ ਜਿਹਾ ਹੈਵੀ ਹੁੰਦਾ ਸੀ,
ਉਦੋਂ ਹਾਂ, ਉੱਪਰ ਮਜ਼ਬੂਤ। ਡਿੱਗ ਪੈਣਾ, ਉਹ ਤੋਂ ਥੱਲੋਂ ਨਿਕਲਣਾ ਹੀ ਬਹੁਤ ਔਖਾ ਹੋ ਜਾਂਦਾ ਸੀ। ਪਰ ਫਿਰ ਵੀ ਤੇ ਪੰਗਾ ਫਿਰ ਹੁਣ ਲੈਣਾ, ਸਾਈਕਲ ਨਾਲ ਪੰਗਾ ਫਿਰ ਹਾਂਜੀ ਹਾਂਜੀ ਲੈਣਾ। ਹਾਂਜੀ ਤੇ ਹੁਣ ਮਹਿੰਗੀਆਂ ਗੱਡੀਆਂ ਵੀ ਝੂਟ ਲੈਂਦੀਆਂ, ਪਰ ਉਹ ਗੱਲ ਨਹੀਂ ਉਹ ਹੈਗੀ। ਸਵਾਦ ਨਹੀਂ ਹੈ, ਉਹ ਸਾਦਗੀ ਨਹੀਂ, ਉਹ ਨਹੀਂ ਸਵਾਦ ਨਹੀਂ, ਨਹੀਂ ਹੈ। ਬਿਲਕੁਲ ਵੀ ਨਹੀਂ। ਹਾਂ। ਨਵੀਂ ਗੱਡੀ ਦਾ ਚਾਹ 2 ਦਿਨ ਹੁੰਦਾ, ਤੀਸਰੇ ਦਿਨ ਫੇਰ ਉਹੀ। ਅਸੀਂ ਚਾਅ ਮਾਰ ਲਏ ਬਾਈ ਜੀ, ਤਾਂ ਹੀ ਅਸੀਂ ਬਹੁਤੇ ਦੁਖੀ ਹਾਂ। ਸੋ ਬਹੁਤ ਬਹੁਤ ਧੰਨਵਾਦ ਢੀਂਡਸਾ ਸਾਹਿਬ, ਮੁਬਾਰਕਾਂ ਬਹੁਤ ਬਹੁਤ। ਮਿਹਰਬਾਨੀ ਜੀ, ਮਿਹਰਬਾਨੀ। ਮਿਹਰਬਾਨੀ, ਥੈਂਕ ਯੂ। ਮੈਨੂੰ ਚੇਤੇ ਆ ਕਿ ਗਰੀਬੀ ਗੁਰਬਤ ਦੇ ਚੱਲਦਿਆਂ ਨਾ, ਮਤਲਬ ਵੇਖਦਿਆਂ ਦੀਆਂ ਗੱਲਾਂ ਨੇ, ਪਿੰਡਾਂ 'ਚ ਰਹੇ ਹਾਂ, ਪੈਂਟ ਇੱਕ ਅੱਧੀ ਹੁੰਦੀ ਸੀ ਜੋ ਘਸ ਜਾਣੀ ਨਾ, ਤਾਂ ਪੈਂਟ ਦੇ ਪਿਛਲੇ ਬੰਨੇ, ਕਿਉਂਕਿ ਘਸਣ ਦਾ ਕਾਰਨ ਕੀ ਸੀ, ਬਹੁਤ ਵਰਤੋਂ ਹੁੰਦੀ ਸੀ। ਅੱਜ ਕੱਲ੍ਹ ਤਾਂ ਪੈਂਟਾਂ ਇੰਨੀਆਂ ਪਾ ਹੀ ਨਹੀਂ ਹੁੰਦੀਆਂ। ਤੁਸੀਂ ਵੇਖੋ ਸ਼ਹਿਰਾਂ ਦੇ ਵਿੱਚ ਨਗਰ ਪਾਲਿਕਾ ਦੀ ਤੁਸੀਂ ਟਰਾਲੀ ਵੇਖੋ, ਨਗਰ ਪਾਲਿਕਾ ਦੀਆਂ ਰੇਹੜੀਆਂ ਵੇਖੋ, ਸ਼ਹਿਰਾਂ 'ਚ ਕੀ ਪਿੰਡਾਂ 'ਚ ਵੀ ਵੇਖਿਆ ਕਿ ਲੋਕਾਂ ਨੇ ਨਾ ਕੱਪੜਿਆਂ ਦੀਆਂ ਪੰਡਾਂ ਬੰਨ੍ਹ ਕੇ ਸੁੱਟੀਆਂ ਹੁੰਦੀਆਂ ਨੇ। ਉਹ ਕੰਮ ਵਾਲੇ ਨੂੰ ਦੇ ਦਿੰਦੇ ਨੇ, ਕੰਮ ਵਾਲੀ ਉਦੋਂ ਲੈ ਜਾਂਦੀ ਹੈ ਅਤੇ ਮੁੜ ਕੇ ਜਿਹੜਾ ਹੈਗਾ ਫਿਰ ਉਹ ਸੁੱਟ ਹੀ ਦਿੰਦੀ ਹੈ ਉਹਨੂੰ। ਜਿਹੜਾ ਤਾਂ ਕਾਟਨ ਦਾ ਕੱਪੜਾ, ਸੂਤੀ ਕੱਪੜਾ, ਉਹ ਤਾਂ ਗੱਡੀਆਂ ਗੁੱਡੀਆਂ ਸਾਫ਼ ਕਰਨ ਲਈ ਮਿਸਤਰੀ ਵਗੈਰਾ ਵਰਤ ਲੈਂਦੇ ਨੇ, ਜਾਂ ਕਾਟਨ ਦਾ ਕੱਪੜਾ ਵਰਤ ਲਿਆ ਜਾਂਦਾ। ਪਰ ਜਿਹੜੇ ਸਿੰਥੈਟਿਕ ਸੂਟ ਹੁੰਦੇ ਨੇ, ਤੁਸੀਂ ਵੇਖੋ ਪਿੰਡਾਂ 'ਚ ਤਾਂ ਕੀ, ਸ਼ਹਿਰਾਂ 'ਚ ਤਾਂ ਕੀ, ਪਿੰਡਾਂ 'ਚ ਵੀ ਲੋਕਾਂ ਨੇ ਗਠੜੀਆਂ ਦੀਆਂ ਗਠੜੀਆਂ ਸਿੱਟੀਆਂ ਹੋਈਆਂ ਨੇ। ਪਰ ਉਦੋਂ ਪੈਂਟ ਇੱਕ ਹੁੰਦੀ ਸੀ, ਉਹ ਪੌੜੀਆਂ ਸੀਮੈਂਟ ਦੀਆਂ ਜਦੋਂ ਉੱਤੋਂ ਸਲਾਈਡ ਕਰਦੇ ਆਉਂਦੇ ਸੀਗੇ ਨਾ, ਅਤੇ ਉਹ ਘਸ ਜਾਂਦੀ ਸੀ ਜਾਂ ਵੈਸੇ ਘਸ ਜਾਂਦੀ ਸੀ। ਉੱਥੇ ਪੈਂਟ ਦੇ ਉੱਤੇ ਪਿੱਛੇ ਨਾ ਬੀਬੀਆਂ ਟਾਕੀਆਂ ਲਾ ਦਿੰਦੀਆਂ ਸੀ, ਟਾਕੀ ਵੀ ਅੱਡ ਦੇ ਕੱਪੜੇ ਦੀ। ਉਹ ਫਿਰ ਕਹਿਣਾ, ਓਏ ਫਲਾਣਿਆ ਅੱਜ ਤਾਂ ਬੈਟਰੀ ਰਖਾ ਲਈ। ਉਹ ਮਤਲਬ ਦੂਰੋਂ ਬੰਦੇ ਦੀ ਪਿੱਠ ਦੇ ਨਾ ਉਹ ਪੈਂਟ ਐਂ ਲੱਗਦੀ ਸੀ ਜਿਵੇਂ ਬੈਟਰੀਆਂ ਰੱਖੀਆਂ ਹੁੰਦੀਆਂ ਨੇ, ਡਬਲ ਜੇਬਾਂ ਵਾਲੀ ਪੈਂਟ ਹੁੰਦੀ ਨਾ ਜਿਵੇਂ, ਉਹ ਅੱਡ ਦੀ ਟਾਕੀ ਦੂਰੋਂ ਹੀ ਦਿਸਣੀ। ਕਈਆਂ ਨੇ ਤਾਂ ਝੱਗਾ ਤਾਂ ਵਿੱਚ ਕੀ ਦੇਣਾ ਉਹਦਾ, ਕਿਉਂਕਿ ਝੱਗਾ ਵਿੱਚ ਦੇਣ ਵਾਲੇ ਨੂੰ ਤਾਂ ਕਹਿੰਦੇ ਸੀ ਇਹ ਤਾਂ ਯਾਰ ਜ਼ਿਆਦਾ ਮਾਡਰਨ ਹੈ। ਭੈਣ ਰਾਣੀ ਹਰਵਿੰਦਰ ਜੌਹਲ ਨੇ ਸੁਨੇਹਾ ਭੇਜਿਆ, ਇਹਨਾਂ ਦਾ ਵੀ ਧੰਨਵਾਦ ਹੈ। ਸੋ ਉਸ ਦੌਰਾਨ ਜਿਹੜੀ ਗਰੀਬੀ ਗੁਰਬਤ ਸੀ, ਉਹਦਾ ਕੋਈ ਅਹਿਸਾਸ ਨਹੀਂ ਸੀ ਕਿਸੇ ਨੂੰ ਕਰਾਉਂਦਾ। ਜੇ ਕੋਈ ਅਮੀਰ ਵੀ ਸੀ ਨਾ, ਅਤੇ ਉਹ ਫਿਰ ਉਸ ਦਾ ਅਹਿਸਾਸ ਜਿਹੜਾ ਹੈਗਾ ਨਹੀਂ ਸੀ ਦੂਸਰੇ ਨੂੰ ਕਰਾਉਂਦਾ। ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਜਿਹੜਾ ਹੈਗਾ ਰੱਖਿਆ ਜਾਂਦਾ ਸੀ। ਸਾਈਕਲ ਦੇ ਪੈਡਲ ਟੁੱਟੇ ਹੁੰਦੇ ਸੀਗੇ, ਕਿੱਲੀ ਹੁੰਦੀ ਸੀ ਸਟੀਲ ਦੀ। ਕਈ ਵਾਰੀ ਤਾਂ ਇਹ ਹੁੰਦਾ ਸੀਗਾ ਕਿ ਕੁੱਤੇ ਫੇਲ ਹੋ ਜਾਂਦੇ ਸੀ। ਮੈਂ ਜ਼ਿਕਰ ਕਰਾਂ, ਮਾਫ਼ ਕਰਨਾ, ਜਿਹੜੇ ਕਈ ਪੇਂਡੂ ਤਬਕੇ ਦੇ ਬੱਚੇ ਜੋ ਅਸੀਂ ਵੇਖਿਆ, ਜੇ ਕੁੱਤੇ ਫੇਲ ਹੋ ਜਾਂਦੇ ਸਾਈਕਲ ਦੇ ਨਾ, ਕਈਆਂ ਨੇ ਕਹਿਣਾ ਨਾ ਮਾਫ਼ ਕਰਨਾ, ਮੈਨੂੰ ਇਹ ਦੱਸਣਾ ਪੈ ਰਿਹਾ ਕਿਉਂਕਿ ਇਹ ਚੀਜ਼ਾਂ ਦੇਖੀਆਂ ਨੇ, ਵਰਤੀਆਂ ਨੇ, ਤੁਸੀਂ ਵੀ ਹੁਣ ਕਹਿੰਦੇ ਆ ਭਾਵੇਂ ਸੰਕੋਚ ਹੋਵੇ। ਕਈਆਂ ਨੇ ਉਹਦੇ 'ਤੇ ਪਾਣੀ ਪਾ ਲੈਣਾ, ਜੇ ਪਾਣੀ ਨਾ ਹੋਣਾ ਨਾ, ਕਈਆਂ ਨੇ ਕਹਿਣਾ ਇਹਦੇ 'ਤੇ ਪਿਸ਼ਾਬ ਕਰ ਦਿਓ ਚੇਨ ਕਵਰ ਦੇ ਪਿਛਲੇ ਬੰਨੇ ਗਰਾਰੀ 'ਤੇ, ਇਹਦੇ ਨਾਲ ਕੁੱਤੇ ਠੀਕ ਹੋ ਜਾਣਗੇ। ਹੁੰਦਾ ਕੀ ਸੀ ਕਿ ਮਾੜਾ ਮੋਟਾ ਰੇਤਾ ਹੁੰਦਾ ਸੀ, ਉਹ ਕੁੱਤਾ ਅੜਕ ਜਾਂਦਾ ਸੀ। ਉਹ ਮਤਲਬ ਉਹਨੂੰ ਵੀ ਟੋਟਕਾ ਦੱਸਦੇ ਸੀ ਉਹ, ਹੈ ਨਾ। ਕੁੱਤੇ ਫਸ ਜਾਂਦੇ, ਸਾਈਕਲ ਚੱਲਣ ਲੱਗ ਪੈਂਦੇ, ਉਦੋਂ ਕੁੱਤੇ ਫੇਲ ਹੋ ਜਾਂਦੇ ਸੀ ਸਾਈਕਲ ਦੇ। ਅਤੇ ਪੈਡਲ ਟੁੱਟਿਆ ਹੁੰਦਾ ਸੀ, ਕਈ ਵਾਰੀ ਪੈਡਲ ਟੁੱਟਿਆ ਹੁੰਦਾ, ਇਕੱਲੀ ਕਿੱਲੀ ਦਿਸਦੀ ਹੁੰਦੀ ਸੀ ਵੱਡੀ, ਉਹ ਕਿੱਲੀ ਵੀ ਟੁੱਟ ਜਾਂਦੀ ਸੀ ਪੈਡਲ ਵਾਲੀ। ਉਹ ਜਿਹੜਾ ਚੈਨ ਕਵਰ ਘੁਮਾਉਂਦਾ ਨਾ, ਖਾਸ ਕਰਕੇ ਚੈਨ ਕਵਰ ਵਾਲਾ ਪਾਸਾ, ਉਹ ਪੈਡਲ ਜੜ੍ਹ ਤੋਂ ਟੁੱਟ ਜਾਂਦਾ ਸੀਗਾ। ਅਤੇ ਫਿਰ ਉਹਦਾ ਜਿਹੜਾ ਡੂਡਾ ਜਿਹਾ ਸੀ, ਇੱਕ ਪੈਡਲ ਵਾਲਾ ਪੈਡਲ ਮਾਰ ਕੇ ਵੀ ਪੰਜਾਬੀ ਸਾਈਕਲ ਚਲਾਉਂਦੇ ਮੈਂ ਅੱਖੀਂ ਵੇਖੇ ਨੇ। ਸੋ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ। ਅੱਜ ਜਿਹੜੀਆਂ ਕਾਰਾਂ, ਕੋਠੀਆਂ ਨੇ, ਬਹੁਤ ਕੁਛ ਹੈ। ਇਹ ਸਾਡੇ ਉਹਨਾਂ ਬਜ਼ੁਰਗਾਂ ਦੀ, ਬੇਬਿਆਂ ਦੀ ਮਿਹਨਤ ਹੈ, ਜਿਨ੍ਹਾਂ ਨੇ ਢਿੱਡਾਂ ਨੂੰ ਗੱਠਾਂ ਦੇ ਕੇ ਐਡੇ ਐਡੇ ਮਹਿਲ ਮਨਾਰੇ ਉਸਾਰੇ ਨੇ, ਜ਼ਮੀਨਾਂ ਨੂੰ ਆਬਾਦ ਕੀਤਾ ਆਪਣੇ ਖੂਨ ਪਸੀਨੇ ਮੁੜਕਿਆਂ ਦੇ ਨਾਲ। ਇਸ ਵਕਤ ਰਾਮ ਬਾਬਾ ਮਾਣੂਕੇ ਸਾਹਿਬ, ਸਵਾਗਤ ਹੈ, ਤੁਸੀਂ ਓਨਰ ਹੋ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਮਾਣੂਕੇ ਸਾਹਿਬ ਲੋਹੜੀ ਦੀਆਂ ਤੇ ਜੀ, ਲੋਹੜੀ ਦੀਆਂ ਤੇ ਮਾਘੀ ਦੀਆਂ ਵਧਾਈਆਂ ਸਰ, ਸਾਰੇ ਸਰੋਤਿਆਂ ਨੂੰ, ਆਪਣੀ ਟੀਮ ਨੂੰ, ਬਹੁਤ ਤੇ ਤੁਹਾਨੂੰ ਜੀ, ਧੰਨਵਾਦ, ਤੁਹਾਡੇ ਪਰਿਵਾਰ ਨੂੰ ਮਿਹਰਬਾਨੀ ਜੀ। ਸੋ ਇਹ ਪਹਿਲੀ ਲੋਹੜੀ ਆ, ਜਿਵੇਂ ਭੈਣ ਹਰਵਿੰਦਰ ਨੇ ਕਿਹਾ ਸਵੇਰੇ, ਸੋ ਪੂਰੀ ਬਲੇਗੀ ਜੀ ਅਖੀਰ ਤੱਕ, ਹੈ ਨਾ ਜੀ। ਹਾਂਜੀ, ਇਹ ਕਿਸਾਨਾਂ ਦੀ ਪਹਿਲੀ ਲੋਹੜੀ ਹੈ ਜੀ। ਦਰਅਸਲ ਲੋਕੀ ਜਾਗਰੂਕ ਆਪਣੇ ਹੁਣ ਹੋਏ ਆ, ਹੁਣ ਹੋਇਆ ਦੇਖੋ ਦੇਖਦੇ ਇਹ ਹਾਂਜੀ। ਹੁਣ ਦੇਖੋ ਜੀ, ਦਲਿੱਦਰ ਨੂੰ ਭਜਾਉਣਗੇ ਇਹ, ਤੇ ਈਸਰ ਲੈ ਕੇ ਆਉਣਗੇ ਜ਼ਰੂਰ। ਲੇਕਿਨ ਸਮਾਂ ਹਾਲੇ ਥੋੜਾ ਜਿਹਾ ਲੱਗ ਸਕਦਾ, ਲੇਕਿਨ ਬਣਾ ਲੈਣਗੇ, ਰੇਲ ਬਣਾ ਦੇਣਗੇ ਜੀ ਇਹ ਮੋਦੀ ਨੇ, ਜਿਹੜੀਆਂ ਟ੍ਰੇਨਾਂ ਵੇਚ ਰਿਹਾ ਏਦਾਂ ਬਣਾ ਦੇਣਗੇ, ਕਿਸਾਨ ਹਟਦੇ ਨਹੀਂ। ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਜੀ, ਇਲੈਕਸ਼ਨ ਦੇ ਵਿੱਚ ਆਪਣੇ ਵਾਲੇ ਪੰਜਾਬੀਆਂ ਲੀਡਰਾਂ ਨੂੰ ਵੀ ਚੰਗਾ ਲੱਗੂਗਾ, ਸੇਕ ਲੱਗਦਾ ਲੋਕੀ, ਕਿਉਂਕਿ ਹੁਣ ਜਾਗਰੂਕ ਬਹੁਤ ਹੋ ਚੁੱਕੇ ਆ ਜੀ। ਜੀ ਬਿਲਕੁਲ, ਹੋਣਾ ਵੀ ਚਾਹੀਦਾ। ਹਾਂਜੀ, ਇਹ ਹੈ ਸਰ ਜਵਾਬ ਜੀ ਇਹਨਾਂ ਨੂੰ। ਤੁਸੀਂ ਮਾਣੂਕੇ ਰਹਿੰਦੇ ਹੋ, ਕਿੱਥੇ ਰਹਿੰਦੇ ਹੋ? ਪਿੰਡਾਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਕੀ ਮਾਹੌਲ ਹੈ? ਤੇ ਜਿਹੜਾ ਰਵਾਇਤੀ ਤਰੀਕਾ ਸੀਗਾ, ਪਾਥੀ 10-15 ਰੁਪਏ ਦੀ ਹੋ ਗਈ ਹੈ ਨਾ, ਤੇ ਉਹ ਜਿਹੜਾ ਰਵਾਇਤੀ ਤਰੀਕਾ ਸੀਗਾ ਲੋਹੜੀ ਮਨਾਉਣ ਦਾ, ਉਹਦੇ ਵਿੱਚ ਇਸ ਵਾਰੀ ਕੀ ਤਬਦੀਲੀ ਵੇਖ ਰਹੇ ਹੋ ਜੀ? ਸਰ
ਪਿੰਡਾਂ ਦੇ ਵਿੱਚ ਅੰਦੋਲਨ ਨੂੰ ਤਾਂ ਬਹੁਤ ਸਪੋਰਟ ਹੈ ਜੀ। ਸ਼ਹਿਰਾਂ ਦੇ ਵਿੱਚ ਵੀ ਕੱਲ ਮੈਂ ਲੁਧਿਆਣੇ ਸੀਗਾ, ਸਾਡੇ ਕਿਸੇ ਰਿਸ਼ਤੇਦਾਰੀ ਤੇ ਲੋਹੜੀ ਸੀ, ਤੇ ਸ਼ਹਿਰਾਂ ਦੇ ਵਿੱਚ ਵੀ ਕਾਫੀ ਸਪੋਰਟ ਆ। ਜਾਣੀ ਕਿ ਹਰ ਕੋਈ ਬੰਦਾ ਕਹਿੰਦਾ ਵੀ ਮੋਦੀ ਨੇ ਇਹ ਕੰਮ ਗਲਤ ਕੀਤਾ, ਕਿਸਾਨਾਂ ਨੂੰ ਤੰਗ ਕਰ ਰਿਹਾ ਜਾਣਬੁੱਝ ਕੇ। ਤੇ ਨੰਬਰ 2 ਤੇ ਜੀ ਸਰ, ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਆਪਾਂ ਨੂੰ ਲੋਹੜੀ ਬਾਰੇ ਸਰ, ਪਿੰਡਾਂ ਦੇ ਵਿੱਚ ਵੀ ਨਾ ਥੋੜਾ ਬਹੁਤਾ ਜਾਣੀ ਕਿ ਵੈਰ ਵਿਰੋਧ ਦੀ ਭਾਵਨਾ, ਜਿਵੇਂ ਆਂਢੀ ਨਾਲ ਗੁਆਂਢੀ ਨਾਲ ਮੱਚਦਾ, ਸਾਰੇ ਏਦਾਂ ਜੋ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਸ਼ਰੀਕੇ ਦੇ ਵਿੱਚ, ਉਹ ਥੋੜੀ ਜਿਹੀ ਵੈਰ ਵਿਰੋਧ ਦੀ ਭਾਵਨਾ ਹੈਗੀ ਆ ਕੁਛ ਪਿੰਡਾਂ ਦੇ ਵਿੱਚ। ਲੇਕਿਨ ਲੋਕ ਫਿਰ ਵੀ ਹੁਣ ਲਹਿਰ ਦੇ ਨਾਲ ਨਾ, ਕਿਸਾਨੀ ਲਹਿਰ ਦੇ ਨਾਲ ਥੋੜੇ ਇਕਜੁੱਟ ਹੋਏ ਆ ਜੀ ਸਭ। ਜਾਣੀ ਕਿ ਦੀ ਅੱਗੇ ਪਰਿਵਾਰ ਦੇ ਵਿੱਚ ਆਪਣੇ ਨਾ ਏਦਾਂ ਹੁੰਦਾ ਸੀ ਵੀ ਪਿਓ ਅਲੱਗ ਪਾਰਟੀ ਦਾ ਸੀ ਤੇ ਪੁੱਤਰ ਅਲੱਗ ਪਾਰਟੀ ਦਾ ਸੀ ਜੀ। ਲੇਕਿਨ ਹੁਣ ਇੰਨੇ ਲੋਕੀ ਇਕੱਠੇ ਆ, ਇੱਕ ਝੰਡੇ ਥੱਲੇ ਆਉਣ ਨੂੰ ਤਿਆਰ ਆ ਜੀ, ਆ ਵੀ ਰਹੇ ਆ। ਕੁਝ ਪਰਿਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਆ ਹੀ ਗਏ ਜੀ। ਮਾਣੂਕੇ ਸਾਹਿਬ, ਹਾਂਜੀ ਸਰ, ਓਕੇ ਸਰ, ਥੈਂਕ ਯੂ। ਮਿਹਰਬਾਨੀ। ਰਾਮ ਬਾਬਾ ਮਾਣੂਕੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਨਾਲ ਵੀ ਜੁੜਦੇ ਆ ਆਪਣੇ, ਅਤੇ ਰੇਡੀਓ ਨਾਲ ਵੀ ਅੱਜ ਪਹਿਲੀ ਵਾਰੀ ਇਹਨਾਂ ਦੀ ਕਾਲ ਆਈ ਹੈ। ਸੋ ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਹੈ, ਇਹ ਸਾਂਝਾਂ ਨੇ ਨਾ ਜਿਹੜੀਆਂ, ਇਹ ਸਾਂਝਾਂ ਸਾਡੇ ਸਮਾਜ ਨੂੰ ਹੋਰ ਮਜ਼ਬੂਤ ਕਰਦੀਆਂ ਨੇ। ਲੋਹੜੀ ਅੱਗੇ ਗਲੀ 'ਚ ਇੱਕੋ ਹੀ ਬਾਲੀ ਜਾਂਦੀ ਸੀ, ਇੱਕ ਪਿੰਡ 'ਚ ਇੱਕੋ ਹੀ ਜਗ੍ਹਾ ਲੋਹੜੀ ਬਾਲੀ ਜਾਂਦੀ ਸੀ। ਆਪਸੀ ਗਿੱਲੇ ਸ਼ਿਕਵੇ ਭੁਲਾ ਕੇ ਲੋਕ ਇਸ ਤਿਉਹਾਰ ਦੇ ਦੌਰਾਨ ਰਿਓੜੀਆਂ, ਖਾਣ ਪੀਣ ਦੀਆਂ ਚੀਜ਼ਾਂ ਵੰਡਦੇ ਸੀ, ਗੁੜ ਦੀ ਰੋੜੀ ਸਾਂਝੀ ਕਰਦੇ ਸੀ। ਅਤੇ ਜਠਾਣੀ ਹੈ ਨਾ ਜਿਹੜੀ, ਲੋਹੜੀ ਦੀ ਅੱਗ ਦੇ ਵਿੱਚ ਤਿਲ ਸੁੱਟਦੀ ਸੀ, ਅਤੇ ਕਿਹਾ ਜਾਂਦਾ ਸੀ ਲੋਕ ਗੀਤ ਨੇ ਕਿ ਜਿੰਨੇ ਜਠਾਣੀ ਤਿਲ ਸੁੱਟੇ ਸੀ, ਓਨੇ ਦਰਾਣੀ ਪੁੱਤ ਜਨੇਸੀ। ਅਤੇ ਇਹ ਦਰਾਣੀ ਵਾਸਤੇ ਵੀ ਦੁਆ ਜਿਹੜੀ ਮੰਗੀ ਜਾਂਦੀ ਸੀ। ਇਸ ਵਕਤ ਵਿਨੀਪੈਗ ਤੋਂ ਬਾਈ ਦਵਿੰਦਰ ਧਾਲੀਵਾਲ ਜੁੜ ਚੁੱਕੇ ਨੇ। ਸਵਾਗਤ ਹੈ ਧਾਲੀਵਾਲ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸੁਣਾਓ, ਮੁਬਾਰਕਾਂ ਲੋਹੜੀ ਮਾਘੀ ਦੀਆਂ। ਮਾਘੀ ਦੀਆਂ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਵੀਰ ਜੀ। ਤੇ ਮੈਂ ਤੁਹਾਨੂੰ ਆਪਣੀ ਸ਼ਕਤੀ ਗੱਲ ਦੱਸਣੀ ਚਾਹੁੰਦਾ ਜੀ। ਪਿੰਡ ਅੱਜ ਤੱਕ ਵੀ ਜੀ ਮਤਲਬ ਇੱਕ ਹੀ ਜਗ੍ਹਾ ਤੇ ਲੋਹੜੀ ਮਨਾਈ ਜਾਂਦੀ ਹੈ ਸਾਰੇ ਪਿੰਡ ਵੱਲੋਂ। ਕਿਹੜੇ ਪਿੰਡ 'ਚ ਜੀ ਤੁਹਾਡੇ? ਕਿਹੜਾ ਪਿੰਡ ਹੈ? ਸਾਡਾ ਚੱਕ ਖੁਰਦ ਹੈ ਜੀ ਪਿੰਡ, ਆਪਣੇ ਮਲੇਰਕੋਟਲਾ ਤੋਂ 7 ਅੱਛਾ, ਮਤਲਬ ਚੱਕ ਖੁਰਦ 'ਚ ਉਹ ਮਤਲਬ ਪੁਰਾਣੀ ਗੱਲ ਅਜੇ ਵੀ ਚੱਲਦੀ ਹੈ ਕਿ ਇੱਕੋ ਹੀ ਜਗ੍ਹਾ ਲੋਹੜੀ ਬਲਦੀ ਹੈ। ਹਾਂਜੀ, ਦਰਵਾਜ਼ੇ ਦੇ ਇੱਕ ਸਾਈਡ ਤੇ ਬੰਦਿਆਂ ਦੀ ਲੋਹੜੀ ਹੁੰਦੀ ਹੈ ਤੇ ਦੂਸਰੀ ਸਾਈਡ ਤੇ ਲੇਡੀਜ਼ ਦੀ। ਸਾਰਾ ਪਿੰਡ ਉੱਥੇ ਇਕੱਠਾ ਹੁੰਦਾ ਜੀ, ਕੋਈ ਕਿਸੇ ਦੇ ਘਰ ਘਰ ਲੋਹੜੀ ਨਹੀਂ ਮਨਾਈ ਜਾਂਦੀ। ਅੱਜ ਵੀ ਉੱਥੇ ਸਾਡੇ ਇਦਾਂ ਹੀ ਮਨਾਈ ਜਾ ਰਹੀ ਹੈ ਜੀ। ਅੱਛਾ, ਕਿੱਦਾਂ ਫਿਰ ਲੱਕੜ ਬਾਲਣ ਸਾਰਾ ਪਿੰਡ ਇਕੱਠਾ ਕਰਦਾ, ਖਾਣ ਪੀਣ ਦਾ ਸਮਾਨ ਵੀ ਇਕੱਠਾ ਕਰ ਲਿਆ ਜਾਂਦਾ ਤੇ ਫਿਰ ਇਕੱਠਾ ਵੰਡਿਆ ਜਾਂਦਾ ਹੈ? ਹਾਂਜੀ 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 ਵੀਰੇ, ਜਿਹਦੇ ਘਰ ਵੀ ਲੋਹੜੀ ਹੁੰਦੀ ਹੈ ਉਹ ਉੱਥੇ ਆਪਣੇ ਜੋ ਵੀ ਗੁੜ ਰਿਓੜੀਆਂ ਉੱਥੇ ਲੈ ਕੇ ਆਉਂਦੇ ਨੇ, ਦਰਵਾਜ਼ੇ ਇਕੱਠੀਆਂ ਕਰਦੇ ਨੇ ਜੀ ਸਾਰੀਆਂ, ਫਿਰ ਸਾਰਿਆਂ ਦੇ ਵਿੱਚ ਵੰਡਿਆ ਜਾਂਦਾ ਜੀ। ਉਹ ਪਾਥੀਆਂ ਵਗੈਰਾ ਜ਼ਿਆਦਾ ਪਾਥੀਆਂ ਦੀ ਹੁੰਦੀ ਹੈ ਬਾਲੀ ਜਾਂਦੀ। ਕਈ ਪਿੰਡਾਂ ਨੇ ਪੁਰਾਣੇ ਦਰਵਾਜ਼ੇ ਫੇਰ ਸੰਵਾਰ ਲਏ ਆ। ਮੈਂ ਇੱਧਰ ਦੇਖਿਆ ਸੀ ਬਰਧਾਲਾਂ ਸਮਰਾਲੇ ਦੇ ਰਾਹ ਦੇ ਵਿੱਚ ਕਈ ਸਾਲ ਪਹਿਲਾਂ ਬਹੁਤ ਸੋਹਣਾ ਦਰਵਾਜ਼ਾ ਦੁਬਾਰਾ ਬਣਾਇਆ। ਆ ਟਿੱਬੀ ਪਿੰਡ ਆ ਮਲੋਹ ਕੋਲ, ਬਹੁਤ ਕਮਾਲ ਦਾ ਦਰਵਾਜ਼ਾ ਬਣਾਇਆ। ਦਰਵਾਜ਼ੇ ਲੋਕਾਂ ਨੇ ਫੇਰ ਸ਼ਿੰਗਾਰ ਲਏ ਨੇ। ਕਾਹਦਾ ਨੰਬਰਦਾਰ ਵੇ ਦਰਵਾਜ਼ਾ ਹੈ। ਇਸ ਦੌਰਾਨ ਬਾਕੀ ਪਿੰਡਾਂ 'ਚ ਮੇਰੇ ਖਿਆਲ ਇਕੱਠੇ ਲੋਹੜੀ ਮਨਾਉਣ ਦਾ ਚੱਲਣ ਹੀ ਅੱਜ ਕੱਲ੍ਹ ਤਾਂ ਗਲੀ 'ਚ ਸਾਰਿਆਂ ਨੇ, ਜੇ 15 ਘਰ ਨੇ ਤਾਂ 12 ਨੇ ਆਪਣੀ ਲੋਹੜੀ ਇਕੱਲਿਆਂ ਬਾਲੀ ਹੁੰਦੀ ਹੈ ਨਾ, ਇੱਦਾਂ ਵੀ ਵਾਪਰ ਰਿਹਾ? ਨਹੀਂ, ਸਾਡੇ ਪਿੰਡ 'ਚ ਅੱਜ ਤੱਕ ਵੀ ਇਹੀ ਚੱਲ ਰਿਹਾ ਜੀ। ਜਦੋਂ ਤੋਂ ਅਸੀਂ ਨਿੱਕੇ ਹੁੰਦੇ ਉਦੋਂ ਅਸੀਂ ਪਹਿਲਾਂ, ਚਲੋ ਮੈਂ ਹੁਣ ਤਾਂ ਕੈਨੇਡਾ ਦੇ ਵਿੱਚ ਰਹਿਣਾ ਜੀ, ਤੇ ਪਰ ਪਹਿਲਾਂ ਅਸੀਂ ਜਦੋਂ ਨਿੱਕੇ ਹੁੰਦੇ ਵੀ ਇਕੱਠੀਆਂ ਕਰਨੀਆਂ ਪਾਥੀਆਂ ਘਰਾਂ 'ਚੋਂ ਤੇ ਲੋਹੜੀ ਬਾਲਦੇ ਸੀ ਜੀ। ਤੇ ਪਰ ਅੱਜ ਵੀ ਉਹੀ ਚੱਲਣ ਚੱਲ ਰਿਹਾ ਜੀ ਉੱਥੇ। ਜੀ। ਸੋ ਬਹੁਤ ਬਹੁਤ ਧੰਨਵਾਦ ਬਾਈ ਜੀ। ਵਿਨੀਪੈਗ ਤੋਂ ਦਵਿੰਦਰ ਬਾਈ ਜੀ ਜੁੜੇ ਨੇ, ਜਿਨ੍ਹਾਂ ਨੇ ਜਾਣਕਾਰੀ ਆਪਣੇ ਪਿੰਡ ਮੁਤਲਕ ਦਿੱਤੀ ਹੈ ਕਿ ਉਹਨਾਂ ਦੇ ਪਿੰਡ ਚੱਕ ਖੁਰਦ ਮਲੇਰਕੋਟਲਾ ਦੇ ਲਾਗੇ ਅਜੇ ਵੀ ਉਹੀ ਚੀਜ਼ਾਂ ਚੱਲ ਰਹੀਆਂ ਨੇ, ਲੋਕੀ ਵਾਲੇ ਚੱਕਵੇਂ ਨਹੀਂ ਹੋਏ। ਸੋ ਇਸ ਤਰ੍ਹਾਂ ਲੋਹੜੀ ਦੇ ਤਿਉਹਾਰ ਬਾਰੇ ਕਈ ਵਿਚਾਰ ਧਾਰਨਾਵਾਂ ਨੇ ਕਿ ਲੋਹੜੀ ਪੰਜਾਬ ਦੇ ਵਿੱਚ ਕਿਸੇ ਵਕਤ ਜਿਹੜਾ ਕੀ ਧਾਰਨਾ ਸੀ, ਕੀ ਹਾਲਾਤ ਸੀਗੇ, ਉਸ ਮੁਤਾਬਕ ਇਹ ਧਾਰਨਾ ਕਿ ਲੋਹੜੀ ਪੰਜਾਬ ਦੇ ਵਿੱਚ ਪ੍ਰਚਲਿਤ ਕਿਸੇ ਸਮੇਂ ਸੂਰਜ ਦੇਵਤੇ ਦੀ ਪੂਜਾ ਦੀ ਹੀ ਰਹਿੰਦ ਸੀ। ਕੱਤਕ ਦੇ ਵਿੱਚ, ਕੱਤਕ ਮਹੀਨੇ ਸੂਰਜ ਧਰਤੀ ਤੋਂ ਕਾਫੀ ਦੂਰੀ 'ਤੇ ਹੁੰਦਾ, ਉਸ ਦੀਆਂ ਕਿਰਨਾਂ ਧਰਤੀ 'ਤੇ ਪਹੁੰਚਦੀਆਂ ਬਹੁਤ ਗਰਮ ਨਹੀਂ ਰਹਿੰਦੀਆਂ। ਪੁਰਾਣੇ ਆਦਮਵਾਸੀ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟਣ ਨਾਲ ਜੋੜਦੇ ਸੀ ਕਿ ਸੂਰਜ ਦੀ ਤਪਸ਼ ਘਟ ਗਈ ਹੈ। ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਜਾਂ ਤਪਸ਼ ਨੂੰ ਮੁੜ ਵਧਾਉਣ ਦੇ ਲਈ ਲੋਹੜੀ ਦੀ ਅੱਗ ਉਹ ਬਾਲਦੇ ਸੀ। ਇਹ ਲੋਕ ਮਨਾਂ ਦੀ ਇੱਕ ਪ੍ਰਵਿਰਤੀ ਸੀ ਕਿ ਸੂਰਜ ਨੂੰ ਰੌਸ਼ਨੀ ਅਤੇ ਗਰਮੀ ਹੋਣ ਦਾ ਪੁਰਾਤਨ ਲੋਕ ਧਰਾਈ ਢੰਗ ਸੀ। ਜਿਵੇਂ ਟਰੈਕਟਰ ਨੂੰ ਸਟਾਰਟ ਕਰਨ ਵਾਸਤੇ ਆਪਾਂ ਅੱਗ ਨਹੀਂ ਦਿਖਾਉਂਦੇ ਕਿ ਠੰਡਾ ਹੋ ਗਿਆ, ਇਹਨੂੰ ਮਾੜਾ ਜਿਹਾ ਗਰਮ ਕਰੀਏ। ਜਦੋਂ ਬੰਦਾ ਠੰਡਾ ਹੋ ਜਾਂਦਾ ਅਤੇ ਫਿਰ ਉਹਨੂੰ ਗਰਮ ਮਸਾਜ ਵੀ ਕੀਤੀ ਜਾਂਦੀ ਹੈ। ਅੱਗੇ ਤਾਂ ਜੇ ਸੱਟ ਲੱਗਦੀ ਸੀ ਤਾਂ ਫਿਰ ਰੋੜਾ ਨਾ ਜਿਹੜਾ ਇੱਟ ਦਾ ਚੁੱਲ੍ਹੇ 'ਚ ਸਿੱਟ ਦਿੰਦੇ ਸੀ ਅਤੇ ਰੋੜੇ ਦਾ ਵੀ ਸੇਕ ਦਿੰਦੇ ਸੀ। ਇਸੇ ਤਰ੍ਹਾਂ ਉਹ ਪੁਰਾਤਨ ਜਿਹੜਾ ਆਦਮਵਾਸੀ ਮਨੁੱਖ ਸੀ, ਉਹਨੇ ਸੋਚਿਆ ਕਿ ਸੂਰਜ ਦੀ ਤਪਸ਼ ਘਟ ਗਈ ਹੈ
ਤੇ ਉਹ ਉਸ ਹਰਾਰਤ ਨੂੰ, ਗਰਮੀ ਨੂੰ ਹਾਸਲ ਕਰਨ ਦੇ ਵਾਸਤੇ ਲੋਹੜੀ ਦੀ ਵੱਡੀ ਅੱਗ ਬਾਲਦਾ ਸੀ। ਉਹਦੇ 'ਚ ਉਹਦੀ ਲੋੜ ਵੀ ਖਤਮ ਹੋ ਜਾਂਦੀ ਸੀ ਤੇ ਉਹਦੀ ਧਾਰਨਾ ਸੀ ਕਿ ਸਹਿਜ ਸੂਰਜ ਨੂੰ ਵੀ ਜਿਹੜੀ ਮੁੜ ਕੇ ਗਰਮਾਇਸ਼ ਮਿਲੇ। ਸੋ ਉੱਥੋਂ ਹੀ ਇਹ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕ ਧਰਾਈ ਢੰਗ ਸੀ। ਇਸ ਲਈ ਲੋਹੜੀ ਸਾਡੇ ਆਤਮ ਵਿਸ਼ਵਾਸ ਤੇ ਰੁਚੀ ਦੇ ਵਿੱਚ ਜੋ ਕੁਝ ਸੀ ਉਸ ਦੀ ਇੱਕ ਮੁੱਢ ਹੀ ਹੈ। ਇਸ ਤੋਂ ਬਾਅਦ ਕਈ ਕਥਾਵਾਂ ਜੋੜ ਲਈਆਂ ਸੂਰਜ ਪੂਜਾ ਦਾ ਆਰੰਭ ਹੋਇਆ, ਕਿਉਂਕਿ ਸੂਰਜ ਦਕਸ਼ਾਇਣ ਦੇ ਵਿੱਚੋਂ ਉਤਰਾਇਣ ਦੇ ਵਿੱਚ ਦਾਖਲ ਹੁੰਦਾ। ਸੁੱਤੇ ਦੇਵਤੇ ਜਾਗ ਪੈਂਦੇ ਨੇ, ਕਿਉਂਕਿ ਇਹਨਾਂ ਠੰਡਾਂ ਦੇ ਦੌਰਾਨ ਦੇਵਤੇ ਵੀ ਸੌਂ ਜਾਂਦੇ ਨੇ, ਇਹ ਮੰਨਿਆ ਜਾਂਦਾ। ਸੋ ਲੋਹੜੀ ਨੂੰ ਪੁਰਾਤਨ ਸਮੇਂ ਦੇ ਵਿੱਚ ਇੱਕ ਹੋਰ ਪਰੰਪਰਾ ਕਹਾਣੀ ਨਾਲ ਵੀ ਜੋੜਿਆ ਜਾਂਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਹਰ ਘਰ ਦੇ ਵਿੱਚ ਰਾਤ ਨੂੰ ਅੱਗ ਸਵਾਹ ਦੱਬ ਘੁੱਟ ਕੇ ਰੱਖ ਦਿੱਤੀ ਜਾਂਦੀ ਸੀ। ਜਿਹੜੀ ਅੱਗ ਸੀ ਨਾ, ਉਹ ਸਵਾਹ ਦੇ ਵਿੱਚ ਦੱਬ ਕੇ ਰੱਖ ਦਿੱਤੀ ਜਾਂਦੀ ਸੀ ਅਤੇ ਸਵੇਰੇ ਉਹਨਾਂ ਨੂੰ ਵਾਂਡਿਆਂ ਦੇ ਵਿੱਚੋਂ ਹੀ ਸਵਾਹ ਦੇ ਵਿੱਚੋਂ ਕੱਢ ਕੇ ਕੱਖਾਂ ਕਾਨਿਆਂ 'ਤੇ ਪਾ ਕੇ ਮੁੜ ਸਰਜੀਤ ਕੀਤਾ ਜਾਂਦਾ ਸੀ। ਕਈ ਘਰਾਂ 'ਚ ਅਚਨਚੇਤ ਮੀਂਹ ਕਣੀ ਦੇ ਕਾਰਨ ਜਾਂ ਹੋਰ ਕਾਰਨ ਅੱਗ ਬੁੱਝ ਜਾਵੇ ਤਾਂ ਦੂਜੇ ਘਰੋਂ ਅੱਗ ਮੰਗਣੀ ਤੇ ਚੁੱਲ੍ਹੇ ਬਾਲਣੀ ਬਹੁਤ ਮੁਸ਼ਕਲ ਹੁੰਦਾ ਸੀ। ਇਸ ਨਾਲ ਮੰਨਦੇ ਸੀ ਕਿ ਜੇ ਅੱਗ ਵੀ ਮੰਗਵੀਂ ਲਿਆਂਦੀ ਹੈ ਨਾ ਤਾਂ ਦੇਵਤੇ ਖੁਸ਼ ਨਹੀਂ ਕਹਿੰਦੇ। ਜਿਵੇਂ ਕਹਿੰਦੇ ਨੇ ਨਾ ਕਿ ਚੁੱਲ੍ਹੇ ਦੇ ਵਿੱਚ ਅੱਗ ਨਾ, ਘੜੇ ਦੇ ਵਿੱਚ ਪਾਣੀ, ਤੂੰ ਸੁਆਣੀ ਕਾਹਦੀ ਆਈ ਮੇਰੇ ਘਰ ਜੱਟੀਏ, ਦਫਾ ਹੋ ਜਾ ਤੇਰੇ ਵੱਡਿਆਂ ਦਾ ਵਾਸਤਾ, ਤੂੰ ਚਿੰਬੜੀ ਚੜੇਲ ਬਣ ਕੇ ਬਲਾਬਲਾ। ਇਹ ਜਿਹੜੀ ਸਾਂਝੀ ਅੱਗ ਸੀ ਲੋਹੜੀ ਦੀ, ਇਹ ਅੱਗ ਲੈ ਕੇ ਫਿਰ ਚੁੱਲ੍ਹੇ 'ਚ ਦੱਬ ਦਿੱਤੀ ਜਾਂਦੀ ਸੀ ਅਤੇ ਲੋਹੜੀ ਵਾਲੇ ਦਿਨ ਲੋਕ ਲੋਹੜੀ ਦੀ ਧੂਣੀ ਦੇ ਵਿੱਚ ਜਿਹੜੇ ਅੱਗ ਲੈ ਕੇ ਜਾਂਦੇ ਸੀ, ਉਹ ਘਰਾਂ ਤੋਂ ਰਿਵਾਜ਼ ਲਿਜਾਣ ਦਾ ਸੀਗਾ। ਸਾਲ ਭਰ ਇਹ ਲੋਹੜੀ ਦੀ ਅੱਗ ਬਲਦੀ ਰਹਿੰਦੀ ਸੀ। ਕਿਉਂਕਿ ਤੁਸੀਂ ਪਟਿਆਲਾ 'ਚ ਵੇਖੋ ਕਿ ਜਿਹੜਾ ਧੂਣਾ ਬਲਦਾ, ਅੱਗੇ ਜਿਹੜੇ ਰਿਸ਼ੀ ਮੁਨੀ ਧੂਣਾ ਬਾਲਦੇ ਸੀ, ਪਵਿੱਤਰ ਧੂਣਾ, ਉਹਦਾ ਵੀ ਕਾਰਨ ਸੀ ਪਟਿਆਲੇ ਦੇ ਵਿੱਚ ਜਦੋਂ ਤੋਂ ਪਟਿਆਲੇ ਦਾ ਮੁੱਢ ਵੱਜਿਆ, ਉੱਥੋਂ ਤੋਂ ਇੱਕ ਜੋਤ ਜੋ ਬਾਬਾ ਆਲਾ ਸਿੰਘ, ਜਿਹੜੇ ਇਹਨਾਂ ਦੇ ਪੁਰਖੇ ਮੁੱਢਲੇ ਸੀ ਕੈਪਟਨ ਅਮਰਿੰਦਰ ਹੋਰਾਂ ਦੇ 10ਵੀਂ ਪੀੜ੍ਹੀ 'ਚੋਂ, ਬਾਬਾ ਆਲਾ ਸਿੰਘ ਦੇ ਵਕਤ ਤੋਂ ਇੱਕ ਧੂਣਾ ਅਜੇ ਵੀ ਜਿਹੜਾ ਹੈਗਾ ਕਿਲ੍ਹਾ ਮੁਬਾਰਕ ਦੇ ਵਿੱਚ ਜਲ ਰਿਹਾ। 250 ਸਾਲ ਤੋਂ ਵੱਧ ਸਮਾਂ ਹੋ ਗਿਆ ਅਤੇ ਉਸ ਵਕਤ ਦਾ ਇੱਕ ਧੂਣਾ, ਆ ਜਿਹੜੀ ਪਲਾਹ ਦੀ ਲੱਕੜ ਹੈ ਨਾ, ਜਿਹਦੇ ਫੁੱਲ ਬਹੁਤ ਸੋਹਣੇ ਹੁੰਦੇ ਨੇ ਕੇਸੂ ਦੇ, ਇਹ ਉਸ ਲੱਕੜ ਦਾ ਧੂਣਾ ਬਲਦਾ। ਨਾ ਤਾਂ ਉਹ ਧੂਣਾ ਬੁਝਿਆ ਅਤੇ ਨਾ ਉਹ ਜੋਤ ਬੁਝੀ ਹੈ। ਉਸ ਦੇ ਵਾਸਤੇ ਇੱਕ ਬਕਾਇਦਾ ਬੰਦਿਆਂ ਦੀ ਡਿਊਟੀ ਲੱਗਦੀ ਆ। ਹੁਣ ਵੀ ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਆ, ਉਹ ਉਸ ਜੋਤ ਨੂੰ ਅਤੇ ਧੂਣੇ ਨੂੰ ਲਗਾਤਾਰ ਜਾਰੀ ਰੱਖ ਰਹੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਮੰਦਰਾਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਵਿੱਚ ਧੂਣੇ ਬਲਦੇ ਨੇ, ਕਿਉਂਕਿ ਸਾਡੀ ਜਿਹੜੀ ਇਸ ਖਿੱਤੇ ਦਾ ਪੁਰਾਤਨ ਧਰਮ ਹੈ, ਸਨਾਤਨੀ ਧਰਮ ਹੈ, ਸੰਸਕ੍ਰਿਤੀ ਹੈ, ਉਸ ਦੇ ਵਿੱਚ ਅੱਗ ਨੂੰ ਪੂਜਿਆ ਜਾਂਦਾ। ਅੱਗੇ ਕਿਹਾ ਜਾਂਦਾ ਸੀ ਨਾ ਕਿ ਮੁਸਲਮਾਨ ਲੋਕ ਜੇ ਤੂੰ ਕਹਿੰਦੇ ਸੀ ਕਿ ਜੇ ਤੂੰ ਹਿੰਦੂ ਨਹੀਂ ਆ ਤਾਂ ਅੱਗ 'ਚ ਪਿਸ਼ਾਬ ਕਰ, ਕਿਉਂਕਿ ਮੂਤ ਟਿਪੀਕਲ ਲਫ਼ਜ਼ ਹੈ, ਅਤੇ ਹਿੰਦੂ ਕਦੇ ਵੀ ਅੱਗ ਦੇ ਵਿੱਚ ਪਿਸ਼ਾਬ ਨਹੀਂ ਕਰਦਾ ਕਿਉਂਕਿ ਅੱਗ ਨੂੰ ਉਹ ਪਵਿੱਤਰ ਮੰਨਦਾ। ਇਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਉਸ ਪੁਰਾਤਨ ਮੁੱਢੀ ਦਾ ਹਿੱਸਾ ਨੇ। ਸੋ ਇਸ ਤਰ੍ਹਾਂ ਹੁੱਲੇ ਹਲਾਰੇ ਜਾਂ ਹੋਰ ਬਹੁਤ ਸਾਰੇ ਗੀਤ ਲੋਹੜੀ ਦੇ ਮੌਕੇ ਗਾਏ ਜਾਂਦੇ ਰਹੇ ਨੇ। ਦੋਸਤੋ, ਕੁਝ ਖਬਰਾਂ ਦੀ ਹੋਰ ਅਪਡੇਟ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝੇ ਕਰੀ। ਪਾਕਿਸਤਾਨ ਦੇ ਵਿੱਚ ਸਥਿਤ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਜਿਹੜੀ ਮੁਕੱਦਸ ਧਰਤੀ ਨੂੰ ਅਸੀਂ ਪੂਰੀ ਦੁਨੀਆ ਦੇ ਵਿੱਚ ਸਜਦਾ ਕਰਦੇ ਹਾਂ, ਉਸ ਮੁਕੱਦਸ ਧਰਤੀ ਦੇ ਉੱਤੇ ਕੁਝ ਲੋਕਾਂ ਨੇ ਪਾਕਿਸਤਾਨ ਦੇ ਵਿੱਚ ਪਿਛਲੇ ਦਿਨੀ ਨਾਪਾਕ ਹਰਕਤ ਕੀਤੀ ਸੀ। ਇਸ ਸੰਬੰਧੀ ਪਾਕਿਸਤਾਨ ਦੀ ਅੱਤਵਾਦੂ ਰੋਕੂ ਅਦਾਲਤ ਨੇ ਕੱਲ੍ਹ ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨਤੋੜ ਕਰਨ ਦੇ 3 ਦੋਸ਼ੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਗੁਰੂ ਘਰ ਦੇ ਵਿੱਚ ਪਿਛਲੇ ਸਾਲ ਜਨਵਰੀ ਦੇ ਮਹੀਨੇ ਦੇ ਦੌਰਾਨ ਕੁਝ ਭੀੜ ਵੱਲੋਂ ਪਥਰਾ ਕੀਤਾ ਗਿਆ ਸੀ। ਪੁਲਿਸ ਨੇ ਬੜੀ ਸਖਤੀ ਦੇ ਨਾਲ ਉਸ ਹਾਲਾਤ ਨੂੰ ਨਿਪਟਿਆ ਸੀ। ਇਸ ਸੰਬੰਧੀ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਅਤੇ 10,000 ਰੁਪਏ ਜੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ 2 ਹੋਰ ਦੋਸ਼ੀਆਂ ਮੁਹੰਮਦ ਸਲਮਾਨ ਅਤੇ ਮੁਹੰਮਦ ਅਹਿਮਦ ਨੂੰ ਵੀ ਗੁਰੂ ਘਰ ਦੀ ਇਸ ਮੁਕੱਦਸ ਆਸਥਾ ਨੂੰ, ਜਿਨ੍ਹਾਂ ਨੂੰ ਇਹਨਾਂ ਮਜ਼੍ਹਬੀ ਲੋਕਾਂ ਨੇ ਭੰਗ ਕੀਤਾ ਸੀ, ਉਹਨਾਂ 2 ਦੋਸ਼ੀਆਂ ਨੂੰ ਵੀ 6-6 ਮਹੀਨੇ ਦੀ ਸਜ਼ਾ ਸੁਣਾਈ ਹੈ ਅਤੇ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਗੁਰੂ ਘਰ 'ਤੇ ਹਮਲਾ ਕਰਨ ਵਾਲੇ 4 ਵਿਅਕਤੀਆਂ ਨੂੰ ਬਰੀ ਵੀ ਕਰ ਦਿੱਤਾ ਹੈ। ਲਓ ਦੋਸਤੋ, ਮੇਰੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਫ਼ੋਨ ਨੰਬਰ 9876309655 'ਤੇ ਤੁਸੀਂ ਗੱਲ ਕਰ ਸਕਦੇ ਹੋ। ਅਤੇ ਜਾਂ ਫਿਰ ਜੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਸੁਣਨਾ, ਉਸ ਦੇ ਬਾਰੇ ਮੈਂ ਜਾਣਕਾਰੀ ਦੇ ਦਿਆਂ। ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰੋ tivanaradio.com 'ਤੇ, ਉੱਥੇ ਤੁਹਾਨੂੰ ਹੋਰ ਕਾਫੀ ਇਨਫੋਰਮੇਸ਼ਨ ਮਿਲੇਗੀ। ਜੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, ਇਸ ਅਦਾਰੇ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਉੱਥੇ ਜਿਹੜਾ ਹੈਗਾ ਇੱਕ ਪ੍ਰੋਸੈਸ ਹੈ, ਉੱਥੇ ਜੇ ਤੁਸੀਂ ਕੋਈ ਆਪਣੀ ਦਾਨ ਰਾਸ਼ੀ ਦੇਣਾ ਚਾਹੁੰਦੇ ਹੋ
ਇਸ ਅਦਾਰੇ ਨੂੰ ਮਾਇਕ ਸਹਾਇਤਾ ਦੇਣੀ ਚਾਹੁੰਦੇ ਤਾਂ ਉਸ ਦੇ ਵਿੱਚ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਕੋਈ ਰਿਕਾਰਡਡ ਸੁਨੇਹਾ ਹੋਵੇ ਤਾਂ ਤੁਸੀਂ WhatsApp ਦੇ ਜ਼ਰੀਏ ਫ਼ੋਨ ਨੰਬਰ 9877609655 'ਤੇ ਮੈਨੂੰ ਸੈਂਡ ਕਰ ਸਕਦੇ ਹੋ। ਸੁਨੇਹਾ ਤੁਹਾਡਾ ਐਜ਼ ਇਟ ਇਜ਼ ਬ੍ਰੌਡਕਾਸਟ ਕੀਤਾ ਜਾਏਗਾ, ਪ੍ਰੋਗਰਾਮ ਦੇ ਵਿੱਚ ਚਲਾਇਆ ਜਾਵੇਗਾ। ਅਤੇ ਸਾਡੀ ਐਪਸ ਨੇ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ ਆਈਫੋਨ ਐਪ 'ਤੇ, ਐਂਡਰਾਇਡ 'ਤੇ। ਅਤੇ ਜੇ ਤੁਸੀਂ ਅਮਰੀਕਾ ਦੇ ਵਿੱਚੋਂ ਤਾਂ ਕਾਲ ਟੂ ਲਿਸਨ ਨੰਬਰ 667 930 9260 'ਤੇ ਕਾਲ ਕਰਕੇ ਵੀ ਤੁਸੀਂ ਇਹਨਾਂ ਰੇਡੀਓ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਜਾਣੀ ਕਿ ਕਾਲ ਟੂ ਲਿਸਨ ਨੰਬਰ ਹੈ US ਦੇ ਵਾਸਤੇ 667 930 9260। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ। ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ ਤੱਕ 6 ਦਿਨ ਇਹ ਪ੍ਰੋਗਰਾਮ ਪਟਿਆਲਾ ਸਟੂਡੀਓ ਦੇ ਵਿੱਚ ਮੇਰੇ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਸੋ ਤੁਹਾਨੂੰ ਲੋਹੜੀ ਦੀਆਂ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ, ਮੁਬਾਰਕਾਂ, 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 ਧੰਨਵਾਦ।